खालसा मेरा रूप है खास, खालसे में हो करो निवास। वाहिगुरू जी का खालसा, वाहिगुरू जी की फतेह। मैं रीन मगो TV 84 ਦੇ ਸਾਰੇ ਦਰਸ਼ਕਾਂ ਦਾ ਇਸ ਮਹਾਨ ਨਗਰ ਕੀਰਤਨ 'ਚ ਜਿਹੜਾ ਸਿੱਖ ਡੇ ਪਰੇਡ ਵੀ ਹੈਗਾ ਉਸ ਵਿੱਚ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਨਿਊਯਾਰਕ ਦੀ ਧਰਤੀ ਤੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਸਾਲ ਵੀ ਕੱਢਿਆ ਜਾ ਰਿਹਾ ਹੈ, ਜਿਹੜਾ ਸਜਾਇਆ ਵੀ ਜਾ ਰਿਹਾ ਹੈ। ਸੋ ਇਹ ਜਿਹੜੀ ਸਿੱਖ ਡੇ ਪਰੇਡ ਹੈਗੀ ਹੈ ਇਹ ਰਿਚਮੰਡ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਸਿੱਖ ਡੇ ਪਰੇਡ ਜਿਹੜੀ ਹੈ ਕੱਢੀ ਜਾ ਰਹੀ ਹੈ। ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਿਹੜੀ ਹੈ ਸਿੱਖ ਡੇ ਪਰੇਡ ਹੈ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮੀਂਹ ਦਾ ਹੜ੍ਹ ਆਇਆ ਹੋਇਆ ਹੈ ਔਰ ਸੰਗਤਾਂ ਦਾ ਵੀ ਹੜ੍ਹ ਉਸੇ ਤਰ੍ਹਾਂ ਹੀ ਆਇਆ। ਆਪਣੇ ਗੁਰੂ ਨਾਲ ਜਿਹੜਾ ਪਿਆਰ ਹੈ ਉਹ ਸਿੱਖ ਸੰਗਤਾਂ ਜਿਹੜੇ ਜ਼ਾਹਿਰ ਕਰਨ ਵਾਸਤੇ ਜਿਹੜੀਆਂ ਇਸ ਸਿੱਖ ਡੇ ਪਰੇਡ ਵਿੱਚ ਪਹੁੰਚੀਆਂ ਨੇ। ਸੋ ਦੂਰ ਦਰੇੜੇ ਤੋਂ ਸਿੱਖ ਸੰਗਤਾਂ ਜਿਹੜੀਆਂ ਆਈਆਂ ਨੇ। ਸੋ ਅਸੀਂ ਇਸ ਜਿਹੜੇ ਵਿਸਾਖੀ ਨੂੰ ਸਮਰਪਿਤ ਔਰ ਖਾਲਸਾ ਸਾਜਨਾ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਜਿਹੜਾ ਹੈ ਇਹ ਸਜਾਇਆ ਜਾ ਰਿਹਾ ਹੈ। ਅਸੀਂ ਇਸ ਦੀਆਂ ਸਭ ਸਿੱਖ ਸੰਗਤਾਂ ਨੂੰ ਜਿਹੜੀਆਂ ਆਪਾਂ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਜਿਹੜਾ ਹੈ ਸਿੱਖ ਡੇ ਪਰੇਡ ਹੈ ਇਹ ਸ਼ੁਰੂ ਹੋਣ ਜਾ ਰਹੀ ਹੈ। ਸਿੱਖ ਸੰਗਤਾਂ ਜਿਹੜਾ ਹੜ੍ਹ ਹੈ ਪੂਰੀ ਤਰ੍ਹਾਂ ਆਇਆ ਹੈ, ਸਿੱਖ ਸੰਗਤਾਂ ਜਿਹੜੀਆਂ ਇਕੱਠੀਆਂ ਵੀ ਹੋ ਰਹੀਆਂ ਨੇ ਔਰ ਜਿਹੜੀ ਵੈਦਰ ਹੈ ਉਹ ਬਹੁਤ ਹੀ ਇਸ ਦਾ ਬੁਰਾ ਹਾਲ ਹੈ। ਇਸ ਵਿੱਚ ਕੇਸਰੀ ਦੁਪੱਟੇ ਦਾ ਤਾਂ ਮੈਨੂੰ ਪਤਾ ਨਹੀਂ, ਜਿਹੜੇ ਨਿਸ਼ਾਨ ਸਾਹਿਬ ਜੀ ਦੇ ਜਿਹੜੇ ਉਹ ਚਲਾਏ ਜਾਣ ਰਹੇ ਨੇ ਔਰ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਛਤਰੀਆਂ ਹੀ ਤੁਹਾਨੂੰ ਨਜ਼ਰ ਆਉਣਗੀਆਂ। ਪਰ ਜਿੰਨਾ ਵੀ ਸਾਡੇ ਕੋਲੋਂ ਯਤਨ ਹੋ ਸਕਿਆ ਅਸੀਂ ਵੱਧ ਤੋਂ ਵੱਧ ਜੋ ਬਹੁਤ ਸੋਹਣੀਆਂ ਸੋਹਣੀਆਂ ਤਸਵੀਰਾਂ ਨੇ ਉਹ ਤੁਹਾਡੇ ਰੂਬਰੂ ਕਰਾਵਾਂਗੇ। ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਤਿਆਰ ਹੋ ਰਿਹਾ, ਸਿੱਖ ਸੰਗਤਾਂ ਵੀ ਹੌਲੀ ਹੌਲੀ ਇਕੱਠੀਆਂ ਹੋ ਰਹੀਆਂ ਨੇ। ਮੀਂਹ ਦੇ ਬਾਵਜੂਦ ਹੀ ਜਿਹੜੀ ਬਾਰਿਸ਼ ਹੈ ਇਹ ਰਾਤ ਤੋਂ ਹੀ ਸ਼ੁਰੂ ਹੋਈ ਹੈ ਔਰ ਸਾਰਾ ਦਿਨ ਇਸੇ ਤਰ੍ਹਾਂ ਹੀ ਚੱਲੇਗੀ। ਸੋ ਵਿਊਅਰਸ ਜਿਹੜੇ ਵਧੀਆ ਵਧੀਆ ਤਸਵੀਰਾਂ ਨੇ ਇਸ ਨਗਰ ਕੀਰਤਨ ਦੀਆਂ ਇਸ ਸਿੱਖ ਡੇ ਪਰੇਡ ਦੀਆਂ ਅਸੀਂ ਤੁਹਾਨੂੰ ਸਮੇਂ-ਸਮੇਂ ਦਿਖਾਉਂਦੇ ਰਹਾਂਗੇ। ਅੱਜ ਜਿਹੜੇ ਇਸ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਅੱਜ ਸਿੱਖ ਡੇ ਪਰੇਡ ਦੇ ਵਿੱਚ ਬਹੁਤ ਸਾਰੇ ਜਿਹੜੇ ਫਲੋਟ ਨੇ ਰੰਗ ਬਰੰਗੇ ਜਿਹੜੇ ਨੇ ਉਹ ਸਜਾਏ ਜਾ ਰਹੇ ਨੇ ਔਰ ਜਿਹੜਾ ਮੇਨ ਜਿਹੜਾ ਫਲੋਟ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਮੇਰੇ ਪਿੱਛੇ ਫਰੈਸ਼ ਫੁੱਲਾਂ ਦੇ ਨਾਲ ਜਿਹੜਾ ਰੰਗ ਬਰੰਗੇ ਫੁੱਲਾਂ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਨੇ ਉਸ ਫਲੋਟ ਨੂੰ ਸਜਾ ਰਹੀਆਂ ਨੇ ਔਰ ਜਿਹੜਾ ਨਗਰ ਕੀਰਤਨ ਹੈ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਸਟਾਰਟ ਹੋਣ ਜਾ ਰਿਹਾ ਹੈ। ਇਸ ਨਗਰ ਕੀਰਤਨ ਦੇ ਚਲਦਿਆਂ ਇਸ ਸਿੱਖ ਡੇ ਦੇ ਪਰੇਡ ਦੇ ਚਲਦਿਆਂ ਆਪਾਂ ਜਿਹੜੇ ਵੱਖ-ਵੱਖ ਸਿੱਖ ਸੰਗਤਾਂ ਦੇ ਰੂਬਰੂ ਵੀ ਕਰਵਾਵਾਂਗੇ ਤੁਹਾਨੂੰ ਔਰ ਨਾਲ ਦੇ ਨਾਲ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਗੁਰੂ ਘਰ ਦੀਆਂ ਜਿਹੜੀ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵੀ ਆਪਾਂ ਰੂਬਰੂ ਕਰਵਾਵਾਂਗੇ। ਜਿਹੜਾ ਇਹ ਸਿੱਖ ਡੇ ਪਰੇਡ ਹੈਗੀ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੀ ਜਿਹੜੀ ਸਮਰਪਿਤ ਹੈ ਇਹ ਸੁਨੇਹਾ ਦਿੱਤਾ ਜਾਵੇਗਾ ਸਿੱਖ ਸੰਗਤਾਂ ਨੂੰ ਕਿ ਜਿਹੜੀ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਜੇਲ੍ਹਾਂ ਦੀਆਂ ਟਰਮ ਜਿਹੜੀਆਂ ਪੂਰੀਆਂ ਕਰ ਲਈਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਰਿਹਾ ਕੀਤਾ ਜਾਵੇ। ਸੋ ਆਪਾਂ ਡਾਕਟਰ ਅਮਰਜੀਤ ਵੀ ਸਾਡੇ ਨਾਲ ਇਸ ਜਿਹੜੀ ਸਿੱਖ ਡੇ ਪਰੇਡ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ। ਆਪਾਂ ਉਹਨਾਂ ਦੀ ਜ਼ੁਬਾਨੀ ਵੀ ਸੁਣਦੇ ਹਾਂ। ਜਿਹੜੀ ਇਹ ਸਿੱਖ ਡੇ ਪਰੇਡ ਹੈ ਇਹਦਾ ਇਤਿਹਾਸ ਕੀ ਹੈ, ਇਹ ਕਿਉਂ ਸ਼ੁਰੂ ਕੀਤੀ ਗਈ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਇਸ ਸਿੱਖ ਡੇ ਪਰੇਡ ਦੇ ਵਿੱਚ ਆਏ ਹੋ। ਸੋ ਮੈਂ ਚਾਹਾਂਗੀ ਕਿਉਂਕਿ ਮੈਂ ਤੇ ਮੈਂਸ਼ਨ ਨਹੀਂ ਕੀਤਾ ਕਿ ਇਸ ਸਿੱਖ ਡੇ ਪਰੇਡ ਦਾ ਜਿਹੜਾ ਹਿਸਟੋਰੀਕਲ ਜਿਹੜਾ ਇੰਸਪੈਕਟ ਹੈ ਉਹ ਕੀ ਹੈਗਾ, ਇਸ ਬਾਰੇ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਜਿਹੜਾ ਆਪਣੇ ਵਿਚਾਰਾਂ ਦੀ ਸਾਂਝ ਪਾਓ। ਥੋੜਾ ਜਿਹਾ ਅੱਗੇ ਆ ਜਾਓ। ਹਾਂਜੀ ਦੇਖੋ ਅੱਜ ਨਿਊਯਾਰਕ ਮੈਨਹਟਨ ਦੀਆਂ ਸੜਕਾਂ ਤੇ ਜਿੱਥੇ ਚਾਰ ਚਫੇਰੇ ਮੀਂਹ ਨੇ ਰੰਗ ਲਾਇਆ ਹੋਇਆ ਹੈ, ਜਿਹੜਾ ਪਹਿਲਾ ਵਿਚਾਰ ਮਨ ਦੇ ਵਿੱਚ ਆਇਆ ਬਾਬਾ ਫਰੀਦ ਜੀ ਦੇ ਬਾਣੀ ਦੇ 2 ਸ਼ਲੋਕ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ ਚਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹੋ। ਤੇ ਫਿਰ ਉਹਦਾ ਜਵਾਬ ਹੈ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੋ ਜਾਏ ਮਿਲਾਂ ਤੇ ਨਾ ਸੱਜਣਾ ਟੁੱਟੈ ਨਾ ਹੀ ਨੇਹੋ। ਅੱਜ ਜਦੋਂ ਅਸੀਂ ਤੁਰੇ 2 ਦਿਨ ਤੋਂ ਇਹ ਵੈਦਰ ਫੋਰਕਾਸਟ ਸੀ ਕਿ ਬੜਾ ਜ਼ਬਰਦਸਤ ਮੀਂਹ ਦਾ ਤੂਫਾਨ ਹੈ ਔਰ ਐਸਾ ਵੀ ਸੋਚਿਆ ਜਾ ਰਿਹਾ ਸੀ ਕਿ ਕੋਈ ਵੀ ਉੱਥੇ ਨਹੀਂ ਹੋਏਗਾ। ਔਰ ਜਦੋਂ ਸਾਡੀ ਟੀਮ ਪਹਿਲਾਂ ਪਹੁੰਚੀ ਕੈਮਰਾ ਟੀਮ ਉਹਨਾਂ ਨੇ ਵੀ ਇਹੀ ਕਿਹਾ ਕਿ ਜੀ ਇੱਥੇ ਤਾਂ ਕੁਝ ਵੀ ਨਹੀਂ ਹੈ। ਲੇਕਿਨ ਮੈਂ ਇਹ ਕਿਹਾ ਵੀ ਇਹ ਗੁਰੂ ਕਾ ਵਾਸਾ ਖਾਲਸੇ ਦੇ ਅੰਦਰ ਜਿੰਨਾ ਮੁਸ਼ਕਲ ਮਾਹੌਲ ਹੋਏ ਉਨਾ ਬੈਸਟ ਖਾਲਸਾ ਨਿਕਲਦਾ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਪਲਾਂ ਦੇ ਵਿੱਚ ਹੀ ਜਿੰਨਾ ਵੱਡਾ ਇਕੱਠ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਨੇੜੇ ਤੇੜੇ ਹੈ, ਚਾਰ ਚਫੇਰੇ ਉਹੀ ਮਾਹੌਲ ਹੈ। ਔਰ ਜੇ ਸੇਵਾ ਦਾ ਭਾਵ ਦੇਖੀਏ ਕੋਈ ਛਤਰੀਆਂ ਵੰਡ ਰਿਹਾ ਹੈ, ਕੋਈ ਰੇਨਕੋਟ ਵੰਡ ਰਿਹਾ ਹੈ, ਕੋਈ ਦੂਸਰਾ ਵੰਡ ਰਿਹਾ, ਇਵੇਂ ਲੱਗ ਰਿਹਾ ਕਿ ਭਾਈ ਸਾਰਾ ਖਾਲਸਾ ਪੰਥ ਅੱਜ ਇਸ ਨਿਊਯਾਰਕ ਦੇ ਵਿੱਚ ਆਪਣੇ ਗੁਰੂ ਦੀ ਯਾਦ ਦੇ ਵਿੱਚ ਖਾਲਸਾ ਸਾਜਨਾ ਦਿਵਸ ਦੀ ਯਾਦ ਦੇ ਵਿੱਚ ਜੁੜ ਬੈਠਾ ਹੈ। ਇਤਿਹਾਸਕ ਪੱਖ ਅਸੀਂ ਅਕਸਰ ਸੱਚੋ ਸੱਚ ਦੇ ਪ੍ਰੋਗਰਾਮ 'ਚ ਵੀ ਰਿਮਾਈਂਡ ਕਰਵਾਉਂਦੇ ਰਹੇ ਆਪਣੇ ਵਿਊਅਰਸ ਨੂੰ
ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 15 ਅਗਸਤ ਦਾ ਦਿਨ ਆਇਆ ਜਿਹੜਾ ਕਿ ਭਾਰਤੀ ਆਜ਼ਾਦੀ ਦਿਨ ਦੇ ਤੌਰ ਤੇ ਨਿਊਯਾਰਕ ਦੇ ਵਿੱਚ ਇੱਕ ਵੱਡੀ ਪੈਰੇਡ ਕੱਢੀ ਜਾਂਦੀ ਸੀ ਔਰ ਸਿੰਘ ਜਿਹੜੇ ਕਿ ਬਹੁਤ ਅਫਸੋਸ 'ਚ ਸੀ, ਸ਼ੌਕ 'ਚ ਸੀ। ਉਹਨਾਂ ਨੇ ਸੋਚਿਆ ਵੀ ਅਸੀਂ ਕੋਈ ਨਾ ਕੋਈ ਇਸ ਦਾ ਤੋੜ ਕੱਢੀਏ। ਪਹਿਲਾਂ ਤਾਂ ਉਹਨਾਂ ਨੇ 15 ਅਗਸਤ ਨੂੰ ਇੰਡੀਆ ਡੇ ਪੈਰੇਡ ਡਿਸਰਪਟ ਕਰ ਦਿੱਤੀ, ਉਹਨਾਂ ਦੇ ਫਲੋਟ ਵਗੈਰਾ ਉਡਾ ਦਿੱਤੇ, ਬੜਾ ਵੱਡਾ ਪੁਲਿਸ ਐਕਸ਼ਨ ਬਣਿਆ, ਹੈਲੀਕਾਪਟਰ ਅਸਮਾਨ ਤੇ ਆ ਗਏ। ਲੇਕਿਨ ਉਸ 'ਚੋਂ ਇਹ ਰਿਜ਼ੋਲਵ ਵੀ ਨਿਕਲਿਆ ਕਿ ਇਹ ਭਾਰਤ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਔਰ ਅਸੀਂ ਆਪਣੀ ਸਿੱਖ ਡੇ ਪੈਰੇਡ ਕੱਢਾਂਗੇ। ਲਗਭਗ 2 ਸਾਲ ਨੈਗੋਸ਼ੀਏਸ਼ਨ ਕਰਦੇ ਆ, ਪਰਮਿਸ਼ਨ ਲੈਂਦਿਆਂ ਲੱਗ ਗਏ ਔਰ ਅੱਜ ਜਦੋਂ ਅਸੀਂ 37ਵੀਂ ਇਸ ਪੈਰੇਡ ਦੀ ਗੱਲ ਕਰ ਰਹੇ ਹਾਂ ਤੇ ਐਕਸਕਲੂਸਿਵ ਖਾਲਿਸਤਾਨ ਡੇ ਪੈਰੇਡ ਹੀ ਬਣ ਗਈ ਹੈ। ਪੱਕੇ ਤੌਰ ਤੇ ਅਪ੍ਰੈਲ ਦੇ ਲਾਸਟ ਵੀਕਐਂਡ ਇਹ ਹੁੰਦੀ ਹੈ ਔਰ ਅੱਜ ਇਹਦੀ ਖਾਸ ਵੀ ਅਹਿਮੀਅਤ ਹੈ ਕਿਉਂਕਿ ਇਸ ਵਾਰ ਇਹ ਸੈਟਰਡੇ 29 ਅਪ੍ਰੈਲ ਨੂੰ ਆਇਆ ਹੈ ਤੇ 29 ਅਪ੍ਰੈਲ ਦਾ ਦਿਨ ਅੱਜ 37ਵੀਂ ਖਾਲਿਸਤਾਨ ਐਲਾਨ ਦਿਵਸ ਦੀ ਵਰ੍ਹੇਗੰਢ ਵੀ ਹੈ। ਸੋ ਇਹ ਪੈਰੇਡ ਅੱਜ ਡਬਲ ਮੈਸੇਜ ਦੇ ਰਹੀ ਹੈ। ਇੱਕ ਪਾਸੇ ਖਾਲਸਾ ਸਾਜਨਾ ਦਿਵਸ ਦੀਆਂ ਅਸੀਂ ਵਧਾਈਆਂ ਸੰਗਤਾਂ ਨੂੰ ਦਿੰਦੇ ਹਾਂ, ਦੂਸਰੇ ਪਾਸੇ ਖਾਲਿਸਤਾਨ ਐਲਾਨ ਦਿਵਸ ਦੀਆਂ ਵੀ। ਔਰ ਜਿਉਂ-ਜਿਉਂ ਇਹ ਪੈਰੇਡ ਅੱਗੇ ਤੁਰੇਗੀ ਆਪਣੇ ਮੁਕਾਮ ਤੇ ਪਹੁੰਚ ਕੇ ਜਿੱਥੇ ਕਿ ਸਟੇਜ ਲੱਗਦੀ ਹੈ ਉਸ ਨੂੰ ਕਵਰ ਕੀਤਾ ਜਾਏਗਾ, ਉਦੋਂ ਸਾਡੀ ਟੀਮ ਨਾਲ ਦੀ ਨਾਲ ਹੋਰ ਵੀ ਕਵਰੇਜ ਦੇਗੀ। ਸੋ ਅਸੀਂ ਜਿੱਥੇ ਸਮੂਹ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੰਦੇ ਹਾਂ। ਟੀਵੀ 84 ਦੇ ਜ਼ਰੀਏ ਸਾਡੇ ਲੱਖਾਂ ਵਿਊਅਰ ਜਿਹੜੇ YouTube ਰਾਹੀਂ, ਸੋਸ਼ਲ ਨੈਟਵਰਕ ਰਾਹੀਂ ਔਰ ਦੂਸਰੇ IP ਬਾਕਸ ਰਾਹੀਂ ਜੁੜੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਔਰ ਉਹ ਦੇਖ ਸਕਦੇ ਨੇ ਕਿ ਨਿਊਯਾਰਕ ਦੇ ਵਿੱਚ ਇਹ ਮੀਂਹ ਦਾ ਨਜ਼ਾਰਾ ਜਿਹੜਾ ਮੀਂਹ ਝੱਖੜ ਝਾਗੀ ਮੀਂਹ ਵਸੈ ਪੀ ਗੁਰ ਦੇਖਣ ਜਾਹੀਂ। ਇਹ ਬਾਰ-ਬਾਰ ਸਾਨੂੰ ਗੁਰਬਾਣੀ 'ਚ ਗੁਰੂ ਨੇ ਸਮਝਾਇਆ ਕਿ ਜਿਹੜੇ ਮੌਸਮ ਦੀਆਂ ਰੁਕਾਵਟਾਂ ਨੇ, ਜ਼ਿੰਦਗੀ 'ਚ ਆਉਣ ਵਾਲੀਆਂ ਮੁਸ਼ਕਲਾਂ ਨੇ, ਉਹ ਤੁਹਾਡੇ ਤੇ ਤੁਹਾਡੇ ਪਿਆਰੇ ਦੇ ਵਿੱਚ, ਤੁਹਾਡੇ ਪ੍ਰੀਤਮ ਦੇ ਵਿੱਚ, ਤੁਹਾਡੇ ਰੱਬ ਦੇ ਵਿੱਚ, ਤੁਹਾਡੇ ਅੱਲਾਹ ਤਾਲਾ ਦੇ ਵਿੱਚ ਕੋਈ ਵਿਥ ਦਾ ਕਾਰਨ ਨਹੀਂ ਬਣਨੀਆਂ ਚਾਹੀਦੀਆਂ। ਸੋ ਜਿੰਨੀਆਂ ਮੁਸ਼ਕਲਾਂ ਹੋਣ ਉਹਨਾਂ 'ਚੋਂ ਵੀ ਅਸੀਂ ਗੁਜ਼ਰਨਾ ਔਰ ਮੋਰ ਮਜ਼ਬੂਤੀ ਨਾਲ ਗੁਜ਼ਰਨਾ। ਔਰ ਖਾਲਸੇ ਦਾ ਆਪਣਾ 3 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਮੁਗਰਿਆ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਧਾੜਵੀ ਹੋਣ, ਬ੍ਰਿਟਿਸ਼ ਕਲੋਨੀਅਲਸ ਹੋਣ ਜਾਂ ਹਿੰਦੂ ਤਵੀ ਹੋਣ ਜਿਨ੍ਹਾਂ ਨੇ ਪਿਛਲੇ 75 ਸਾਲਾਂ ਤੋਂ ਸਿੱਖ ਕੌਮ ਦੇ ਉੱਤੇ ਸ਼ਾਸਤਰ ਤੇ ਸ਼ਸਤਰ ਦੋਨੋਂ ਕਿਸਮ ਦੇ ਹਥਿਆਰ ਜਿਹੜੇ ਨੇ ਉਹ ਇਸਤੇਮਾਲ ਕੀਤੇ ਨੇ। ਪੰਜਾਬ 'ਚ ਜੋ ਵਰਤਾਰਾ 18 ਮਾਰਚ ਤੋਂ ਬਾਅਦ ਦੇਖਣ 'ਚ ਆਇਆ, ਭਾਈ ਅੰਮ੍ਰਿਤਪਾਲ ਸਿੰਘ ਦਾ ਕਸੂਰ ਇੰਨਾ ਸੀ ਕਿ ਉਹ ਗੁਰੂ ਕਾ ਖਾਲਸਾ ਜਿਹੜਾ 5 ਕਕਾਰੀ ਰੂਪ ਹੈ ਉਸ ਵੱਲ ਉਸ ਨੌਜਵਾਨੀ ਨੂੰ ਮੁੜਨ ਲਈ ਪ੍ਰੇਰ ਰਿਹਾ ਸੀ ਜਿਹਨੂੰ ਭਾਰਤੀ ਏਜੰਸੀਆਂ ਨੇ ਡਰੱਗ ਵਾਰਵੇਅਰ ਦੇ ਥੱਲੇ ਡਰੱਗਸ ਦੇ ਵਿੱਚ ਗਲਤਾਨ ਕੀਤਾ ਹੋਇਆ। ਔਰ ਅੱਜ ਸਾਡੇ 9-10 ਸਿੰਘ ਜਿਹੜੇ ਨੇ ਉਹ ਪੰਜਾਬ ਤੋਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਅਸਾਮ ਜਿਹੜਾ ਨਵਾਂ ਕਾਲਾ ਪਾਣੀ ਲੱਭਿਆ ਹੈ ਉਹਨਾਂ ਜੇਲ੍ਹਾਂ 'ਚ ਨੇ। ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਹਾਂ। ਪੰਜਾਬ ਦੇ ਅੰਦਰ ਅਸੀਂ ਹੋਪ ਕਰਦੇ ਹਾਂ ਕਿ ਬਹੁਤ ਜਲਦੀ ਜਿਹੜਾ ਇੱਕ ਖਾਲਸਾ ਵਹੀਰ ਜਿੱਥੇ ਦੁਬਾਰਾ 4 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਉੱਥੇ ਆਉਣ ਵਾਲੇ ਪੀਰੀਅਡ ਜਿਹੜੀ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਹੈ ਅੱਜ ਅਸੀਂ ਡੂ ਔਰ ਡਾਈ ਇਸ ਸਿਚੁਏਸ਼ਨ 'ਚ ਆ ਕੇ ਖੜੇ ਹਾਂ। ਕੋਈ ਵੀ ਤਾਕਤ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਣ ਤੋਂ ਨਹੀਂ ਰੋਕ ਸਕਦੀ। ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਵੀ ਜਿਹੜਾ ਮੁਹੱਬਤ ਦਾ ਇਜ਼ਹਾਰ ਕਰਦੇ ਹਾਂ, ਯਕਜ਼ਦੀ ਦਾ ਇਜ਼ਹਾਰ ਕਰਦੇ ਹਾਂ। ਅਸੀਂ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਦੇ ਆਜ਼ਾਦੀ ਯੋਧਿਆਂ ਦਾ ਵੀ ਜਿਹੜਾ ਸਮਰਥਨ ਕਰਦੇ ਹਾਂ ਔਰ ਭਾਰਤ ਦੇ ਨਕਸ਼ੇ 'ਚ ਕੈਦ ਉਹ ਦਲਿਤ ਹੋਣ, ਉਹ ਪਛੜੀਆਂ ਸ਼੍ਰੇਣੀਆਂ ਹੋਣ, ਸਾਡੇ ਟਰਾਈਬਲ ਵੀਰ ਭੈਣਾਂ ਹੋਣ, ਅਸੀਂ ਸਭ ਦੀ ਹਮਾਇਤ ਕਰਦੇ ਹਾਂ। ਅਲਟੀਮੇਟਲੀ ਦਿੱਲੀ ਸਾਮਰਾਜ ਦਾ ਇਹ ਬ੍ਰਾਹਮਣਵਾਦ ਦਾ ਕਿਲਾ ਧਰਾਸ਼ਾਹੀ ਹੋਏਗਾ। ਉਸ ਧਰਤੀ ਤੇ ਸੱਚ ਹੱਕ ਇਨਸਾਫ ਦਾ ਸੂਰਜ ਚਮਕੇਗਾ ਔਰ ਗੁਰੂ ਕਾ ਖਾਲਸਾ ਅਗੇਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏਗਾ। ਖਾਲਿਸਤਾਨ ਜ਼ਿੰਦਾਬਾਦ। ਥੈਂਕ ਯੂ ਸੋ ਮਚ। ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਭਾਈ ਬੂਟਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਦਾਂ ਦੇ ਚਲੋ ਅਕਾਲ ਪੁਰਖ ਦੇ ਹੱਥ ਹੈ। ਅੱਜ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਦੇਖਦੇ ਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਜਿਹੜੀਆਂ ਸਿੱਖ ਸੰਗਤਾਂ ਟਰਾਈ ਸਟੇਟ ਤੋਂ ਬਾਹਰੋਂ ਦੂਰੋਂ ਨੇੜਿਓਂ ਪਹੁੰਚੀਆਂ, ਜਿੱਥੇ 35ਵਾਂ ਇਹ ਨਗਰ ਕੀਰਤਨ ਖਾਲਸਾ ਡੇ ਪਰੇਡ ਦੇ ਰੂਪ 'ਚ ਅਸੀਂ ਮਨਾ ਰਹੇ ਹਾਂ। ਉੱਥੇ
ਜਿੱਥੇ ਮੈਂ ਖਾਲਸਾ ਜਨਮ ਪ੍ਰਗਟ ਦਿਹਾੜੇ ਦੀਆਂ ਵਧਾਈਆਂ ਦੇਣੀਆਂ ਚਾਹੁੰਦਾ। ਉੱਥੇ ਅੱਜ 29 ਅਪ੍ਰੈਲ 1986 ਨੂੰ ਜਿੱਥੇ ਖਾਲਿਸਤਾਨ ਐਲਾਨਨਾਮਾ ਹੋਇਆ ਸੀ, ਮੈਂ ਉਹਦੀਆਂ ਵੀ ਪੂਰੀ ਸਾਧ ਸੰਗਤ ਨੂੰ ਵਧਾਈਆਂ ਦਿੰਦਾ। ਸੋ ਇਸੇ ਤਰ੍ਹਾਂ ਜੂਨ ਦੇ ਵਿੱਚ ਖਾਲਸਾ ਡੇ ਆ ਰਿਹਾ, ਜੂਨ ਦਾ ਪਹਿਲਾ ਹਫਤਾ ਜਿਹੜਾ। ਸੋ ਮੇਰਾ ਖਿਆਲ ਹੈ ਵੀ ਸਾਨੂੰ ਅੰਡਰਸਟੈਂਡਿੰਗ ਹੈ ਕਿ ਇਹ ਨਗਰ ਕੀਰਤਨ ਦੀ ਕਿਵੇਂ ਸ਼ੁਰੂਆਤ ਹੋਈ ਸੀ। ਇਹ ਜਿਹੜਾ ਅੱਜ ਦਾ ਨਗਰ ਕੀਰਤਨ ਹੈ, ਇਹ 1984 ਦੇ ਜੂਨ ਦੇ ਅਟੈਕ ਦੇ ਵਿੱਚੋਂ ਨਿਕਲਿਆ ਹੋਇਆ ਨਗਰ ਕੀਰਤਨ ਹੈ, ਜਿਹੜਾ ਕਿ ਇਸੇ ਤਰ੍ਹਾਂ ਸਥਿਰ ਰਿਹਾ ਉਸ ਸੋਚ ਨੂੰ ਰੱਖ ਕੇ। ਮੈਂ ਇੱਥੋਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਦੇਖੋ, ਇਹ ਜਿਸ ਧਰਤੀ ਤੇ ਅਸੀਂ ਖੜੇ ਆ, ਇੱਥੇ ਖਾਸ ਕਰਕੇ ਨੇਸ਼ਨਾਂ ਵਾਲੇ ਹੀ ਆਪਣੀਆਂ ਪਰੇਡਾਂ ਕੱਢਦੇ ਨੇ। ਅਮਰੀਕਾ ਨੇ ਸਾਨੂੰ ਉਸ ਟਾਈਮ ਇੱਕ ਨੇਸ਼ਨ ਮੰਨਿਆ ਤੇ ਅੱਜ ਅਸੀਂ ਨੇਸ਼ਨ ਦੇ ਰੂਪ ਦੇ ਵਿੱਚ ਹੀ ਆਪਣੀਆਂ ਜਿਹੜੀਆਂ ਪਰੇਡਾਂ ਕਰ ਰਹੇ ਆ। ਸਾਨੂੰ ਆਪਣੇ ਨੇਸ਼ਨ ਦੇ ਲਈ ਤੁਰਨਾ ਚਾਹੀਦਾ, ਨੇਸ਼ਨ ਦੇ ਲਈ ਕੰਮ ਕਰਨਾ ਚਾਹੀਦਾ, ਜੇ ਦੁਨੀਆ ਦੇ ਵਿੱਚ ਅਸੀਂ ਆਪਣੀ ਵੱਡੀ ਪਹਿਚਾਣ ਨੂੰ ਖੜੇ ਕਰਨਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਿੱਤੀ ਆ, ਤੇ ਜੇ ਖਾਲਸਾ ਪ੍ਰਗਟ ਕੀਤਾ ਤੇ ਖਾਲਸੇ ਨੂੰ ਬਾਦਸ਼ਾਹ ਬਣਾਇਆ। ਸੋ ਆਪਾਂ ਸਾਰੇ ਜਿਹੜੇ ਹੈਗੇ ਆ, ਆਪਾਂ ਇਸ ਪਾਸੇ ਨੂੰ ਵਧੀਏ। ਮੈਂ TV 84 ਨੂੰ ਦਾ ਵੀ ਬਹੁਤ ਧੰਨਵਾਦੀ ਆ। ਸਾਰੀ ਸਮੂਹ ਸਾਰ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ। ਆਓ ਆਪਾਂ ਆਪਣਾ ਜਿਹੜਾ ਡੈਸਟੀਨੇਸ਼ਨ ਖਾਲਿਸਤਾਨ ਹੈ ਉਹਦੇ ਵੱਲ ਵਧੀਏ, ਤਾਂ ਕਿ ਸਾਊਥ ਏਸ਼ੀਆ ਵਿੱਚ ਪੀਸ ਹੋ ਸਕੇ, ਤਾਂ ਕਿ ਅਸੀਂ ਦੁਨੀਆ ਵਿੱਚ ਪਛਾਣੇ ਜਾਈਏ। ਮੈਂ ਸਾਰੇ ਪੰਜਾਬੀਆਂ ਨੂੰ ਸੁਨੇਹਾ ਦੇਣਾ ਚਾਹੁੰਦਾ, ਜਿਹੜਾ ਪੰਜਾਬ ਹੈ, ਪੰਜਾਬ ਦੀ ਤਸਵੀਰ ਜਿਹੜੀ ਆ ਉਹ ਜਮਨਾ ਪਾਰ ਨਾਲ ਨਹੀਂ ਮਿਲਦੀ। ਅਸੀਂ ਜਿੰਨੇ ਵੀ ਪੰਜਾਬੀ ਆ, ਚਾਹੇ ਉਹ ਹਿੰਦੂ ਵੀਰ ਨੇ, ਚਾਹੇ ਉਹ ਰੰਗਰੇਟੇ ਨੇ, ਸਾਨੂੰ ਮਿਲ ਕੇ ਪੰਜਾਬ ਦੇ ਲੜਾਈ ਕਰਨੀ ਚਾਹੀਦੀ ਆ, ਕਿਉਂਕਿ ਪੰਜਾਬ ਨੂੰ ਸੈਂਟਰ ਨੇ ਕਦੇ ਵੀ ਉੱਠਣ ਨਹੀਂ ਦੇਣਾ। ਜੇ ਅਸੀਂ ਸਾਰੇ ਪੰਜਾਬੀ ਇਕੱਠੇ ਹੋਵਾਂਗੇ ਤਾਂ ਕਿ ਖਾਲਸਾ ਰਾਜ ਜਿਹੜਾ ਸੀਗਾ ਸਾਡਾ, ਉਹਦੇ ਰੂਪ ਦੇ ਵਿੱਚ ਅਸੀਂ ਆਪਣਾ ਨੇਸ਼ਨ ਤਿਆਰ ਕਰੀਏ ਤੇ ਦੁਨੀਆ ਵਿੱਚ ਪਛਾਣੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ, ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਅਕਾਲ ਪੁਰਖ की फौज, प्रगटे हो खालसा परमात्म की मौज। जब लग खालसा रहे न्यारा, तब लग तेज दिऊं मैं सारा। धन धन श्री गुरु गोबिंद सिंह पातशाह ने जिहड़ा एक संकल्प कीता सी, जिनकी जात वर्ण कुल माही, सरदारी ना भई कदाही, इन्हीं को सरदार बनाऊं, तब गोबिंद सिंह नाम कहाऊं। गुरु गोबिंद सिंह ने जो खालसा पंथ साजिया, ਅੱਜ ਸਾਰੇ ਸੰਸਾਰ ਦੇ ਵਿੱਚ ਉਹਦੀਆਂ ਧੁੰਮਾਂ ਹਨ। ਮੈਨਹਟਨ ਦੇ ਸ਼ਹਿਰ ਵਿੱਚ, ਅਮਰੀਕਾ ਦੇ USA ਦੇ ਸ਼ਹਿਰ ਮੈਨਹਟਨ ਵਿੱਚ ਅੱਜ ਬਹੁਤ ਭਾਰੀ ਰੌਣਕਾਂ ਨੇ। ਖਾਲਸਾ ਡੇ ਪਰੇਡ ਕੱਢੀ ਜਾ ਰਹੀ ਹੈ। ਭਾਵੇਂ ਅੱਜ ਮੌਸਮ ਬਹੁਤਾ ਵਧੀਆ ਨਹੀਂ, ਪਰ ਸੰਗਤ ਦੇ ਉਤਸ਼ਾਹ ਵਿੱਚ ਕੋਈ ਕਸਰ ਨਹੀਂ ਪਈ। ਸੰਗਤ ਉਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਤੇ ਗੁਰੂ ਦਾ ਸ਼ੁਕਰਾਨਾ ਕਰ ਰਹੀ ਹੈ, ਜਿਸ ਗੁਰੂ ਨੇ ਸਾਨੂੰ ਸਰਦਾਰੀਆਂ ਦਿੱਤੀਆਂ, ਅਣਖ ਤੇ ਗੈਰਤ ਦਾ ਜੀਣਾ ਦਿੱਤਾ ਹੈ। ਅੱਜ ਉਹਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਇਹ ਜਿਹੜੇ ਆਪਾਂ ਵੱਡੇ ਨਗਰ ਕੀਰਤਨ ਸਿੱਖ ਦੇ ਪਰੇਡ ਕੱਢਦੇ ਹਾਂ, ਇਹ ਦੂਜੀਆਂ ਕੌਮਾਂ ਵਾਸਤੇ ਜਿਨ੍ਹਾਂ ਦੇ ਵਿੱਚ ਆਪਾਂ ਰਹਿਣਾ, ਜਿਹੜੇ ਸਕੂਲਾਂ ਵਿੱਚ ਸਾਡੇ ਬੱਚੇ ਪੜ੍ਹਦੇ ਨੇ, ਜਿਹੜੇ ਬੱਚੇ ਸਾਡੇ ਉਹਨਾਂ ਦੇ ਵਿੱਚ ਵਿਚਰਦੇ ਨੇ, ਉਹਨਾਂ ਨੂੰ ਸਮਝਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਹੈ। ਜਦੋਂ ਉਹ ਵੇਖਣਗੇ, ਪੁੱਛਣਗੇ ਕਿ ਖਾਲਸਾ ਡੇ ਪਰੇਡ ਕੀ ਹੈ। ਇੱਕ ਸਿੱਖਾਂ ਨੂੰ ਹੋਰ ਮਾਣ ਵਾਲੀ ਗੱਲ ਹੈ ਕਿ ਨਿਊਯਾਰਕ ਸਟੇਟ, ਬਲਕਿ ਅਮਰੀਕਾ ਦੇ ਸਾਰੀਆਂ ਸਟੇਟਾਂ ਨੇ ਖਾਲਸਾ ਡੇ ਦਿਨ ਮਨਾਉਣ ਵਾਸਤੇ ਛੁੱਟੀ ਐਲਾਨ ਕੀਤੀ ਹੈ। ਇਹ ਵੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਮੈਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਦੀਆਂ ਸਾਰੀਆਂ ਸੰਗਤਾਂ, ਪ੍ਰਬੰਧਕ ਕਮੇਟੀ, ਸਾਰੇ ਸਟਾਫ ਵੱਲੋਂ ਅੱਜ ਸਮੁੱਚੇ ਜਗਤ ਨੂੰ ਸਿੱਖ ਡੇ ਪਰੇਡ ਦੀ, ਖਾਲਸਾ ਸਾਜਣਾ ਦਿਵਸ ਦੀ ਬਹੁਤ ਵਧਾਈ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਮੌਸਮ ਖਰਾਬ ਹੋਣ ਦੇ ਬਾਵਜੂਦ ਹੀ ਜਿਹੜੀ ਸਿੱਖ ਸੰਗਤਾਂ ਦਾ ਨਰਪੂਰ ਆਏ, ਉਹ ਹੜ੍ਹ ਆਇਆ ਹੋਇਆ ਹੈ। ਸੋ ਮੇਰੇ ਨਾਲ ਸਿੰਘ ਸਾਹਿਬ ਮੌਜੂਦ ਨੇ, ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਮੈਨਹਟਨ ਵਿਖੇ 35ਵੀਂ ਸਿੱਖ ਡੇ ਪਰੇਡ ਕੋਵਿਡ ਤੋਂ ਬਾਅਦ ਮੈਂ ਸਮਝਦਾ ਵੀ ਸਜਾਈ ਜਾ ਰਹੀ ਹੈ, ਜਿਹਦੇ ਵਿੱਚ ਬਾਰਿਸ਼ ਦੇ ਬਾਵਜੂਦ ਵੀ ਤੁਸੀਂ ਦੇਖੋ ਵੀ ਬਹੁਤ ਦੂਰ ਤੋਂ ਸੰਗਤਾਂ ਜਿਹੜੀਆਂ ਨੇ ਅਦਰ ਸਟੇਟਸ ਤੋਂ ਵੀ ਆਈਆਂ ਨੇ ਬੱਸਾਂ ਦੇ ਵਿੱਚ, ਤੇ ਸੰਗਤਾਂ ਦੇ ਵਿੱਚ ਬਹੁਤ ਭਾਰਾ ਉਤਸ਼ਾਹ ਹੈ। ਜਿੱਥੇ ਸੰਗਤਾਂ ਦੇ ਵਿੱਚ ਬਹੁਤ ਭਾਰਾ ਉਤਸ਼ਾਹ ਹੈ, ਉੱਥੇ ਸੰਗਤਾਂ ਦੇ ਮਨਾਂ ਦੇ ਵਿੱਚ ਕਿਤੇ ਭਾਰਤੀ ਹਕੂਮਤ ਦੇ ਵੱਲੋਂ ਜੋ ਸਿੱਖ ਕੌਮ ਦੇ ਉੱਤੇ ਕੀਤੇ ਜਾ ਰਹੇ ਜ਼ੁਲਮ ਤੇ ਤਸ਼ੱਦਦ ਨੇ, ਉਹਨਾਂ ਨੂੰ ਲੈ ਕੇ ਰੋਸ ਵੀ ਹੈ। ਇਸ ਪਰੇਡ ਦਾ ਅੱਜ ਮੁੱਖ ਮਕਸਦ ਇੱਥੇ ਜੋ ਪੰਜਾਬ ਦੇ ਵਿੱਚ ਨੌਜਵਾਨੀ ਦੇ ਉੱਤੇ ਇੱਕ ਵਾਰੀ ਫੇਰ ਪੰਜਾਬ ਸਰਕਾਰ ਨੇ ਤਸ਼ੱਦਦ ਕਰਨੇ ਸ਼ੁਰੂ ਕੀਤੇ ਨੇ। ਨੌਜਵਾਨਾਂ ਦੀ ਫੜੋ-ਫੜੀ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ, ਤੇ ਜਿਹੜੇ ਸਾਡੇ ਪਹਿਲਾਂ ਵੀ ਬੰਦੀ ਸਿੰਘ ਰਿਹਾ ਹੋਣ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਲੇਕਿਨ ਉਹ ਰਿਹਾ ਨਹੀਂ ਕੀਤੇ ਜਾ ਰਹੇ। ਇਹ ਪਰੇਡ ਉਹਨਾਂ ਨੂੰ ਸਮਰਪਿਤ ਆ। ਤੇ ਉਹਦੇ ਨਾਲ ਖਾਲਸਾ ਸਾਜਨਾ ਦਿਵਸ
ਜੋ ਅਸੀਂ ਇਸ ਪਰੇਡ ਦੇ ਦੁਆਰਾ ਮਨਾ ਰਹੇ ਹਾਂ ਅੱਜ। ਤੇ ਤੁਸੀਂ ਦੇਖੋ ਵੀ ਸਿੱਖ ਕੌਮ ਦੇ ਵਿੱਚ ਕਿੰਨਾ ਭਾਰਾ ਉਤਸ਼ਾਹ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਿੱਖ ਕੌਮ ਆਪਣੇ ਮਕਸਦ ਦੇ ਵਿੱਚ, ਆਪਣੇ ਜਿਹੜੇ ਟੀਚੇ ਨੇ ਉਹਨਾਂ ਦੇ ਵਿੱਚ ਕਾਮਯਾਬ ਹੋਵੇ। ਤੇ ਇਸੇ ਤਰ੍ਹਾਂ ਹੀ ਇੱਕ ਝੰਡੇ ਦੇ ਥੱਲੇ ਖੜੇ ਹੋ ਕੇ, ਇੱਕ ਸਿਧਾਂਤ ਦੇ ਨਾਲ ਜੁੜ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲੈ ਬੁਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਭਾ ਵਿਛਾਏ। ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਸਮਾਜ ਦੇ ਵਿੱਚ, ਕੌਮ ਦੇ ਵਿੱਚ ਇੱਕ ਸੁਨੇਹਾ ਦਿੰਦੇ ਨੇ ਕਿ ਅੱਜ ਸਾਡੀ ਜ਼ਰੂਰਤ ਹੈ ਸਾਨੂੰ ਇੱਕ ਝੰਡੇ ਦੇ ਥੱਲੇ, ਇੱਕ ਸਿਧਾਂਤ ਦੇ ਥੱਲੇ ਖੜੇ ਹੋ ਕੇ ਜਦੋਂ ਅਸੀਂ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਕਰਾਂਗੇ ਤੇ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂ ਨੇ, ਜਿਹੜੀਆਂ ਸਾਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਹੈ ਉਹ ਅਸੀਂ ਦੇ ਸਕਦੇ ਹਾਂ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਥੈਂਕ ਯੂ। ਇਹ ਖਾਲਸਾ ਸਾਜਨਾ ਦਿਵਸ ਦੇ ਸਬੰਧ ਦੇ ਵਿੱਚ 35ਵੀਂ ਸਿੱਖ ਡੇ ਪਰੇਡ ਜੋ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਅਤੇ ਨਿਊਯਾਰਕ ਦੀਆਂ ਸਮੂਹ ਸੰਗਤਾਂ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮਿਲ ਕਰਕੇ ਜੋ ਕਰਾਈ ਜਾ ਰਹੀ ਹੈ। ਇਸ ਪਰੇਡ ਨਗਰ ਕੀਰਤਨ ਦੀਆਂ ਜੋ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਇਸ ਨਗਰ ਕੀਰਤਨ ਦੀ, ਇਸ ਸਿੱਖੜੇ ਪਰੇਡ ਦੀ ਰੌਣਕ ਵਧਾਉਣ ਵਾਸਤੇ ਜਿਹੜੇ ਬੱਚੇ, ਬਜ਼ੁਰਗ, ਬੀਬੀਆਂ ਵੀ ਇਸ ਜਿਹੜੀ ਸਿੱਖੜੇ ਪਰੇਡ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਸੋ ਮੇਰੇ ਨਾਲ ਇੱਕ ਖਾਲਸੇ ਬਾਣੇ ਦੇ ਵਿੱਚ ਬੱਚਾ ਜਿਹੜਾ ਮੌਜੂਦ ਹੈ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਇਸ ਸਿੰਘ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਇੱਥੇ ਲੋਕੀ ਇਕੱਤਰ ਹੋਏ ਨੇ, ਸਾਰੇ ਬਸ ਸਿੱਖੀ ਦਾ ਪ੍ਰਚਾਰ ਕਰਨ, ਇੱਧਰ ਬਾਹਰ ਦੇ ਲੋਕਾਂ ਨੂੰ ਦੱਸਣ ਕਿ ਸਿੱਖੀ 'ਚ ਕੀ ਹੁੰਦਾ। ਕਿਉਂਕਿ ਕਈ ਲੋਕੀ ਹੁਣ ਜਿਵੇਂ ਕਈ ਬੱਚੇ ਸਕੂਲ 'ਚ ਹੁੰਦੇ ਨੇ ਤੇ ਕਈ ਸਾਨੂੰ ਮੁਸਲਮਾਨ ਸਮਝ ਲੈਂਦੇ ਨੇ, ਤੇ ਪਰ ਐਕਸਪਲੇਨ ਕਰਨਾ ਚਾਹੀਦਾ। ਸਕੂਲਾਂ ਵਿੱਚ ਵੀ ਉਹਨਾਂ ਨੂੰ ਸਿਖਾਉਣਾ ਚਾਹੀਦਾ ਲਾਈਕ ਰਿਲੀਜਨ ਦੇ ਬਾਰੇ 'ਚ ਸਿੱਖੀ ਬਿਲਕੁਲ ਕੀ ਹੈ। ਠੀਕ ਹੈ, ਥੈਂਕ ਯੂ ਸੋ ਮਚ। ਬੜਾ ਹੀ ਵਧੀਆ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਕਹਿੰਦੇ ਆਪਣੇ ਛੋਟੇ ਛੋਟੇ ਜਿਹੜੇ ਸਿੱਖ ਜਿਹੜੇ ਬੱਚਿਆਂ ਨੂੰ, ਉਹਨਾਂ ਨੂੰ ਆਪਣੀ ਸਿੱਖੀ ਬਾਰੇ ਜਿਹੜਾ ਜੋੜਨਾ ਚਾਹੀਦਾ, ਸਿਖਾਉਣਾ ਚਾਹੀਦਾ ਕਿ ਅਸੀਂ ਕੌਣ ਆ ਔਰ ਕਿੱਦਾਂ ਸਾਡਾ ਜਿਹੜਾ ਜਨਮ ਹੋਇਆ। ਥੈਂਕ ਯੂ। Why I'm here as a Sikh, first of all, Vaheguru Ji Ka Khalsa, Vaheguru Ji Ki Fateh. I'm here to support the Sanghat as a Sikh, and we all come together and show people that we are one and we are united. Yeah. And despite us going on in India and everything like that, you know, we're going to honor the gurus, and Yes. we're going to stand strong and stand firm, Yeah. and we're going to live Sikhi, Yeah. regardless to what happens, Yeah. and we know that everything's fine. Thank you so much. You're Thank you. welcome. Welcome. Thank All you. right, thank you.
ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਨਗਰ ਕੀਰਤਨ ਦਾ ਆਗਾਜ਼ ਹੋ ਚੁੱਕਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜਿਹੜੀ ਸਿੱਖ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਇਸ ਭਾਰੇ ਬਾਰਿਸ਼ ਦੇ ਵਿੱਚ ਵੀ ਜਿਹੜੀ ਹੈ ਇਕੱਠ ਕੀਤਾ ਗਿਆ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਔਰ ਫਲੋਟ ਵੀ ਨਾਲ ਨਾਲ ਚੱਲ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਹੇਠ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ? ਅਸੀਂ ਜੀ ਸਿੱਖ ਡੇ ਦੀ ਪਰੇਡ ਦੀਆਂ ਲੱਖ ਲੱਖ ਵਧਾਈਆਂ। ਜੋ 35ਵੀਂ ਸਿੱਖ ਡੇ ਪਰੇਡ ਹੈ ਨਿਊਯਾਰਕ ਵਿੱਚੋਂ ਨਿਕਲਦੀ ਹੈ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਸੰਯੋਗ ਦੇ ਰਿਹਾ ਜੀ, ਸਿੱਖ ਕਲਚਰ ਸੁਸਾਇਟੀ ਦਾ ਜੀ। ਥੈਂਕ ਯੂ ਸੋ ਮਚ। ਸੋ ਜਿਸ ਤਰ੍ਹਾਂ ਕਿ ਇਹ ਜਿਹੜਾ ਫਲੋਟ ਤੁਸੀਂ ਦੇਖ ਰਹੇ ਹੋ, ਜਿਸ ਦੇ ਉੱਪਰ ਲਿਖਿਆ ਖਾਲਿਸਤਾਨ ਜ਼ਿੰਦਾਬਾਦ ਐਂਡ ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ ਫॉर ਪੀਸ ਇਨ ਸਾਊਥ ਏਸ਼ੀਆ। ਸੋ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਫਲੋਟ ਹੈਗਾ, ਸਰਦਾਰ ਸਿਮਰਨਜੀਤ ਮਾਨਜਰਾ ਦਾ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। हाँ जी, वाहिगुरु जी का खालसा, वाहिगुरु जी की फतेह। What do you want to say? Well, my name is Zohran Mamdani. I am representing Astoria and Long Island City in the New York State Assembly, and I wanted to come here today to say Sat Sri Akal to all of my Sikh constituents across the district, across all of New York City, to wish everyone a happy Vaisakhi, and also to say that we stand in solidarity with Punjabis back in India who are suffering under collective punishment from the Indian government of shutting down internet access, and that is something that, as we celebrate our community here, we have to also hold our community to account over there. All right. Thank you so much. Thank you so much. Thank you. ਸੋ ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਨਗਰ ਕੀਰਤਨ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਸੋ ਬਹੁਤ ਵਧੀਆ ਤਸਵੀਰਾਂ ਨੇ। ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਜਿਹੜਾ ਇਹ ਨਗਰ ਕੀਰਤਨ ਹੈ, ਇਹ ਨਿਊਯਾਰਕ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋ ਰਿਹਾ। ਇਹ 37ਵਾਂ ਨਗਰ ਕੀਰਤਨ ਹੈ, ਸਿੱਖ ਡੇ ਪਰੇਡ ਹੈਗੀ ਹੈ। ਸੋ ਸਿੱਖ ਸੰਗਤਾਂ ਜਿਹੜੀਆਂ ਨੇ ਸੇਵਾ ਵੀ ਕਰ ਰਹੀਆਂ ਨੇ ਔਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਇਹ ਨਗਰ ਕੀਰਤਨ ਤੁਸੀਂ ਦੇਖ ਰਹੇ ਹੋ। ਬਹੁਤ ਅੱਛੀਆਂ ਤਸਵੀਰਾਂ ਨੇ। ਬਾਰਿਸ਼ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਿੱਖ ਸੰਗਤਾਂ ਵਿੱਚ ਪੂਰਾ ਪਿਆਰ ਹੈ, ਪੂਰਾ ਉਤਸ਼ਾਹ ਹੈ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਬੜੀ ਖੁਸ਼ੀ ਦੀ ਗੱਲ ਆ ਵੀ ਅੱਜ ਜਿਹੜੇ ਸਾਰੀ ਸਿੱਖ ਸੰਗਤ ਇਕੱਠੀ ਹੋ ਕੇ ਸਿੱਖ ਡੇ ਪਰੇਡ ਜਿਹੜੀ ਆ ਕੱਢ ਰਹੀ ਆ। ਭਾਵੇਂ ਮੌਸਮ ਖਰਾਬ ਆ ਪਰ ਫਿਰ ਵੀ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਆ। ਸੋ ਅਸੀਂ ਸੰਗਤ ਨੂੰ ਵਧਾਈ ਦੇਣੀ ਚਾਹੁੰਦੇ ਇਸ ਗੱਲ ਦੀ। ਤੇ ਟੀਵੀ 84 ਜਿਹੜਾ ਇੰਨੇ ਖਰਾਬ ਮੌਸਮ ਜੀ ਕਵਰ ਕਰਕੇ ਸੰਗਤਾਂ ਨੂੰ ਘਰ ਘਰ ਪਹੁੰਚਾ ਰਿਹਾ, ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਸਾਨੂੰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ ਭਾਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸੇ ਦੇ ਸਾਜਨਾ ਦਿਵਸ ਦੀਆਂ ਸਾਰੀਆਂ ਸਮੁੱਚ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਨਿਊਯਾਰਕ ਸਿਟੀ ਵਰਲਡ ਕੈਪੀਟਲ ਦੇ ਅੰਦਰ ਅੱਜ ਬੜੀ ਉਤਸ਼ਾਹ ਦੇ ਨਾਲ ਵੈਦਰ ਖਰਾਬ ਹੋਣ ਦੇ ਬਾਵਜੂਦ ਵੀ ਬੜੀ ਚੜ੍ਹਦੀ ਕਲਾ ਧੂਮਧਾਮ ਨਾਲ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ। ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਟੀਵੀ 84 ਜੋ ਕੌਮ ਲਈ ਸੇਵਾ ਕਰ ਰਹੀ ਹੈ, ਇਹਨਾਂ ਦਾ ਵੀ ਧੰਨਵਾਦ। ਇਹਨਾਂ ਦੇ ਸਹਿਯੋਗ ਦੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ। ਵਿਸਾਖੀ ਦੇ ਦਿਨ ਤੇ ਨਿਊਯਾਰਕ ਸਿਟੀ ਦੇ ਵਿੱਚ ਵਾਹਿਗੁਰੂ ਜੀ ਨਗਰ ਕੀਰਤਨ ਚੱਲ ਰਿਹਾ ਹੈ। ਵਾਹਿਗੁਰੂ ਜੀਓ ਸੰਗਤਾਂ ਬਹੁਤ ਹੁਮ ਹਮਾ ਕੇ ਇਕੱਠੀਆਂ ਹੋਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਬੋਲਦੇ ਹਾਂ ਬੰਦ ਹੋ ਜਾਂਦੇ ਆ। ਇੱਕੋ ਇੱਕ ਚੈਨਲ ਆ ਟੀਵੀ 84 ਜਿਹਦੇ ਤੇ ਆਪਾਂ ਗੱਲ ਕਰਾਂਗੇ ਖਾਲਸਾ ਰਾਜ ਦੀ। ਇਹ ਜਿਹੜੀ ਪਰੇਡ ਆ 1984 ਦੇ ਵਿੱਚੋਂ ਜਦੋਂ ਸਾਡੇ ਸ਼੍ਰੀ ਅਕਾਲ ਤਖਤ ਸ਼੍ਰੀ ਹਰਿਮੰਦਰ ਸਾਹਿਬ ਹੋਰ 37 ਗੁਰਦੁਆਰਿਆਂ ਤੇ ਤੋਪਾਂ ਟੈਂਕਾਂ ਦੇ ਨਾਲ ਅਟੈਕ ਹੋਇਆ, ਉਸ ਸਮੇਂ ਬਾਹਰਲੇ ਸਿੱਖਾਂ ਨੇ ਹਿਆ ਕੀਤਾ ਬਈ ਅਸੀਂ ਇੰਡੀਆ ਗਵਰਨਮੈਂਟ ਦੀ ਪਰੇਡ ਜਿਹੜੀ 15 ਅਗਸਤ ਨੂੰ ਨਿਕਲਦੀ ਆ ਉਹਦੇ ਵਿੱਚ ਨਹੀਂ ਜਾਵਾਂਗੇ। ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉੱਥੇ ਫੌਜ ਦਾ ਮੂੰਹ ਤੋੜਵਾਂ ਜਵਾਬ ਦਿੱਤਾ, ਉਹਨਾਂ ਦੀ ਯਾਦ ਦੇ ਵਿੱਚ ਆਪਾਂ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਭਾਈ ਸਵੇਕ ਸਿੰਘ, ਭਾਈ ਮਰੀਕ ਸਿੰਘ, ਬਾਬਾ ਠਾਰਾ ਸਿੰਘ, ਭਾਈ ਮਹਿੰਗਾ ਸਿੰਘ ਬੱਬਰ, ਭਾਈ ਫੌਜਾ ਸਿੰਘ ਜਥੇਦਾਰ ਸਿਰਫ ਜਿਨ੍ਹਾਂ ਨੇ ਵਿਸਾਖੀ ਵਾਲੇ ਦਿਨ 1978 ਨੂੰ ਸ਼ਹੀਦੀ ਪਾਈ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਜਦੋਂ ਅਰਦਾਸ ਕੀਤੀ ਬਾਬਾ ਜਰਨੈਲ ਸਿੰਘ ਦੇ ਤੇ ਫੌਜਾ ਸਿੰਘ ਨੇ ਕਿਹਾ ਖਾਲਸਾ ਜੀ ਮੈਂ ਜਾਵਾਂਗਾ, ਕਿਉਂਕਿ ਭਾਈ ਫੌਜਾ ਸਿੰਘ ਨੂੰ ਪਤਾ ਸੀ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਸ਼ਹੀਦੀਆਂ ਆਉਣਗੀਆਂ ਔਰ ਪੰਥ ਦੀ ਗਵਾਹੀ ਜੇ ਕਰਨਗੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਕਰਨਗੇ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ। ਅੱਜ ਆਪਾਂ ਇਹ ਮੀਂਹ ਚ ਆਏ ਆ, ਸਾਰਿਆਂ ਦਾ ਧੰਨਵਾਦ ਆ, ਪਰ ਆਪਾਂ ਉਹਨਾਂ ਦੀ ਯਾਦ ਚ ਆ ਜਿਨ੍ਹਾਂ ਨੇ ਬੰਬ ਟੈਂਕਾਂ ਦੇ ਸਾਹਮਣੇ ਖੜ ਕੇ ਸ਼ਹੀਨੇ ਆਪਦੇ ਚੀਰੇ। ਉਹਨਾਂ ਦੀ ਯਾਦ ਦੇ ਵਿੱਚ ਆਪਾਂ ਨਾਅਰੇ ਵੀ ਲਾਵਾਂਗੇ। ਉਹਨਾਂ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਨ ਤੋਂ ਬਾਰੀ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ ਤਕਦੀਰ ਬਦਲਦੀ ਕੌਮਾਂ ਦੀ। ਇਹ ਜਿਹੜਾ ਟੀਵੀ 84 ਆ ਇਹਦੇ ਸਰੋਤੇ ਦੁਨੀਆ ਭਰ ਦੇ ਵਿੱਚ ਨੇ। ਖਾਲਸਾ ਜੀ ਕੋਈ ਕਿੰਨਾ ਮਰਜੀ ਟੀਵੀ ਟੂਵੀ ਚੱਲਦੇ ਆ ਭੱਜੇ ਫਿਰਦੇ ਆ, ਜਦੋਂ ਅਸੀਂ ਬੋਲਦੇ ਆ ਬੰਦ ਹੋ ਜਾਂਦੇ ਆ। ਖਾਲਸੇ ਦੀ ਆਵਾਜ਼ ਟੀਵੀ 84 ਦੇ ਉੱਤੇ ਆਪਾਂ ਹੁਣ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਨਾਅਰੇ ਲਾਉਣੇ ਨੇ। ਸਾਰਿਆਂ ਨੇ ਜਵਾਬ ਦੇਣਾ ਪੁੱਤ ਕੀ ਰਾਜ ਕਰੇਗਾ ਅਕਾਲ ਤਖਤ ਤੋਂ ਆਈ ਆਵਾਜ਼ ਪੰਦਰਾਂ ਬਾਰਾਂ ਸੰਤ ਸਿਪਾਹੀ 15-12 ਸੰਤ ਸਿਪਾਹੀ ਸਿੰਘਾਂ ਤੁਹਾਡੀ ਸੋਚ ਤੇ ਸ਼ਹੀਦਾਂ ਤੁਹਾਡੀ ਸੋਚ ਤੇ ਜਥੇਦਾਰ ਹਵਾਲਾ ਤੇਰੀ ਸੋਚ ਤੇ ਰਾਜੂ ਵਾਲਿਆ ਤੇਰੀ ਸੋਚ ਤੇ। ਖਾਲਸਾ ਜੀ ਬੰਦੀ ਸਿੰਘਾਂ ਨੂੰ ਪਤਾ ਲੱਗ ਜੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ 30 ਸਾਲਾਂ ਤੇ ਆਪਦੇ ਬੱਚਿਆਂ ਭੈਣਾਂ ਛੱਡ ਕੇ ਜੇਲ੍ਹਾਂ ਵਿੱਚ ਬੈਠੇ ਨੇ, 5 ਨਾਅਰੇ ਖਾਲਿਸਤਾਨ ਦੇ ਨਾਣੇ ਆ। ਸਾਰਿਆਂ ਨੇ ਹੱਥ ਖੜੇ ਕਰਕੇ ਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਬੋਲੇ ਸੋਨਿਆਲੇ ਕਲਗੀ ਧਰਦੇ ਮਨ ਨੂੰ ਭਾਵੇਂ ਖਾਲਸਾ ਗੱਜਾ ਚੱਲਣ ਦੀ ਬੁੱਝੀ ਭੱਜੇ ਬੋਲੇ ਸੋਨਿਆਲੇ ਅਕਾਲ ਬੋਲੇ ਸੋਨਿਆਲੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਵਿਚਾਰਾਂ ਨੇ ਤੁਹਾਡੀਆਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕਸ਼ਮੀਰ ਸਿੰਘ ਜਨਰਲ ਸਕੱਤਰ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਆਪਣੇ ਵੱਲੋਂ ਤੇ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਬੇਗਵਾਲ ਵੱਲੋਂ ਖਾਲਸੇ ਦੇ ਸਿਰਜਣਾ ਦਿਵਸ ਤੇ 35ਵੀਂ ਸਿੱਖ ਡੇ ਪਰੇਡ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਮੂਹ ਸੰਗਤ ਤੋਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਅੱਜ ਦੀ ਇੰਨੇ ਜ਼ੋਰ ਦੀ ਬਾਰਿਸ਼ ਦੇ ਵਿੱਚ ਵੀ ਦੂਰ ਦਰੇਡੇ ਤੋਂ ਮੈਂ ਦੇਖ ਰਿਹਾ ਕਿ ਪੈਨਸਿਲਵੇਨੀਆ, ਨਿਊਯਾਰਕ, ਨਿਊ ਜਰਸੀ, ਕਨੈਕਟੀਕਟ, ਡੈਲਵਰ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਪਹੁੰਚੀਆਂ ਹਨ। ਮੈਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਮੈਰੀਲੈਂਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਅੰਮ੍ਰਿਤਪਾਨ ਕਰਵਾਇਆ ਔਰ ਚੇਲੇ ਦੇ ਰੂਪ ਵਿੱਚ ਆਪ ਛਕਿਆ। ਅੱਜ ਖਾਲਸਾ ਸਿਰਜਣਾ ਦਿਵਸ ਨੂੰ ਮੁੱਖ ਲੈ ਕੇ ਮਨਹਾਟਨ ਦੀ ਇਹ ਧਰਤੀ ਜਿੱਥੇ UN ਬੈਠਾ ਹੈ, ਅੱਜ ਸਿੱਖਾਂ ਵੱਲੋਂ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਸਿੱਖ ਪਰੇਡ ਕੱਢੀ ਜਾ ਰਹੀ ਹੈ। ਮੈਂ ਵਧਾਈ ਪੇਸ਼ ਕਰਦਾ ਹਾਂ ਸੰਗਤ ਨੂੰ ਇਸ ਕਰਕੇ ਕਿ ਅੱਜ ਇੱਕ ਨਵਾਂ ਇਤਿਹਾਸ ਰਚਿਆ ਗਿਆ ਕਿ ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਹਨ। ਫਰੀਦ ਸਾਹਿਬ ਜੀ ਦੇ ਉਹ ਸ਼ਲੋਕ ਮੈਨੂੰ ਯਾਦ ਆ ਗਏ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇਹੋ, ਭਿੱਜੋ ਸੱਜੋ ਕੰਬਲੀ ਅੱਲੇ ਵਰਸੈ ਮੇਹੋ, ਜਾਏ ਮਿਲਾਂ ਤਿਨ ਸੱਜਣਾ ਟੁੱਟੋ ਨਾਹੀ ਨੇਹੋ। ਫਰੀਦ ਸਾਹਿਬ ਕਹਿੰਦੇ ਨੇ ਸੱਜਣ ਨੂੰ ਪਿਆਰੇ ਰੱਬ ਨੂੰ ਮਿਲਣਾ ਹੈ, ਬਾਕੀ ਕਿਸੇ ਚੀਜ਼ ਦੀ ਪਰਵਾਹ ਨਹੀਂ। ਔਰ ਸੰਗਤਾਂ ਨੇ ਵੀ ਇਹੀ ਪ੍ਰਗਟਾਵਾ ਕੀਤਾ ਹੈ, ਭਾਵੇਂ ਕੱਪੜੇ ਗੰਦੇ ਹੋਣ, ਭਿੱਜ ਜਾਣ ਮੀਂਹ ਦੇ ਨਾਲ, ਠੰਡ ਦੇ ਨਾਲ, ਪਰ ਸ਼ਰਧਾ ਦਾ ਪ੍ਰਗਟਾਵਾ ਕਰਨ ਵਾਸਤੇ ਆਪਣੀ ਗੁਰੂ ਦੀ ਗੋਦ ਵਿੱਚ ਇੱਥੇ ਪਹੁੰਚੇ ਹਨ। ਸੋ ਮੈਂ ਜਿੱਥੇ ਸੰਗਤਾਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ, ਉੱਥੇ ਬੇਨਤੀ ਕਰਦਾ ਹਾਂ ਅੰਮ੍ਰਿਤਧਾਰੀ ਹੋਵੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਔਰ ਇੱਥੇ ਦੀ ਜੋ ਪੋਲੀਟੀਕਲ ਸਿਆਸਤ ਹੈ ਉਹਦੇ ਵਿੱਚ ਜ਼ਰੂਰ ਹਿੱਸਾ ਲਓ। ਸਾਡਾ ਨਜ਼ਦੀਕ ਦੇਸ਼ ਕੈਨੇਡਾ, ਜਿਸ ਦੇ ਬੱਚੇ ਬੱਚੀਆਂ ਮੰਤਰੀ ਬਣੇ ਹਨ, MP ਬਣੇ ਹਨ, MP MLA ਬਣੇ ਹਨ, ਇਸ ਤਰ੍ਹਾਂ ਉਹ ਬਹੁਤ ਅੱਗੇ ਵੱਧ ਰਹੇ ਹਨ। ਅਸੀਂ ਲੇਟ ਹਾਂ ਅਮਰੀਕਾ ਵਾਲੇ। ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸਿਆਸਤ ਵਿੱਚ ਪਾਈਏ, ਉਹ ਵੀ ਇੱਥੇ ਪ੍ਰਬੰਧ ਦਾ ਹਿੱਸਾ ਬਣ ਤੇ ਸਾਡੇ ਸਿੱਖਾਂ ਦੇ ਮਸਲੇ ਹੱਲ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਕੀ ਵਿਚਾਰਾਂ ਨੇ ਤੁਹਾਡੀਆਂ ਸਿੱਖ ਡੇ ਪਰੇਡ ਤੇ ਆਏ? ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਦੇਖੋ ਜੀ, ਅੱਜ ਸਾਰੀ ਸਿੱਖ ਕੌਮ ਨੂੰ ਖਾਲਸੇ ਪੰਥ ਦੇ 324 ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਅੱਜ ਤੁਸੀਂ ਵੇਖ ਰਹੇ ਜੇ ਕਿ ਠਾਠਾਂ ਮਾਰ ਰਿਹਾ ਵਾ ਲੋਕਾਂ ਦਾ ਜਿਹੜਾ ਮੁਹਿੰਮ ਆ। ਇਹ ਵੇਖੋ ਬਹੁਤ ਭਾਰੀ ਗਿਣਤੀ ਸਿੱਖ ਜਿਹੜੇ ਨੇ ਵਰਦੇ ਮੀਂਹ 'ਚ ਆਏ ਹੋਏ ਨੇ ਤੇ ਇਹ ਬੇਸਿਕਲੀ ਸੈਲੀਬ੍ਰੇਟ ਕਰ ਰਹੇ ਨੇ ਆਪਣੇ ਜਨਮ ਦਿਨ। ਉਹ ਜਨਮ ਦਿਨ ਜਿਹਦੇ ਕਿ ਖਾਲਸਾ ਜਿਹੜਾ ਸੀ ਸਥਾਪਿਤ ਕੀਤਾ ਗਿਆ, ਜਿਸ ਦੀ ਇੰਨੀ ਤਾਕਤ ਸੀ ਕਿ ਉਸਨੇ ਮੁਗਲ ਅੰਪਾਇਰ ਨੂੰ ਉੱਥੋਂ ਕੱਢ ਦਿੱਤਾ, ਫਿਰ ਬ੍ਰਿਟਿਸ਼ ਰਾਜ ਨੂੰ ਕੱਢ ਦਿੱਤਾ। ਹੁਣ ਜਿਹੜੀ ਆ ਸਿੱਖ ਕੌਮ ਪੰਜਾਬ ਨੂੰ ਆਜ਼ਾਦ ਕਰਨ ਵਿੱਚ ਲੱਗੀ ਹੋਈ ਆ ਵੀ ਜਿੰਨਾ ਕਾਰਨਾਂ ਕਰਕੇ ਭਾਰਤ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਉਸੇ ਕਰਕੇ ਅਸੀਂ ਪੰਜਾਬ ਨੂੰ ਹਿੰਦੁਸਤਾਨ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਕਿ ਉਹ ਜਿਹੜੇ ਬਲੈਕ ਡਰਕੋਨੀਅਨ ਲਾਅ ਸੀ ਜਿਨ੍ਹਾਂ ਦਾ ਕਿ ਭਾਰਤੀ ਵਿਰੋਧ ਕਰਦੇ ਸਨ, ਉਹੀ ਹੁਣ ਸਾਡੇ ਤੇ ਲਾਗੂ ਹੋਏ ਨੇ। ਅਸੀਂ ਸ਼ਾਂਤਮਈ ਤਰੀਕੇ ਨਾਲ, ਲੋਕਤੰਤਰ ਤਰੀਕੇ ਨਾਲ ਆਪਣੀ ਆਜ਼ਾਦੀ ਲੈਣਾ ਚਾਹੁੰਦੇ ਹਾਂ। ਤੇ ਬਹੁਤ ਭੈਣ ਜੀ ਧੰਨਵਾਦ ਤੁਹਾਡਾ, ਤੁਸੀਂ ਬਹੁਤ ਪ੍ਰੋਗਰਾਮ ਕਰਦੇ ਰਹਿੰਦੇ ਜੇ। TV 84 ਦਾ ਡਾਕਟਰ ਮਨਜੀਤ ਸਿੰਘ ਦਾ ਬਹੁਤ ਧੰਨਵਾਦ। ਯੂ ਗਾਈਜ਼ ਆਰ ਡੂਇੰਗ ਅ ਵੰਡਰਫੁਲ ਜੌਬ ਤੇ ਕਰਦੇ ਰਹੋ। ਤੁਹਾਨੂੰ ਵਾਹਿਗੁਰੂ ਹੋਰ ਸ਼ਕਤੀ ਬਖਸ਼ੇ। ਹਾਂਜੀ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ। ਨਾਲ ਜਿਹੜੇ ਸਿੰਘ ਸਾਡੇ ਕੋਲ ਆ ਰਹੇ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਨੇ? ਦਾਸ ਇੰਦਰਜੀਤ ਸਿੰਘ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਤੋਂ ਸਾਰੀ ਸਿੱਖ ਕੌਮ ਨੂੰ 35ਵੀਂ ਸਿੱਖ ਡੇ ਪਰੇਡ ਤੇ ਲੱਖ ਲੱਖ ਵਧਾਈ ਦਿੰਦਾ ਹੈ। ਬਹੁਤ ਹੀ ਖੁਸ਼ੀ ਹੋ ਰਹੀ ਹੈ ਸੰਗਤਾਂ ਦਾ ਆਭਾਰ ਦੇਖ ਕੇ। ਬੇਸ਼ੱਕ ਮੌਸਮ ਬਹੁਤ ਅੱਛਾ ਨਹੀਂ, ਪਰ ਫਿਰ ਵੀ ਸੰਗਤਾਂ ਬਹੁਤ ਹੀ ਹੁਮ ਹਮਾ ਕੇ ਆਈਆਂ ਹਨ ਤੇ ਬੜੀ ਖੁਸ਼ੀ ਹੋ ਰਹੀ ਹੈ ਦੇਖ ਦੇਖ ਕੇ ਸੰਗਤਾਂ ਨੂੰ।
ਸਾਨੂੰ ਆਪਣੇ ਜੀਵਨ ਦੇ ਵਿੱਚ ਜੋ ਨਾਨਕ ਪਾਤਸ਼ਾਹ ਨੇ ਸਾਨੂੰ 3 ਗੁਣ ਬਖਸ਼ੇ ਹਨ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹਨਾਂ 3 ਗੁਣਾਂ ਦੇ ਧਾਰਨੀ ਬਣ ਕੇ ਸਾਨੂੰ ਆਪਣਾ ਜੀਵਨ ਜੀਣਾ ਚਾਹੀਦਾ ਹੈ। ਕੋਈ ਵੀ ਸ਼ਾਰਟਕਟ, ਕੋਈ ਉਹੋ ਜਿਹਾ ਰਸਤਾ ਨਹੀਂ ਅਪਣਾਉਣਾ ਚਾਹੀਦਾ ਜਿਹਦੇ ਨਾਲ ਬਾਅਦ ਦੇ ਵਿੱਚ ਫਿਰ ਸਿੱਖ ਕੌਮ ਦੀ ਬਦਨਾਮੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਡੇ ਪਰੇਡ ਦੇ ਵਿੱਚ ਸ਼ਮੂਲੀਅਤ ਕਰਨ ਲਈ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ। ਸੋ ਬੈਨਰਸ ਦੇ ਨਾਲ ਵੀ ਸਾਡੇ ਨਾਲ ਸਿੰਘ ਜੁੜ ਚੁੱਕੇ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਨੂੰ ਲੱਖ ਲੱਖ ਵਧਾਈਆਂ ਜੀ ਵਿਸਾਖੀ ਦੀਆਂ। ਜਿਸ ਤਰ੍ਹਾਂ ਇੱਥੇ ਮੌਸਮ ਇੰਨਾ ਖਰਾਬ ਸੀਗਾ, ਪਰ ਇੱਥੇ ਸੰਗਤ ਬਹੁਤ ਜ਼ਿਆਦਾ ਆਈ ਹੈ। ਨਾ ਸੰਗਤ ਨੇ ਬੇਪਰਵਾਹ ਹੋ ਕੇ ਆਈ ਹੈ, ਸੰਗਤ ਬੜੇ ਹੀ ਲਹਿਜੇ ਨਾਲ ਰਹੀ ਹੈ, ਬੜੀਆਂ ਰੌਣਕਾਂ ਲੱਗੀਆਂ ਹੈ। ਵਾਹਿਗੁਰੂ ਕਿਰਪਾ ਕਰਨ ਇਸ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरू जी का खालसा, वाहिगुरू जी की फतेह। की कहना चाहोगे? ਅਸੀਂ ਕਹਿ ਰਹੇ ਕਿ ਬਹੁਤ ਅੱਛਾ ਇੰਤਜ਼ਾਮ ਕੀਤਾ ਵਾ ਐਂਡ ਵੀ ਆਰ ਸੋ ਪ੍ਰਾਊਡ ਆਫ ਸਿੱਖ। ਤੇ ਅੱਜ ਅਸੀਂ ਇਸ ਪਰੇਡ 'ਚ ਸ਼ਾਮਲ ਹੋ ਸਕੇ ਹਾਂ ਇਸ ਤਰ੍ਹਾਂ ਦੇ ਵੀ ਵੈਦਰ ਵਿੱਚ। ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਸਾਰਿਆਂ ਦੇ ਲਈ ਕਿ ਇੰਨੇ ਹੋਮ ਆ ਕੇ ਸਾਰੀਆਂ ਸੰਗਤਾਂ ਫਿਰ ਵੀ ਉਹਨਾਂ ਪੂਰਾ ਉਪਰਾਲਾ ਕੀਤਾ ਹੈ ਇੱਥੇ ਆਉਣ ਦਾ। ਸਾਡੇ ਲਈ ਬਹੁਤ ਵੱਡਾ ਮਾਣ ਦੀ ਗੱਲ ਹੈ। ਸੋ ਵੀਅਰਸ ਸਾਇਨਾ ਭਾਈ ਹਿੰਮਤ ਸਿੰਘ ਵੀ ਸ਼ਾਮਿਲ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 35ਵੀਂ ਸਿੱਖ ਡੇ ਪਰੇਡ ਜੋ ਨਿਊਯਾਰਕ ਸਿਟੀ ਦੇ ਵਿੱਚ ਹਰ ਸਾਲ ਈਸਟ ਕੋਸਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕੱਢੀ ਜਾਂਦੀ ਆ। ਸੋ ਅੱਜ ਆਪਾਂ ਸਤਿਗੁਰਾਂ ਦੀ ਜਿਹੜੀ ਪਵਿੱਤਰ ਬਾਣੀ ਦੇ ਵਿੱਚੋਂ ਇੱਕ ਸ਼ਬਦ ਯਾਦ ਆਉਂਦਾ ਆ, ਝੱਖਰ ਝਾਂਗੀ ਮੀਂਹੋਂ ਵਰਸੀ ਭੀ ਗੁਰ ਦੇਖਣ ਜਾਈ। ਸੋ ਅੱਜ ਸਤਿਗੁਰਾਂ ਦੇ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰੇਡ ਦੀ ਅਗਵਾਈ ਕਰ ਰਹੇ ਆ। ਸੋ ਅੱਜ ਗੁਰਾਂ ਦੀ ਤਾਂਘ ਔਰ ਖਾਲਸਾ ਸਾਜਣਾ ਦਿਵਸ ਦੀ ਖੁਸ਼ੀ। ਸੋ ਅੱਜ ਨਿਊਯਾਰਕ ਦੀਆਂ ਜੋ ਗਲੀਆਂ ਦੇ ਵਿੱਚ ਜੋ ਹਰ ਸਾਲ ਸਿੱਖ ਡੇ ਪਰੇਡ ਜੋ 1984 ਦੇ ਵਿੱਚ ਖਾਲਿਸਤਾਨ ਪਰੇਡ ਦੇ ਨਾਂ ਦੇ ਥੱਲੇ ਕੱਢੀ ਗਈ ਆ, ਇਹ 35ਵੀਂ ਪਰੇਡ ਅੱਜ ਜੋ ਕੱਢੀ ਜਾ ਰਹੀ ਹੈ। ਕਿਉਂਕਿ ਉਸ ਵੇਲੇ ਭਾਰਤੀ ਹਕੂਮਤ ਨੇ ਵਿਉਂਤਬੰਦ ਤਰੀਕੇ ਦੇ ਨਾਲ 35 ਤੋਂ ਵੱਧ ਗੁਰਧਾਮਾਂ ਤੇ ਅਟੈਕ ਕੀਤਾ, ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਕੀਤਾ। ਉਸ ਵਿਰੋਧ ਵਿੱਚ ਖਾਲਿਸਤਾਨ ਦੀ ਲੜਾਈ ਨੂੰ ਹੋਰ ਜਿਹੜਾ ਮਜ਼ਬੂਤ ਤਰੀਕੇ ਦੇ ਨਾਲ ਲੜਦਿਆਂ ਹੋਇਆਂ ਇਹ ਪਰੇਡ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ। ਅੱਜ 35ਵੀਂ ਸਿੱਖ ਡੇ ਪਰੇਡ ਕੱਢੀ ਜਾ ਰਹੀ ਆ। ਸੋ ਬਾਰਿਸ਼ ਵੀ ਬਹੁਤ ਜ਼ੋਰ ਦੇ ਨਾਲ ਜਿਹੜਾ ਤੂਫਾਨ ਚੱਲ ਰਿਹਾ, ਪਰ ਸੰਗਤਾਂ ਦੇ ਵਿੱਚ ਉਤਸ਼ਾਹ ਔਰ ਪਿਆਰ ਗੁਰੂ ਪ੍ਰਤੀ ਮੈਂ ਸਮਝਦਾ ਜਿੱਤੇ ਇਹ ਗੁਰੂ ਦੇ ਨਾਲ ਸਾਨੂੰ ਜੋ ਗੁੜਤੀ ਸਤਿਗੁਰਾਂ ਨੇ ਜਿਹੜੀ ਕੌਮ ਨੂੰ ਗੁਰੂਆਂ ਨੇ ਦਿੱਤੀ ਆ, ਸੋ ਉਹ ਪਿਆਰ ਔਰ ਨਾਲ ਦੀ ਨਾਲ ਇੱਕ ਦ੍ਰਿੜਤਾ ਜਿਹੜੀ ਆਪਣੀ ਕੌਮੀ ਘਰ ਖਾਲਿਸਤਾਨ ਵਾਸਤੇ ਉਹ ਅੱਜ ਇਸ ਪਰੇਡ ਦੇ ਵਿੱਚ ਦਿਖ ਰਹੀ ਆ। ਬਾਰਿਸ਼ ਵੀ ਪੂਰੀ ਜਾਹੋ ਜਲਾਲ ਦੇ ਨਾਲ ਜ਼ੋਰ ਦੇ ਨਾਲ 1 ਮਿੰਟ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ, ਪਰ ਖਾਲਸੇ ਵਿੱਚ ਪੰਥ ਵਿੱਚ ਵੀ ਉਤਸ਼ਾਹ ਪੂਰਾ ਬਰਾਬਰ ਆ। ਸੋ ਅਸੀਂ ਧੰਨਵਾਦ ਕਰਦੇ ਹਾਂ TV 84 ਸਾਡਾ ਕੌਮੀ ਚੈਨਲ, ਪੰਥ ਦਾ ਚੈਨਲ। ਸੋ ਪੂਰੀ ਮੁਸਤੈਦੀ ਦੇ ਨਾਲ ਜਿਹੜੀ ਆ ਪਰੇਡ ਨੂੰ ਕਵਰ ਅਪ ਕਰ ਰਿਹਾ ਆ, ਕਿਉਂਕਿ ਇਸ ਗੱਲ ਦਾ ਵੀ ਪਤਾ ਹੈ ਕਿਉਂਕਿ ਜਿਵੇਂ ਬਾਰਿਸ਼ ਦੇ ਵਿੱਚ ਜਿਹੜੇ ਐਕਸਪੈਂਸਿਵ ਜਿਹੜੇ ਆਪਣੇ ਕੈਮਰੇ ਹੁੰਦੇ ਆ, ਸਾਰਾ ਸਮਾਨ ਉਸ ਗੱਲ ਦੇ ਉੱਤੇ ਬਚਾਅ ਦੇ ਨਾਲ ਪੂਰੀ ਪਰੇਡ ਨੂੰ ਕੌਮ ਤੱਕ ਲਿਜਾ ਰਹੇ ਹੋ, ਲਾਈਵ ਕਰ ਰਹੇ ਹੋ। ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੇਜਰੀਵਾਲ ਮੁਰਦਾਬਾਦ ਕੇਜਰੀਵਾਲ ਮੁਰਦਾਬਾਦ 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 ਸਿੰਘਾਂ ਤੁਹਾਡੀ ਸੋਚ ਹਿੰਦੀ ਨਾ ਹਿੰਦੁਸਤਾਨ ਖਾਲਿਸਤਾਨ ਹਿੰਦੀ ਨਾ ਹਿੰਦੁਸਤਾਨ ਖਾਲਿਸਤਾਨ ਬੰਦੀ ਸਿੰਘ ਰਿਹਾ ਕਰੋ 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 ਜੇਲਾਂ ਤੋਂ ਸਿੰਘਾਂ ਨੂੰ ਰਿਹਾ ਕਰੋ ਜੇਲਾਂ ਤੋਂ ਸਿੰਘਾਂ ਨੂੰ ਰਿਹਾ ਕਰੋ ਐਗਲੋਸੇ ਸਿੱਖਾਂ ਨੂੰ ਰਿਹਾ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰੋ ਨਾਲੇ ਤੇਰੇ ਕੰਮ ਨਿਕੰਮੇ ਹੈ ਕਿ ਮਾਰੂ ਜਾਵੇ ਨਾਲੇ ਤੇਰੇ ਕੰਮ ਨਿਕੰਮੇ ਹੈ ਕਿ ਮਾਰੂ ਜਾਵੇ Who's the butcher? Indian government. Who's the butcher? Indian government. Who's the terrorist? Indian government. Who's the terrorist? Indian government. India out of Pakistan. ਚਾਹੋਗੇ ਤੁਸੀਂ ਸਿੱਖੜੇ ਪਰੇਡ ਵਿੱਚ ਆਏ, ਕੀ ਕਹਿਣਾ ਚਾਹੋਗੇ? ਸਿੱਖ ਖਾਲਸਾ ਪਰੇਡ ਮਤਲਬ ਸਿੱਖ ਕੌਮ ਸੈਲੀਬ੍ਰੇਟ ਕਰ ਰਹੀ ਹੈ। ਇਹ ਵਿਸਾਖੀ ਨੂੰ ਸਮਰਪਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਦੀ ਸਾਜਨਾ ਕੀਤੀ। ਸਾਰੇ ਖਾਲਸਾ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ, ਖਾਲਸਾ ਵੰਡ ਛਕਣਾ ਔਰ ਨਾਮ ਜਪਣ ਦਾ ਸੰਦੇਸ਼ ਤੇ ਏਕਤਾ ਦਾ ਸੰਦੇਸ਼ ਦਿੱਤਾ। ਕੋਈ ਜਾਤੀਵਾਦ ਜਾਂ ਦੂਸਰੇ ਧਰਮ ਨੂੰ ਇਹ ਧਰਮ ਬਿਲਕੁਲ ਨਹੀਂ ਮੰਨਦਾ। ਸਾਰੇ ਹਿਊਮੈਨਿਟੀ ਆਲ ਆਰ ਇਕੁਅਲ। ਸੋ ਅਸੀਂ ਅੱਜ ਇਹਦਾ ਡੇ ਜਿਹੜਾ ਉਹ ਸੈਲੀਬ੍ਰੇਟ ਸਾਰੀ ਸਿੱਖ ਕੌਮ ਮਨਾ ਰਹੇ ਹਾਂ। ਧੰਨਵਾਦ ਜੀ। ਸਿੱਖ ਡੇ ਪਰੇਡ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਆਏ ਨੇ ਸ਼ਮੂਲੀਅਤ ਕਰਨ ਵਾਸਤੇ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਨਗਰ ਕੀਰਤਨ ਹੋ ਰਿਹਾ ਆ, ਮੀਂਹ ਪੈ ਰਿਹਾ ਆ, ਪਰ ਸਟਿਲ ਸਾਰੀ ਸੰਗਤ ਆਈ ਆ ਤੇ ਸਾਰੇ ਟਰਾਈ ਕਰ ਰਹੇ ਆ ਕਿ ਜਿੱਦਾਂ ਨਾਰਮਲ ਪਰੇਡ ਹੁੰਦੀ ਆ ਉੱਦਾਂ ਹੋਵੇ। ਥੈਂਕ ਯੂ ਸੋ ਮਚ। ਕੁਝ ਕਹਿਣਾ ਚਾਹੋਗੇ? ਹਾਂਜੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬੈਨਰਸ ਦੇ ਨਾਲ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਜਿਹੜੀਆਂ ਵਧਾ ਰਹੀਆਂ। ਸੋ ਨਾਨਕ ਨਾਮ ਜਹਾਜ਼ ਗੁਰਦੁਆਰਾ ਸਾਹਿਬ ਤੋਂ ਜਿਹੜਾ ਹੈ ਇਹ ਨਿਊ ਯਾਰਕ ਦੀ ਜਿਹੜੀ ਹੈ ਸੰਗਤ ਆਈ ਹੈ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ। ਸਾਰੀ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਖਾਲਸਾ ਫਤਿਹ। ਹਾਂਜੀ ਆਜੋ ਭਾਈ ਸਾਹਿਬ, ਆਜੋ ਬਾਬਾ ਜੀ ਸਾਡੇ ਬਾਬਾ ਜੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀਆਂ ਸਾਰੀਆਂ ਹੀ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਕਿਰਪਾ ਕਰੇ ਇਹ ਜੋ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ, ਸਤਿਗੁਰੂ ਜੀ ਦੀਆਂ ਸੰਗਤਾਂ ਇਸ ਵਿੱਚ ਬਹੁਤ ਹੀ ਸ਼ਮੂਲੀਅਤ ਕਰਕੇ ਆਪਣਾ ਜੋ ਜੀਵਨ ਹੈ ਉਸ ਨੂੰ ਸਫਲਾ ਕਰਦੇ ਹਨ। ਨਾਨਕ ਨਾਮ ਜਹਾਜ਼ ਗੁਰਦੁਆਰਾ ਜਰਸੀ ਸਿਟੀ ਵੱਲੋਂ ਸਾਰੀਆਂ ਸਾਧ ਸੰਗਤਾਂ ਅਤੇ ਸਮੁੱਚੀਆਂ ਸਾਧ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਹੜਾ ਤੁਸੀਂ ਬੈਨਰ ਦੇਖ ਰਹੇ ਹੋ ਇਹ ਸਿੱਖ ਸੈਸਨ ਆਫ ਸਟੇਟਲੈਂਡ ਤੋਂ ਜਿਹੜੇ ਆਏ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਸੋ ਆਈ ਥਿੰਕ ਇਹਨਾਂ ਦਾ ਬੈਨਰ ਕਾਫੀ ਵੱਡਾ ਹੈ। ਸੋ ਗੱਲਬਾਤ ਕਰਦੇ ਹਾਂ। ਹਾਂਜੀ ਹਾਂਜੀ, ਮੇਰੇ ਕੋਲ ਜਿਹੜੇ ਬੋਲਣ ਵਾਲੇ ਨੇ ਉਹ ਪਿੱਛੇ ਨੇ। ਹਾਂਜੀ ਅੱਗੇ ਆ ਜਾਓ, ਕੋਈ ਪਿੱਛੇ ਨੇ ਨਾ ਬੁਲਾ ਲਓ ਅੱਗੇ। ਹਾਂਜੀ ਤੁਸੀਂ ਬੋਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸਿੱਖ ਜੋ 35ਵੀਂ ਸਿੱਖ ਪੀੜ ਦੇ ਜੋ ਨਿਕਲ ਰਹੀ ਆ ਉਹਦੇ ਵਿੱਚ ਰੀਨਿੰਗ ਤਾਂ ਬਹੁਤ ਅੱਜ ਹੋਈ ਆ, ਪਰ ਦਾਸ ਫਿਰ ਵੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਸਿੱਖ ਸੋਸਾਇਟੀ ਦੀ ਹਰ ਸਾਲ ਦੀ ਤਰ੍ਹਾਂ ਕੱਢ ਰਹੇ ਹਨ। ਬਾਕੀ ਸੰਸਥਾਵਾਂ ਵੀ ਬਹੁਤ ਸਹਿਯੋਗ ਦੇ ਰਹੀਆਂ। ਦਾਸ ਸਟੇਟਲੈਂਡ ਗੁਰੂ ਘਰ ਦੀ ਸੰਗਤ ਵੱਲੋਂ ਬਹੁਤ ਹੀ ਸਾਰਿਆਂ ਦਾ ਸੰਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਤੁਸੀਂ ਇਹ ਬੈਨਰਸ ਦੇਖ ਲਿਓ, ਸਿੱਖ ਟੈਂਪਲ ਗੁਰੂ ਨਾਨਕ ਦਰਬਾਰ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਵਿਚਾਰਾਂ ਨੇ ਜੀ? ਅਸੀਂ ਜੀ ਗੁਰੂ ਨਾਨਕ ਦਰਬਾਰ ਆਲਬਨੀ ਤੋਂ ਆਏ ਹਾਂ ਜੀ ਸਾਧ ਸੰਗਤ ਨੂੰ ਲੈ ਕੇ, ਤੇ ਅਸੀਂ ਬਹੁਤ ਖੁਸ਼ ਹਾਂ ਕਿ ਇਹਨੇ ਮੌਸਮ ਖਰਾਬ ਹੋਣ ਤੱਕ ਵੀ ਇੱਥੇ ਇੰਨਾ ਰੌਣਕ ਹੈ, ਇੰਨਾ ਸ਼ਰਧਾ ਨਾਲ ਸੰਗਤ ਮਾਰਚ ਕਰ ਰਹੀ ਹੈ।
ਖਾਲਸਾ ਸਿਰਜਣਾ ਦਿਵਸ ਬਹੁਤ ਇੰਪੋਰਟੈਂਟ ਹੈ ਸਿੱਖ ਪੰਥ ਵਾਸਤੇ। ਅਸੀਂ ਬਹੁਤ ਲੱਖ ਵਧਾਈਆਂ ਦੇਣੇ ਹਾਂ ਜੀ ਆਪਣੇ ਗੁਰਦੁਆਰਾ ਸਾਹਿਬ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ 35ਵੀਂ ਸਿੱਖ ਦੇ ਪਰੇਡ ਦੀਆਂ ਬਹੁਤ ਵਧਾਈਆਂ ਹੋਣ। ਇਹ 35ਵੀਂ ਸਿੱਖ ਦੇ ਪਰੇਡ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹੈ। ਸਮੂਹ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੋਂ ਆਵਾਜ਼ ਬੁਲੰਦ ਕਰੀਏ ਤਾਂ ਕਿ ਸਾਡੇ ਦੇਰ ਤੋਂ ਲਮਕਦੇ ਰਹੇ ਮਸਲੇ ਹੱਲ ਹੋ ਸਕਣ ਤੇ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਨੇ ਵੱਖਰੇ ਗੁਰੂ ਘਰ ਤੋਂ ਆਈਆਂ ਨੇ, ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪ੍ਰਗਟ ਦਿਹਾੜੇ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਵਧਾਈਆਂ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਹੈ। ਗੁਰਦੁਆਰਾ ਖਾਲਸਾ ਦਰਬਾਰ ਬਰਲਿੰਗਟਨ ਸਮੂਹ ਸੰਗਤਾਂ ਨਗਰ ਕੀਰਤਨ ਨਿਊਯਾਰਕ ਵਿਖੇ ਹਾਜ਼ਰੀ ਭਰ ਰਹੀਆਂ ਹਨ। ਸਮੁੱਚੇ ਸਿੱਖ ਜਗਤ ਨੂੰ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਐਜੂਕੇਸ਼ਨ ਸਕੂਲ ਦੇ ਵੱਲੋਂ ਇੱਥੇ ਆਏ ਹਾਂ। ਅਸੀਂ ਪਰੇਡ ਦੇ ਅੰਦਰ ਤੇ ਬਹੁਤ ਹੂਮ ਆ ਕੇ ਇੱਥੇ ਲੋਕਾਂ ਨੂੰ ਦੇਖਿਆ। ਇੱਥੇ ਬਹੁਤ ਵੱਡਾ ਇਕੱਠ ਹੈ। ਵਾਹਿਗੁਰੂ ਦੀ ਮਿਹਰ ਨਾਲ ਬਹੁਤ ਅੱਛੀ ਪਰੇਡ ਹੋ ਰਹੀ ਹੈ। ਇਵਨ ਦੋ ਬਰਸਾਤ ਹੋ ਰਹੀ ਹੈ, ਸਾਰਾ ਕੁਝ ਹੋ ਰਿਹਾ ਹੈ, ਮਗਰ ਹੂਮ ਆ ਕੇ ਲੋਕੀ ਇੱਥੇ ਪਹੁੰਚੇ ਨੇ। ਅਸੀਂ ਸਾਰਿਆਂ ਨੂੰ ਲੱਖ ਵਧਾਈ ਦਿੰਦੇ ਹਾਂ ਵਿਸਾਖੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹਾਂਜੀ, ਕੀ ਕਹਿਣਾ ਚਾਹੋਗੇ ਜੀ? ਨਗਰ ਕੀਰਤਨ ਵਿੱਚ ਆਏ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ, ਸਾਰੇ ਜਣੇ ਤੁਸੀਂ ਆਏ, ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਬਸ ਜੀ, ਇੰਦਰ ਦੇਵਤਾ ਤੇ ਗੁੱਸਾ ਆ ਥੋੜਾ ਜਿਹਾ, ਹੋਰ ਤਾਂ ਕੁਛ ਨਹੀਂ। ਪਰ ਫਿਰ ਰੱਬ ਦੇ ਭਾਣੇ ਚ ਹਾਂਜੀ, ਭਾਣੇ 'ਚ ਇਹ ਵੀ ਪ੍ਰੀਖਿਆ ਹੁੰਦੀ ਆ। ਜਿੰਨੇ ਜਿਹਨੂੰ ਪਿਆਰ ਆ ਸਾਰੇ ਪਹੁੰਚੇ ਆ। ਤੁਹਾਡਾ ਸਾਰਿਆਂ ਦਾ ਵੀ ਸ਼ੁਕਰ, ਇੰਨੇ ਭੈੜੇ ਮੌਸਮ 'ਚ ਲੱਗੇ ਹੋ। ਥੈਂਕ ਯੂ ਜੀ, ਵਧਾਈਆਂ। ਧੰਨਵਾਦ ਬਹੁਤ। ਭਾਈ ਬਲਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਆਓ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਵਿੱਚ ਇਹ 37ਵੀਂ ਸਿੱਖ ਡੇ ਪਰੇਡ ਹੈ, ਜਿਹੜੀ ਕਿ ਜੂਨ 1984 ਤੋਂ ਬਾਅਦ ਸਿੱਖਾਂ ਨੇ ਤਹਈਆ ਕੀਤਾ ਕਿ ਵੀ ਅਸੀਂ ਇੰਡੀਆ ਡੇ ਪਰੇਡ ਵਿੱਚ ਹਿੱਸਾ ਨਹੀਂ ਬਣਨਾ, ਤਾਂ ਕਿ ਅਸੀਂ ਆਪਣੇ ਘਰ ਦੇ ਲਈ ਆਪਣੀ ਵੱਖਰੀ ਸਿੱਖ ਕੌਮ ਦੀ ਵੱਖਰੀ ਹੋਂਦ ਦਰਸਾਉਣ ਵਾਲੀ ਪਰੇਡ ਕੱਢਣੀ ਹੈ। ਸੋ 1986 ਦੇ ਵਿੱਚ ਇਹ ਪਰੇਡ ਸ਼ੁਰੂ ਹੋਈ ਹੈ। 35ਵੀਂ ਸਿੱਖ ਡੇ ਪਰੇਡ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਰੇਕ ਪਰੇਡ ਦੇ ਵਿੱਚ ਕੌਮ ਦੇ ਘਰ ਦੀ ਗੱਲ ਹੋਈ ਹੈ, ਖਾਲਿਸਤਾਨ ਦੀ ਗੱਲਬਾਤ ਹੋਈ ਹੈ। ਇਹ ਗੱਲ ਦੱਸੀ ਗਈ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਕੀ ਹੋਇਆ। ਪਿੱਛੇ ਤੱਕ ਫਲੋਟ ਸੰਗਤ ਦਾ ਅੱਜ ਇਕੱਠ ਨਹੀਂ ਹੈਗਾ ਕਿਉਂਕਿ ਮੀਂਹ ਕਰਕੇ, ਲੇਕਿਨ ਫਲੋਟ ਸਾਰੇ ਤਿਆਰ ਕੀਤੇ ਗਏ ਪ੍ਰਬੰਧਕਾਂ ਵੱਲੋਂ। ਬਾਕੀ ਜਿਹੜੀ ਗੱਲਬਾਤ ਸ਼ਹੀਦ ਸਿੰਘਾਂ ਦੇ ਫਲੋਟ, ਬੰਦੀ ਸਿੰਘਾਂ ਨੂੰ ਸਮਰਪਿਤ ਫਲੋਟ ਸਾਰੇ ਅੱਗੇ ਦੀ ਅੱਗੇ ਸੰਗਤ ਦੇਖੂਗੀ। ਸੋ ਇਹ ਜੋ ਸਿੱਖ ਕੌਮ ਦੀ ਆਜ਼ਾਦੀ, ਆਪਣਾ ਘਰ ਖਾਲਿਸਤਾਨ ਦੀ ਗੱਲਬਾਤ ਕਰਨ ਵਾਲੀ, ਸਿੱਖ ਕੌਮ ਦੀ ਵੱਖਰੀ ਹੋਂਦ ਦਰਸਾਉਣ ਵਾਲੀ ਪਰੇਡ ਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੁੱਚੀ ਸੰਗਤ ਤੇ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਹੀ ਕਹਿਣਾ ਚਾਹਾਂਗਾ ਜੀ, ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਇਹ ਕਹਿਣਾ ਕਿ ਰੱਬਾ ਤੂੰ ਸਾਨੂੰ ਕਿਹੋ ਜਿਹਾ ਬਣਾਇਆ, ਹੋਰ ਪੱਕਿਆਂ ਕਰਨਾ, ਅਸੀਂ ਹੋਰ ਪੱਕੇ ਹੋਵਾਂਗੇ, ਕਿਉਂਕਿ ਤੇਰੀ ਦਾਤ ਹੀ ਇਹੋ ਜਿਹੀ ਹੈ।
ਤੇ ਸਾਨੂੰ ਤੂੰ ਇਹੋ ਜਿਹਾ ਬਣਾ ਕੇ ਰੱਖ ਕਿ ਅਸੀਂ ਤੇਰੇ ਕਦਮਾਂ ਨੂੰ ਫਾਲੋ ਕਰਦੇ ਰਹੀਏ ਅਸੀਂ। ਤੇ ਬਾਕੀ ਗੱਲ ਇਹ ਰਹਿੰਦੀ ਕਿ ਦੁਨੀਆ 'ਚ ਕੌਣ ਜਿੰਦਾ, ਜਿੰਦਾ ਉਹੀ ਜਿਹਦਾ ਰੱਬ ਜਿੰਦਾ। ਸਾਡਾ ਰੱਬ ਜਿੰਦਾ, ਅਸੀਂ ਜਿੰਦਾ ਸੀ ਤਾਂ ਹੀ ਇੱਥੇ ਆ। ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ, ਸਾਰੇ ਹੱਸਦੇ ਵਸਦੇ ਰਹੋ, ਪ੍ਰਭੂ ਦੇ ਗੁਣ ਗਾਓ, ਕਿਉਂਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਵਰਦਾਨ ਹੈ ਕਿ ਉਹਨਾਂ ਦੀ ਦਿੱਤੀ ਹੋਈ ਦਾਤ ਅਸੀਂ ਨਹੀਂ ਮੁਕਾ ਸਕਦੇ। ਅਸੀਂ ਉਹਨਾਂ ਦੀ ਨਿਸ਼ਾਨੀਆਂ ਸੰਭਾਲ ਲਈਏ, ਛੱਡ ਲਈ ਉਹੀ ਬਹੁਤ ਆ। ਗੁਰੂ ਕਿਰਪਾ ਕਰੇ, ਹੱਸਦੇ ਵਸਦੇ ਰਹੋ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਇਹੋ ਜਿਹੇ ਮੌਸਮ ਦੇ ਅੰਦਰ ਤੁਸੀਂ ਵੀ ਆਇਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਅਸੀਂ ਜੀ ਆਪਣਾ ਪਹਿਲੀ ਵਾਰੀ ਆਏ ਹਾਂ ਇੱਥੋਂ ਮਾਤਾ ਗੁਜਰੀ ਸਿੱਖ ਸੁਸਾਇਟੀ ਆਫ ਚੈਰੀ ਹਿੱਲ ਵੱਲੋਂ। ਦਾਸ ਦਾ ਨਾਮ ਪਰਮਿੰਦਰ ਸਿੰਘ ਹੈ। ਤੇ ਕਿੱਦਾਂ ਮਹਿਸੂਸ ਕਰ ਰਹੇ ਹੋ? ਮਹਿਸੂਸ ਹੈ ਜੀ, ਖਾਲਸਾ ਸਾਜਨਾ ਦਿਵਸ ਦੀ ਜਿਹੜੀ ਪਰੇਡ ਆ ਅਸੀਂ ਬਹੁਤ 97 ਤੋਂ ਦੇਖਦੇ ਆ ਰਹੇ ਹਾਂ ਤੇ ਹਮੇਸ਼ਾ ਜਿਹੜਾ ਸਾਨੂੰ ਉਤਸ਼ਾਹ ਹੁੰਦਾ ਤੇ ਐਤਕੀ ਤੇ ਰੱਬ ਵੀ ਖੁਸ਼ ਆ, ਥੋੜਾ ਜਿਹਾ ਜ਼ਿਆਦਾ ਖੁਸ਼ ਹੋਏ। ਆਹੋ, ਰੱਬ ਜਿਹੜਾ ਇਸ ਵੇਲੇ ਬਹੁਤ ਸਾਡੇ ਤੇ ਦਇਆਵਾਨ ਹੈ। ਪਰ ਫਿਰ ਵੀ ਦੇਖੋ ਸੰਗਤ ਤੁਹਾਨੂੰ ਦੇਖ ਰਹੇ ਹੋ, ਪੈਰ ਇੱਥੇ ਵਾਕਿੰਗ ਜਿਹੜੀ ਹੈ ਤੁਸੀਂ ਔਖੀ ਹੋਈ, ਹਾਂਜੀ, ਕ੍ਰਾਸ ਨਹੀਂ ਕਰ ਸਕਦੇ। ਬਾਕੀ ਫਿਰ ਵੀ ਕਹਿਣਾ ਚਾਹਾਂਗੇ ਜਿਹੜੀ ਸੰਗਤ ਐਤਕਾਂ ਨਹੀਂ ਆਈ ਉਹ ਅਗਲੇ ਸਾਲ ਹੋਰ ਹੁਮ ਹੁਮਾ ਕੇ ਆਵੇ ਤੇ ਸੂਰਜ ਵੀ ਚੜਿਆ ਹੋਵੇ। ਤੇ ਬਾਕੀ ਸਾਰਿਆਂ ਦਾ ਸਹਿਯੋਗ ਆ ਤੇ ਸਾਰੇ ਜਣੇ ਜਿਹੜੇ ਆ ਇਕੱਠੇ ਰਲ ਕੇ ਹੀ ਸਾਰੇ ਜਣੇ ਤੁਰਨ ਤੇ ਉਹੀ ਵਧੀਆ ਹੈ। ਬਾਕੀ ਤੁਹਾਡਾ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਹਮੇਸ਼ਾ ਕਵਰੇਜ ਬਹੁਤ ਸੋਹਣੀ ਰੱਖਦੇ ਹੋ। ਤੇ ਡਾਕਟਰ ਸਾਹਿਬ ਨਾਲ ਅੱਜ ਮੁਲਾਕਾਤ ਅਜੇ ਨਹੀਂ ਹੋਈ, ਪਰ ਹਾਂਜੀ ਹਾਂਜੀ ਉਹਨਾਂ ਨੂੰ ਵੀ ਫਤਿਹ ਬੁਲਾਵਾਂਗੇ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਰੀ ਸਾਧ ਸੰਗਤ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦਰਬਾਰ ਐਕਸਲ ਵੱਲੋਂ ਵਿਸਾਖੀ ਦੇ ਦੀ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਡੇ ਪਰੇਡ ਦੇ ਸ਼ੁਰੂ ਹੋਣ ਨਾਲ ਇਹ ਸੰਸਾਰ ਵਿੱਚ ਇੱਕ ਪਤਾ ਚੱਲ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਇਹ ਸਿੱਖਾਂ ਦੀ ਪਹਿਚਾਣ ਹੋ ਰਹੀ ਹੈ। ਇਹ 35 ਸਾਲਾਂ ਤੋਂ ਜੋ ਸ਼ੁਰੂ ਕੀਤਾ ਗਿਆ ਇਹ ਬਹੁਤ ਹੀ ਵੱਡਾ ਉਪਰਾਲਾ ਹੈ। ਗੁਰੂ ਨਾਨਕ ਦਰਬਾਰ ਵੱਲੋਂ ਆਪ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤਲਵੰਤ ਸਿੰਘ ਭੱਟੀ, ਪ੍ਰੈਜ਼ੀਡੈਂਟ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਜਾਂ ਕੁਈਨਜ਼ ਵਿਲੇਜ। ਅਸੀਂ ਇਸ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਸਾਰੇ ਸਿੱਖ ਜਗਤ ਨੂੰ ਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਲਾਮਬੰਦ ਹੋਈਏ ਤਾਂ ਕਿ ਜਿਹੜੀਆਂ ਹਰ ਰੋਜ਼ ਬੇਅਦਬੀਆਂ ਗੁਰੂ ਮਹਾਰਾਜ ਹੋ ਰਹੀਆਂ ਉਹਨਾਂ ਨੂੰ ਠੱਲ ਪਾਈ ਜਾ ਸਕੇ ਤੇ ਸਿੱਖ ਕੌਮ ਤੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਵੀ ਠੱਲ ਪਾਈ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਨਾ ਦਿਵਸ ਦੀਆਂ ਸਮੁੱਚੀ ਨਾਨਕ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅੱਜ 35ਵੀਂ ਸਿੱਖ ਡੇ ਪਰੇਡ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਈ ਜਾ ਰਹੀ ਆ। ਮੀਂਹ ਦੇ ਬਾਵਜੂਦ ਵੀ ਖਾਲਸੇ ਦੇ ਜੋਸ਼ ਨੂੰ ਜਿਹੜਾ ਨਹੀਂ ਡੱਕ ਸਕਿਆ ਮੀਂਹ ਵੀ, ਉਹ ਪੂਰੀ ਜਾਓ ਜਲਾਲ ਦੇ ਨਾਲ ਖਾਲਸਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਹ ਦਿਨ ਜਿਹੜਾ ਬੜਾ ਧੂਮਧਾਮ ਦੇ ਨਾਲ ਮਨਾ ਰਿਹਾ। ਰਾਮਗੜੀਆ ਸਿੱਖ ਸੁਸਾਇਟੀ ਗੁਰਦੁਆਰਾ ਗਿਆਨਸਰ ਤੋਂ ਅਤੇ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਦੇ ਸਮੁੱਚੀ ਸਾਧ ਸੰਗਤ ਰਲ ਮਿਲ ਕੇ ਜਿਹੜਾ ਇਸ ਨਗਰ ਕੀਰਤਨ ਨਿਸ਼ਾਨ ਵਧਾ ਰਹੀ ਆ। ਟੀਵੀ 84 ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ। ਉਹ ਮਹਾਰਾਜ ਚੜ੍ਹਦੀ ਕਲਾ ਰੱਖੇ, ਇਸੇ ਤਰ੍ਹਾਂ ਹੀ ਇਹ ਵੱਧ ਚੜ੍ਹ ਕੇ ਕੌਮ ਦੀ ਸੇਵਾ ਕਰਦੇ ਰਹਿਣ। ਉਹ ਸਿੱਖ ਪੰਥ ਜਿਹੜਾ ਚੜ੍ਹਦੀਆਂ ਕਲਾ ਦੇ ਵਿੱਚ ਜਾਵੇ। ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਦੇ ਵਿੱਚ ਦੋ ਬੀਬੀਆਂ ਨੂੰ ਫੜੋ, ਬਹੁਤ ਪਿੱਛੇ ਦੇ ਜੀ। ਆਜੋ ਆਜੋ ਬੀਬੀਓ ਆਜੋ। ਬੋਲੋ ਬੋਲੋ ਬੋਲੋ। ਆਪਾਂ ਅੱਗੇ ਚੱਲਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਲੀਆਂ ਚਿੱਕੜ ਦੂਰ ਘਰ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤੋਂ ਟੁੱਟੇ ਨੇਹੋ ਦੇ ਮਾਵਕ ਅਨੁਸਾਰ ਅੱਜ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਸਾਧ ਸੰਗਤਾਂ ਦੇ ਮਨਾਂ ਵਿੱਚ ਬਹੁਤ ਉਤਸ਼ਾਹ ਹੈ ਜੋ ਗੁਰੂ ਜੀ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਜੀ। ਸਰਬੱਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪ ਹੀ ਦੇ ਦਿਓ ਕੋਈ ਇੰਟਰਵਿਊ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜੋ ਅੱਜ ਮਨਹੈਟਨ ਦੇ ਵਿੱਚ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ ਇਸ ਦੀ ਪੂਰੇ ਸਿੱਖ ਜਗਤ ਨੂੰ ਵਧਾਈ ਦਿੰਦਾ ਹਾਂ ਤੇ ਨਾਲ ਦੀ ਨਾਲ ਇਹ ਕਾਮਨਾ ਕਰਦਾ ਹਾਂ ਕਿ ਅਸੀਂ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਸਾਰਾ ਕੁਝ ਕੀਤਾ ਅੱਜ ਅਸੀਂ ਉਸ ਤੇ ਪਹਿਰਾ ਦਈਏ। ਇਹ ਮੈਂ ਆਪਣੀ ਕੌਮ ਕੋਲੋਂ ਕਾਮਨਾ ਕਰਦਾ ਹਾਂ ਤੇ ਅਸੀਂ ਸਿੱਖ ਬਣੀਏ, ਗੁਰੂ ਵਾਲੇ ਬਣੀਏ, ਸਿੰਘ ਸਜੀਏ। ਇਹ ਸਾਡੇ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸੀ ਅਸੀਂ ਉਸ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਫਿਰ ਦੁਬਾਰਾ ਤੋਂ ਅੱਜ ਪੂਰੇ ਸਿੱਖ ਜਗਤ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਭਾਈ ਕੁਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 35ਵੀਂ ਪਰੇਡ ਦੀ ਸਾਰੇ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਜੀ। ਇਹ ਜਿਹੜੇ ਕਿ ਇਹ 35ਵੀਂ ਪਰੇਡ ਇਹ ਬੜਾ ਜਦੋਂ 1988 ਦੇ ਵਿੱਚ ਪਹਿਲੀ ਪਰੇਡ ਨਿਕਲੀ ਸੀ ਉਸ ਤੋਂ ਬਾਅਦ ਅੱਜ 35ਵੀਂ ਤੇ ਇੰਨਾ ਵੈਦਰ ਖਰਾਬ ਹੋਣ ਦੇ ਕਾਰਨ ਵੀ ਇੰਨੀ ਸੰਗਤ ਹੂਮ ਆ ਕੇ ਪਹੁੰਚੀ ਇੱਥੇ ਕਿ ਗੁਰੂ ਮਹਾਰਾਜ ਨੇ ਆਪ ਹੀ ਸਾਰਿਆਂ ਨੂੰ ਖੁਸ਼ੀਆਂ ਦਿੱਤੀਆਂ। ਉਹ ਵੀ ਸਾਡਾ ਇੱਕ ਇਮਤਿਹਾਨ ਲਿੱਤਾ। ਜਿਵੇਂ ਪੰਜਾਬ ਦੇ ਵਿੱਚ ਸਾਨੂੰ ਕੋਈ ਜਿਹੜੀ ਮਰਜ਼ੀ ਆ ਜਾਏ ਉੱਥੇ ਸਰਕਾਰ ਉਹ ਸਾਨੂੰ ਅੱਤਵਾਦੀ ਸਾਨੂੰ ਅੱਤਵਾਦੀ ਦਾ ਐਲਾਨ ਕਰਨਾ ਹੁੰਦਾ। ਜਿਹੜੇ ਸ਼ਰਾਬ ਪੀਂਦੇ ਨੇ ਉਹ ਸੱਤਵਾਦੀ, ਜਿਹੜੇ ਅੰਮ੍ਰਿਤ ਛਕਾਉਂਦੇ ਨੇ ਉਹ ਅੱਤਵਾਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਬਾਰਿਸ਼ ਦੇ ਬਾਵਜੂਦ ਵੀ ਜਿਹੜੀਆਂ ਬਹੁਤ ਸਾਰੀਆਂ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖੀਆਂ ਨੇ। ਉਹ ਜਿਹੜਾ ਫਲੋਟ ਤੁਸੀਂ ਦੇਖ ਰਹੇ ਹੋ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਫਲੋਟ ਹੈ ਉਹ ਜਿਹੜਾ ਗੁਜ਼ਰਿਆ ਸਾਡੀਆਂ ਅੱਖਾਂ ਦੇ ਸਾਹਮਣੇ, ਜਿਸ ਦੇ ਵਿੱਚ 5 ਤੀਰ ਜਿਹੜੇ ਨੇ ਉਹ ਪੇਂਟ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸੋ ਪਿੱਛੇ ਕਾਫੀ ਸਾਰੇ ਫਲੋਟ ਤੁਸੀਂ ਦੇਖ ਰਹੇ ਹੋ ਔਰ ਕਾਫੀ ਸਾਰੇ ਜਿਹੜੇ ਅੱਗੇ ਫਲੋਟ ਨੇ ਉਹ ਵੱਖਰੀ ਵੱਖਰੀ ਥੀਮਾਂ ਨੂੰ ਜਿਹੜੀਆਂ ਦਰਸਾਉਂਦੇ ਹੋਏ ਤੁਸੀਂ ਦੇਖੇ ਨੇ। ਸੋ ਆ ਬਾਬਾ ਬੁੱਢਾ ਜੀ ਦਾ ਜਿਹੜਾ ਫਲੋਟ ਹੈਗਾ ਇਹ ਤੁਸੀਂ ਦੇਖ ਰਹੇ ਹੋ ਬੜੇ ਹੀ ਖੂਬਸੂਰਤ ਢੰਗ ਨਾਲ ਜਿਹੜਾ ਇਸ ਨੂੰ ਸਜਾਇਆ ਗਿਆ ਹੈ ਔਰ ਉਸ ਦੇ ਉੱਪਰ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਵੀ ਲਗਾਏ ਗਏ ਨੇ। ਸੋ ਬਹੁਤ ਹੀ ਪਿਆਰੀ ਜਿਹੜੀ ਇਮਾਰਤ ਹੈ ਉਹ ਜਿਹੜਾ ਗੁੰਬਦ ਹੈ ਗੁਰੂ ਘਰ ਜਿਹੜਾ ਉਹ ਇਸ ਫਲੋਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਾਂਜੀ ਲੈ ਲਓ ਜੀ, ਲੈ ਲਓ ਤਾਂ ਜਿੰਨੇ ਮਰਜ਼ੀ ਲੈ ਜਾਓ। ਸੋ ਵੀਅਰਸ ਜਿਹੜਾ ਤੁਸੀਂ ਫਲੋਟ ਦੇਖਣ ਜਾ ਰਹੇ ਇਹ ਸੰਤ ਬਾਬਾ ਪ੍ਰੇਮ ਸਿੰਘ ਜੀ ਹੋਰਾਂ ਦਾ ਜਿਹੜਾ ਫਲੋਟ ਹੈ ਉਹ ਤੁਸੀਂ ਦੇਖਣ ਜਾ ਰਹੇ ਹੋ।
ਸੋ ਵਿਊਅਰਸ ਆਪਾਂ ਵੱਖਰੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕੀਤੀ, ਉਹਨਾਂ ਦੇ ਵਿਚਾਰ ਵੀ ਸੁਣੇ ਨੇ, ਫਲੋਟ ਵੀ ਤੁਸੀਂ ਦੇਖੇ ਨੇ, ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖਿਆ ਹੈ। ਸੋ ਇਹ ਸੰਤ ਬਾਬਾ ਪ੍ਰੇਮ ਸਿੰਘ ਜਿਹੜੀ ਸੁਸਾਇਟੀ ਹੈ ਉਹਨਾਂ ਦੇ ਨਾਲ ਸੰਬੰਧ ਜਿਹੜੇ ਸਾਡੇ ਨਾਲ ਵੀਰ ਜੁੜ ਚੁੱਕੇ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਿਊਯਾਰਕ, ਪੂਰੀ ਦੁਨੀਆ ਦੀ ਸਾਧ ਸੰਗਤ ਨੂੰ ਅੱਜ 35ਵੇਂ ਸਿੱਖ ਦੇ ਪਰੇਡ ਦੀ ਬਹੁਤ ਬਹੁਤ ਵਧਾਈ, ਔਰ ਖਾਸ ਕਰਕੇ TV 84 ਨੂੰ ਵਧਾਈ ਜੋ ਕਿ ਕਵਰ ਕਰ ਰਹੇ ਹਨ। ਬਹੁਤ ਬਹੁਤ ਮੁਬਾਰਕਾਂ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਬੁਲਾਓ ਚਾਚਾ ਜੀ, ਬੋਲੋ। ਕੋਈ ਗੱਲ ਨਹੀਂ, ਤੁਸੀਂ ਬਿਲਕੁਲ ਚਾਚਾ ਚਾਚਾ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਹਾੜਾ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਇਹ 35ਵੀਂ ਸਿੱਖ ਦੇ ਪਰੇਡ ਕੱਢੀ ਜਾ ਰਹੀ ਹੈ। ਸਾਰੀ ਸਿੱਖ ਜਗਤ ਨੂੰ ਇਸ ਪਰੇਡ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਨਹਾਟਨ ਮੈਡੀਸਨ ਐਵਨਿਊ ਉੱਤੇ 35ਵੀਂ ਸਿੱਖ ਡੇ ਪਰੇਡ ਜੋ ਸਿੱਖ ਕਲਚਰ ਸੁਸਾਇਟੀ ਵੱਲੋਂ ਕੱਢੀ ਜਾ ਰਹੀ ਹੈ, ਉਸ ਦੇ ਵਿੱਚ ਸਾਰੇ ਜਗਤ ਨੂੰ ਸਿੱਖ ਡੇ ਪਰੇਡ ਦੀਆਂ ਔਰ ਖਾਲਸਾ ਸਾਜਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਇਸੇ ਤਰ੍ਹਾਂ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸਿੱਖ ਨੂੰ, ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਦਾ ਹਾਰਟ ਮਨਹਾਟਨ, ਜਿੱਥੇ ਕਿ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਧਰਮ ਦੀ ਸਥਾਪਨਾ 1699 ਵਿੱਚ ਕੀਤੀ ਗਈ, ਉਹਦੇ ਮੱਦੇਨਜ਼ਰ ਅੱਜ ਜਿਹੜੀ ਸਿੱਖ ਡੇ ਪਰੇਡ, ਵਿਸਾਖੀ ਦੀ ਪਰੇਡ ਵੀ ਅਸੀਂ ਇਹਨੂੰ ਕਹਿੰਦੇ ਆ, ਉਹ ਕੱਢੀ ਜਾ ਰਹੀ ਹੈ। ਜਿੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ। ਅਸੀਂ ਆਪਣੇ ਵੱਲੋਂ, ਆਪਣੀਆਂ ਸੁਸਾਇਟੀਆਂ ਵੱਲੋਂ ਸਾਰੇ ਸਿੱਖ ਜਗਤ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ, ਜਿਹੜਾ ਤੁਸੀਂ ਫਲੋਟ ਦੇਖ ਰਹੇ ਹੋ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਫਲੋਟ ਹੈਗਾ, ਬਹੁਤ ਹੀ ਵਧੀਆ ਖੂਬਸੂਰਤ ਤਰੀਕੇ ਨਾਲ ਜਿਹੜਾ ਇਸ ਨੂੰ ਸਜਾਇਆ ਗਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਹੀ ਖੂਬਸੂਰਤ। ਸੋ ਉਸ ਨੂੰ ਪਿੱਛੇ ਜਿਹੜਾ ਫਲੋਟ ਆ ਰਿਹਾ, ਇਹ ਟੱਠੇ ਅਕਾਲ ਤਖਤ ਦਾ ਜਿਹੜਾ ਫਲੋਟ ਹੈ ਉਹ ਆ ਰਿਹਾ ਹੈ, ਜਦੋਂ 1984 ਵਿੱਚ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਜਿਹੜਾ ਹਮਲਾ ਕਰਕੇ ਜਿਹੜਾ ਅਕਾਲ ਤਖਤ ਸਾਹਿਬ ਜੀ ਨੂੰ ਜਿਹੜਾ ਟੈਟਰੀ ਕੀਤਾ ਸੀ, ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ। ਜਿਹੜੀ ਖਾਲਸੇ ਦੀ ਜਿਹੜੀ ਇਹ ਆਜ਼ਾਦੀ ਦੀ ਡੈਕਲੇਰੇਸ਼ਨ ਸੀਗੀ, ਉਹ ਜਿਹੜੀ ਹੈ ਉਹ ਹਾਲੇ ਵੀ ਕਾਇਮ ਹੈ। ਖਾਲਸਾ ਪੂਰਾ ਜ਼ੋਰ ਸ਼ੋਰ ਨਾਲ ਆਪਣੀ ਆਜ਼ਾਦੀ ਵਾਸਤੇ ਕੋਸ਼ਿਸ਼ ਕਰ ਰਿਹਾ ਹੈ, ਸਟਰਗਲ ਕਰ ਰਿਹਾ ਹੈ। ਇਸ ਵੇਲੇ ਤੁਹਾਨੂੰ ਇੰਡੀਆ ਦੀ ਤੁਹਾਨੂੰ ਹਾਲਤ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ ਦੇ ਆਰ ਟ੍ਰਾਈਂਗ ਟੂ ਕ੍ਰੀਏਟ ਏ ਹਿੰਦੂ ਰਾਸ਼ਟਰ। ਜਿਹੜਾ ਹਿੰਦੂ ਰਾਸ਼ਟਰ ਹੈ ਉਹ ਹਿੰਦੂ ਬੈਲਟ ਵਿੱਚ ਬਣਾ ਲੈਣ, they are most welcome to do it. At the same time, there are so many other sovereign movements which are going on in India. India ਦੇ ਵਿੱਚ, ਸਾਊਥ ਦੇ ਵਿੱਚ ਤਾਮਿਲਸਤਾਨ ਜਿਹਦੇ ਵਿੱਚ ਕਿ ਸਾਊਥ ਦੀਆਂ 5 ਸਟੇਟਸ ਨੇ, they want to be sovereign, they want to separate. ਉਸ ਤੋਂ ਬਾਅਦ ਹਿੰਦੂ ਬੈਲਟ ਹੈ, ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਈਸਟ ਦੇ ਵਿੱਚ ਨਾਗਾਲੈਂਡ, they want sovereignty. North ਵਿੱਚ ਪੰਜਾਬ ਤੋਂ ਕਸ਼ਮੀਰ wants sovereignty, and Khalistan Punjab is also want to regain the sovereignty which we lost in 1849. So what I'm saying is, India, the movement they declare, they want to declare Hindu Rashtra. Their aim is to do it on the first centennial of RSS. 1925 ਵਿੱਚ RSS ਬਣੀ ਸੀ। They want to declare 2025 ਦੇ ਵਿੱਚ Hindu Rashtra, and that will be the disintegration of Indian Union. Indian Union will fall apart, which is an artificial union created in 1947, like Soviet Union did, and 14 sovereign nations came out of that. Same way,
all these aspiring nations which want freedom, they will get their freedom the moment the Hindu Rashtra is declared, and will accelerate the sovereignty of Punjab Khalistan. ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਬੜੀ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ। ਅਪ੍ਰੈਲ 3 ਨੂੰ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਨਿਊਯਾਰਕ ਸਟੇਟ ਨੂੰ, ਜਿਨ੍ਹਾਂ ਨੇ ਕਿ ਨਿਊਯਾਰਕ ਦੀ ਸੈਨੇਟ ਨੇ ਜਿਹੜਾ April 14 ਨੂੰ ਸਿੱਖ ਡੇ ਡਿਕਲੇਅਰ ਕੀਤਾ ਹੈ, on the same lines like 17 other states which have done, and also in the US House of Congress on April 3rd this year they have introduced a bipartisan bill to declare, to support April 14th as National Sikh Day for USA. ਇਸ ਕੰਮ ਦੀ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਮੈਂ ਹੋਰ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਜਿਹੜੀ ਇਸ ਪਰੇਡ ਦੀ ਆਰਗੇਨਾਈਜੇਸ਼ਨ ਕਮੇਟੀ ਹੈ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਖਾਲਸਾ ਜੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜਿਹੜੇ ਮੁਹਿੰਮ ਚਲਾਈ ਸੀ, ਉਹਦਾ ਆਖਰੀ ਜਿਹੜਾ ਸਾਡਾ ਫਲੋਟ ਹੁੰਦਾ ਉਹ ਤੋਂ ਸਿੰਘ ਪਹੁੰਚ ਚੁੱਕੇ ਨੇ। ਹੁਣ ਮੈਂ ਆਪਾਂ ਜਕਾਰੇ ਛੱਡਾਂਗੇ। ਗੁਰਿੰਦਰ ਸਿੰਘ ਮਾਨਾ 2 ਮਿੰਟਾਂ ਲਈ ਸੰਗਤਾਂ ਨੂੰ ਸੰਬੋਧਨ ਹੋਣਗੇ। ਇਹ ਆਵਾਜ਼ ਉਸ ਪੰਜਾਬ ਦੀ ਧਰਤੀ, ਹਿੰਦੁਸਤਾਨ ਭਾਰਤ ਦੀ ਧਰਤੀ ਤੇ ਪਹੁੰਚੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੂੰ ਇਹ ਪਰੇਡ ਅੱਜ ਸਮਰਪਿਤ ਹੈ, ਜਿਹੜੇ 24 ਸਾਲਾਂ ਤੋਂ 30 ਸਾਲਾਂ ਤੋਂ ਜੇਲ੍ਹ ਬੰਦ ਹਨ, ਜਾਂ ਜਿਨ੍ਹਾਂ ਨੇ ਆਪਣੀਆਂ ਜ਼ਿੰਦੜੀਆਂ ਧਰਮ ਤੋਂ ਵਾਰੀਆਂ ਨੇ, ਉਹਨਾਂ ਦੀ ਯਾਦ ਵਿੱਚ ਹੈ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦੜੀ ਧਰਮ ਤੋਂ ਵਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਕਦੀਰ ਬਦਲਦੀ ਕੌਮਾਂ ਦੀ। ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ 35ਵੀਂ ਸਿੱਖ ਡੇ ਪਰੇਡ ਦੇ ਉੱਤੇ ਜਿੱਥੇ ਸਮੂਹ ਸੰਗਤਾਂ ਨੇ ਵਰਦੇ ਮੀਂਹ ਦੇ ਵਿੱਚ ਇਸ ਤਰ੍ਹਾਂ ਦੇ ਮੌਸਮ ਦੇ ਬਾਵਜੂਦ ਵੱਧ ਚੜ ਕੇ ਇਸ ਪਰੇਡ ਵਿੱਚ ਹਿੱਸਾ ਲਿਆ ਆ, ਮੈਂ ਇਸ ਪਰੇਡ ਦੀ ਸਿਰਫ 1 ਮਿੰਟ ਦੇ ਵਿੱਚ ਜਿਹੜੀ ਹਿਸਟਰੀ ਆ, ਗੁਰੂ ਦੇ ਸ਼ਬਦ ਦੁਨੀਆ ਦੇ ਵਿੱਚ ਪਸਾਰ ਲਈ ਜਿਹੜੀ ਆਵਾਜ਼ ਉੱਠ ਰਹੀ ਸੀ, ਉਸ ਆਵਾਜ਼ ਨੂੰ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਕਿਸੇ ਲਾਅ ਦੇ ਤਰੀਕੇ ਨਾਲ ਨਹੀਂ ਰੋਕ ਸਕਦੇ। ਉਸ ਦਿਨ ਇੰਡੀਅਨ ਸਟੇਟ ਨੇ ਡਿਸਾਈਡ ਕਰ ਲਿਆ ਕਿ ਅੱਜ ਅਸੀਂ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਦੀਆਂ ਜਿਹੜੀਆਂ ਤਿੰਨੇ ਫੋਰਸਿਸ ਨੇ, Indian Army, Indian Navy and Indian Air Force, will attack Darbar Sahib. We will crush this voice of freedom. We will crush this voice of the humanity and the Sikh voice that Guru Nanak started. So ਜਿਸ ਦਿਨ ਇੰਡੀਅਨ ਸਟੇਟ ਨੇ ਡਿਸਾਈਡ ਕਰ ਲਿਆ ਕਿ ਅਸੀਂ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕਰਾਂਗੇ, ਉਸ ਦਿਨ ਜਿਹੜੇ ਬਾਹਰ ਦੇ ਸਿੱਖ ਸੀਗੇ, ਜਿਨ੍ਹਾਂ ਦੇ ਵਿੱਚ ਮੈਂ ਡਾਕਟਰ ਗੁਰਚਰਨ ਸਿੰਘ ਹੋਣਾ ਨੂੰ ਯਾਦ ਕਰਨਾ ਚਾਹੁੰਦਾ ਹਾਂ, ਸਰਦਾਰ ਅਮਰਜੀਤ ਸਿੰਘ ਆਲੂਵਾਲੀਆ, ਉਹਨਾਂ ਦੇ ਨਾਲ ਉਹਨਾਂ ਦਾ ਇੱਕ ਬਹੁਤ ਵੱਡਾ ਗਰੁੱਪ ਸੀਗਾ, ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਕਰਕੇ ਇਹ ਫੈਸਲਾ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਸਿੱਖ ਨੇ ਉਹ 15 ਅਗਸਤ ਜਿਹੜੀ ਪਰੇਡ ਹੁੰਦੀ ਹੈ, ਇੰਡੀਆ ਡੇ ਪਰੇਡ, ਉਹਦੇ ਵਿੱਚ ਸਿੱਖ ਪਾਰਟਿਸਿਪੇਟ ਕਰਦੇ ਸੀਗੇ। ਉਸ ਦਿਨ ਡਾਕਟਰ ਗੁਰਚਰਨ ਸਿੰਘ ਹੋਣਾ ਨੇ ਤੇ ਉਸ ਵੇਲੇ ਦੇ ਜਿਹੜੇ ਸੁਚੱਜੇ ਲੀਡਰ ਸੀਗੇ, ਉਹਨਾਂ ਨੇ ਮੈਡੀਸਨ ਸਕੁਅਰ ਗਾਰਡਨ ਜਿਹੜਾ ਕਿ ਉਸ ਵੇਲੇ $1.25 ਲੱਖ ਰੈਂਟ ਪੇ ਕੀਤਾ ਸੀ 1985 ਦੇ ਵਿੱਚ। ਉਹਨਾਂ ਨੇ ਡਿਸਾਈਡ ਕੀਤਾ ਕਿ from today onward we will not participate in the Sikh Day parade and the Sikhs they will have their own parade. ਇਸ ਪਰੇਡ ਦੀ ਹਿਸਟਰੀ ਆ। ਸਾਨੂੰ ਇੱਕ ਧਾਰਮਿਕ ਘੱਟ ਗਿਣਤੀ ਹੋਣ ਦੇ ਨਾਤੇ Manhattan is the only place where the Sikhs have privilege by the city of New York to have a parade, because we are not a nation, we are not a country right now, but they gave us the permission to have a parade. So ਇਹ ਇੱਕ ਬਰੀਫ ਹਿਸਟਰੀ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀਗਾ। ਔਰ ਇਸ ਪਰੇਡ ਨੂੰ ਤੁਸੀਂ ਕਿਸੇ ਹੋਰ ਜਿਹੜੀਆਂ ਪਰੇਡਾਂ ਹੁੰਦੀਆਂ ਨੇ, ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਇਸ ਪਰੇਡ ਤੇ ਫੋਕਸ ਰੱਖੀਏ, ਇਸ ਪਰੇਡ ਨੂੰ ਵੱਡਾ ਕਰੀਏ। ਇਸ ਪਰੇਡ ਦੇ ਵਿੱਚ ਅਸੀਂ ਜੋ ਖਾਲਸੇ ਦਾ ਸੁਨੇਹਾ ਆ, ਗੁਰੂ ਨੇ ਜੋ ਬਖਸ਼ਿਸ਼ ਕੀਤੀ ਹੈ ਸਾਡੇ ਤੇ,
ਕਿ ਜਦੋਂ ਖਾਲਸਾ ਤੁਰਦਾ ਆ ਹਾਥੀ ਦੀ ਚਾਲ, ਜਦੋਂ ਖਾਲਸਾ ਜਿਹੜਾ ਆ ਉਹ ਸ਼ੇਰ ਵਾਂਗ ਦਹਾੜਦਾ ਆ, ਉਦੋਂ ਉਹ ਕਿਸੇ ਤੇ ਜ਼ੁਲਮ ਨਹੀਂ ਕਰਦਾ, ਉਹ ਕਿਸੇ ਨੂੰ ਲਤਾੜਦਾ ਨਹੀਂ, ਉਹ ਲੋਕਾਂ ਤੇ ਮਜ਼ਲੂਮਾਂ ਤੇ ਭਲਾ ਕਰਦਾ ਆ, ਗਰੀਬ ਦੀ ਰੱਖਿਆ ਕਰਦਾ ਤੇ ਜਰਮਾਨੇ ਦੀ ਭਖਿਆ ਕਰਦਾ ਆ। ਇਸ ਪਰੇਡ ਤੋਂ ਅਸੀਂ ਕੁਝ ਉਹ ਪੈਦਾ ਕਰਨਾ ਸ਼ੁਰੂ ਕਰੀਏ। ਮੈਂ ਇੱਕ ਬੇਨਤੀ ਹੋਰ ਤੁਹਾਡੇ ਨਾਲ ਸਾਂਝੀ ਕਰਕੇ, ਕਿਉਂਕਿ ਮੀਂਹ ਪੈ ਰਿਹਾ, ਕਾਫੀ ਬੁਲਾਰੇ ਨੇ ਬੋਲਣਾ ਆ, ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਇਸ ਬਾਰੇ ਸਾਂਝੀ ਕਰਨੀ ਚਾਹੁੰਦਾ ਆ ਕਿ ਜਿਸ ਲੜਾਈ ਨੂੰ ਅਸੀਂ ਪਿਛਲੇ 35 ਸਾਲਾਂ ਤੋਂ ਜਾਂ ਉਹ ਤੋਂ ਵੀ ਪਹਿਲਾਂ ਕਈ ਜਿਹੜੇ ਸਿੰਘ ਨੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਖਾਲਸੇ ਦੀ ਜਿਹੜੀ ਪ੍ਰਭੂ ਸੱਤਾ ਸੰਪੰਨ ਦੇਸ਼ ਦੀ ਖਾਲਸੇ ਦੇ ਗੁਰੂ ਖਾਲਸਾ ਜੀ ਦੇ ਬੋਲ ਬਾਲਿਆਂ ਦੀ ਗੱਲ ਕਰਦੇ ਆ ਰਹੇ ਆ। ਉਹਨਾਂ ਲੋਕਾਂ ਦੇ ਚਰਨਾਂ ਵਿੱਚ ਮੇਰੀ ਬੇਨਤੀ ਆ ਕਿ ਸੰਗਤ ਜਿਹੜੀ ਆ, ਸੰਗਤ ਮਾਈ ਬਾਪ ਆ, ਤੁਸੀਂ ਗੁਰੂ ਦਾ ਰੂਪ ਹੋ, ਇੱਕ ਗੁਰੂ ਗ੍ਰੰਥ ਗੁਰੂ ਆ, ਇੱਕ ਪੰਥ ਗੁਰੂ ਆ। ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਆ ਕਿ ਇਸ ਸੰਘਰਸ਼ ਨੂੰ ਅਸੀਂ ਸਹਿਜੇ ਹੋ ਕੇ ਪਿਆਰ ਵਿੱਚ ਆ ਕੇ ਆਪਣੀ ਕੌਮ ਦਾ, ਆਪਣੀ ਲੋਕਾਈ ਦਾ ਤੇ ਗੁਰੂ ਦੇ ਸ਼ਬਦ ਦਾ ਜਿਹੜਾ ਪਸਾਰ ਕਰਨ ਦੇ ਲਈ, ਗੁਰੂ ਦੇ ਸ਼ਬਦ ਨੂੰ ਜਿਹੜਾ ਆ ਦੁਨੀਆ ਦੇ ਵਿੱਚ ਲੈ ਕੇ ਜਾਣ ਲਈ ਅਸੀਂ ਉਸ ਦੇਸ਼ ਕਾਲ ਦੀ ਘਾੜਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਵਿੱਚ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਤੇ ਅਸੀਂ ਉਸ ਦੇਸ਼ ਦੀ ਘਾੜਨਾ ਕਰਨ ਜਾ ਰਹੇ ਹਾਂ ਜਿੱਥੇ ਬੇਗਮਪੁਰਾ ਜਿਹੜਾ, ਜਿੱਥੇ ਕਿਸੇ ਨੂੰ ਦੁੱਖ ਨਹੀਂ ਹੋਊਗਾ, ਕਿਸੇ ਨੂੰ ਤਕਲੀਫ ਨਹੀਂ ਹੋਊਗੀ, ਹਰ ਮਨੁੱਖ ਆਪਣੇ ਆਪ 'ਚ ਆਜ਼ਾਦ ਮਨੁੱਖ ਹੋਊਗਾ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਸੀਂ ਇਸ ਕੌਜ਼ ਨੂੰ ਧਰਮੇ ਦੇ ਨਾਲ, ਸਹਿਜ ਦੇ ਨਾਲ, ਧੀਰਜ ਦੇ ਨਾਲ, ਗੁਰੂ ਦੇ ਸ਼ਬਦ ਦੇ ਆਸਰੇ ਇਸ ਸੰਘਰਸ਼ ਨੂੰ ਜਿਹੜਾ ਆ ਅੱਗੇ ਲੈ ਕੇ ਜਾਈਏ। ਆਪਸੀ ਜਿਹੜੇ ਸਾਡੇ ਮਤਭੇਦ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰੀਏ ਜਿੰਨਾ ਘੱਟ ਕਰ ਸਕਦੇ ਹਾਂ ਤੇ ਕੌਮ ਦੀ ਜਿਹੜੀ ਆਜ਼ਾਦੀ ਆ ਉਹਦੇ ਲੜ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ, ਖਾਲਿਸਤਾਨ। ਹੁਣ ਸਾਡੇ ਬੁਲਾਰੇ ਨੇ ਅਗਲੇ ਭਾਈ ਬੂਟਾ ਸਿੰਘ ਜੀ ਖੜਾਗ, ਜਿਨ੍ਹਾਂ ਨੇ ਪਿਛਲੇ 3 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਨਾਲ ਰਲ ਕੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਕੰਮ ਕੀਤਾ। ਉਸ ਤੋਂ ਬਾਅਦ ਹਰਦਿਆਲ ਸਿੰਘ ਸਾਡੇ ਕੋਲ ਪਹੁੰਚੇ ਹਨ, ਜਿਨ੍ਹਾਂ ਨੇ ਯੂਕਰੇਨ ਦੇ ਵਿੱਚ ਜਿਵੇਂ ਕਿ ਪਿੱਛੇ ਲੜਾਈ ਹੋਈ ਆ, ਉੱਥੋਂ ਦੇ ਬੀਬੀ ਸਾਡੇ ਕੋਲ ਆਈ ਹੋਈ ਆ। ਉਸ ਤੋਂ ਬਾਅਦ ਉਹ ਭਾਈ ਬੂਟਾ ਸਿੰਘ ਜੀ ਖੜਾਓ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ, ਉਸ ਦੇ ਨਾਲ ਹੀ 29 ਅਪ੍ਰੈਲ 1986 ਨੂੰ ਖਾਲਿਸਤਾਨ ਐਲਾਨਨਾਮਾ ਵੀ ਮਨਾ ਰਹੇ ਹਾਂ। ਉਸ ਦੇ ਨਾਲ ਹੀ ਨਵੀਂ ਕਮੇਟੀ ਜਿਹੜੀ ਆ ਰਿਚਮੰਡ ਹਿੱਲ ਦੀ, ਇਹ ਤਿੰਨਾਂ ਹੀ ਚੀਜ਼ਾਂ ਦੇ ਉੱਤੇ ਆਪਾਂ ਸਾਰਿਆਂ ਨੂੰ, ਮੈਂ ਤੁਹਾਨੂੰ ਆਪਣੇ ਵੱਲੋਂ, ਜਥੇਬੰਦੀ ਵੱਲੋਂ ਅਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਮੁਬਾਰਕਬਾਦ ਦਿੰਦਾ ਹਾਂ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਨੇ ਜਿੱਥੇ ਸਿੱਖ ਧਰਮ ਨੂੰ ਪੈਦਾ ਕੀਤਾ, ਉੱਥੇ ਮਨੁੱਖੀ ਅਧਿਕਾਰਾਂ ਲਈ ਇੱਕ ਕੌਮੀਅਤ ਪੈਦਾ ਕੀਤੀ। ਆਪਾਂ ਉਸ ਖਿੱਤੇ ਦੇ ਉੱਤੇ 90 ਸਾਲ ਰਾਜ ਕੀਤਾ। ਜਿਹੜਾ ਅੱਜ ਦਾ ਬ੍ਰਾਹਮਣਵਾਦ, ਮਨੂਵਾਦ ਕਹਿੰਦਾ ਕਿ ਸਾਨੂੰ 75 ਸਾਲ ਰਾਜ ਕਰਦਿਆਂ ਨੂੰ ਹੋ ਗਏ, ਤੁਸੀਂ 90 ਸਾਲ ਉਸ ਧਰਤੀ ਤੇ ਰਾਜ ਕੀਤਾ। 5 ਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ, 35 ਸਾਲ ਮਿਸਲਾਂ ਦੇ ਰੂਪ ਦੇ ਵਿੱਚ, ਤੇ 50 ਸਾਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਰਾਜ ਕੀਤਾ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਿੱਖ ਧਰਮ ਦੇ ਵਿੱਚ ਜਿੱਥੇ ਡੈਮੋਕ੍ਰੈਟਿਕ ਪੀਸਫੁਲ ਤਰੀਕੇ ਦੇ ਨਾਲ ਸੰਘਰਸ਼ ਚੱਲਦਾ, ਉੱਥੇ ਹਥਿਆਰਬੰਦ ਘੋਲ ਵੀ ਚੱਲਿਆ। ਜਿੱਥੇ ਪੰਚਮ ਪਾਤਸ਼ਾਹ ਨੇ ਪੀਸਫੁਲ ਤਰੀਕੇ ਨਾਲ ਸ਼ਹਾਦਤ ਦਿੱਤੀ ਤੇ ਉਹਦੇ ਵਿੱਚੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਤੇ ਮੀਰੀ ਪੀਰੀ ਦਾ ਸਿਧਾਂਤ ਚੱਲਿਆ। 9ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚੋਂ ਖਾਲਸਾ ਪ੍ਰਗਟ ਹੋਇਆ, ਜਿਹੜਾ ਤੁਸੀਂ ਦਿਹਾੜਾ ਮਨਾ ਰਹੇ ਆ। ਸਾਧ ਸੰਗਤ, ਜਿਹੜਾ ਪੰਜਾਬ ਆ, ਪੰਜਾਬ ਦਾ ਸੁਭਾਅ, ਪੰਜਾਬ ਦਾ ਕਲਚਰ, ਉਹ ਹਿੰਦੁਸਤਾਨ ਦੇ ਨਾਲ ਮੇਲ ਨਹੀਂ ਖਾਂਦਾ, ਜਮਨਾ ਤੋਂ ਪਾਰ ਮੇਲ ਨਹੀਂ ਖਾਂਦਾ। ਤੁਸੀਂ ਬਾਦਸ਼ਾਹ ਹੋ, ਗੁਰੂ ਸਾਹਿਬ ਨੇ ਤੁਹਾਨੂੰ ਕੌਮ ਦਾ ਦਰਜਾ ਦਿੱਤਾ, ਤੁਸੀਂ ਵੱਖਰਾ ਧਰਮ ਹੈ, ਪਰ ਖਾਲਸਾ ਰਾਜ ਜਿਹਦੇ ਵਿੱਚ 6%
5% ਸਿੱਖਾਂ ਦੀ ਗਿਣਤੀ ਹੋਵੇ, ਜਿਨ੍ਹਾਂ ਨੇ 53-55% ਮੁਸਲਮਾਨਾਂ ਨੂੰ ਵੀ ਬੰਨ੍ਹ ਕੇ ਰੱਖਿਆ, 37-38% 40% ਹਿੰਦੂਆਂ ਨੂੰ ਵੀ ਬੰਨ੍ਹ ਕੇ ਰੱਖਿਆ। ਦੁਨੀਆ ਤੇ ਕੋਈ ਐਸੀ ਮਿਸਾਲ ਨਹੀਂ ਕਿ ਮਿਨੋਰਟੀ ਨੇ ਮੈਜੋਰਟੀ ਨੂੰ ਬੰਨ੍ਹ ਕੇ ਰੱਖਿਆ ਹੋਵੇ। ਸਿੱਖ ਨਾਲੋਂ ਵਧੀਆ ਐਡਮਿਨਿਸਟ੍ਰੇਟਰ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ। ਕਦੇ ਵੀ ਆਪਣੇ ਆਪ ਨੂੰ ਘਟਾ ਕੇ ਨਾ ਦੇਖੋ। ਦੁਨੀਆ ਦਾ ਵਾਤਾਵਰਣ ਬਦਲ ਰਿਹਾ, ਸਮੀਕਰਨ ਬਦਲ ਰਹੇ ਨੇ। ਅਸੀਂ ਆਜ਼ਾਦ ਹੋਵਾਂਗੇ ਜਿੰਨੀ ਦੇਰ ਪੰਜਾਬ ਦੀ ਧਰਤੀ ਆਜ਼ਾਦ ਨਹੀਂ ਹੁੰਦੀ, ਉਨੀ ਦੇਰ ਅਸੀਂ ਦੁਨੀਆ ਦੇ ਹਾਣੀ ਬਣੇ ਨਹੀਂ ਸਕਦੇ। ਦੁਨੀਆ ਵਿੱਚ ਸਾਡੀ ਪਛਾਣ ਨਹੀਂ ਹੋ ਸਕਦੀ। ਆਪਾਂ ਪੰਜਾਬ ਦੇ ਵਿੱਚ ਵੀ ਕੋਈ ਸਪੇਸ ਖਾਲੀ ਨਹੀਂ ਛੱਡਣਾ, ਚਾਹੇ ਉਹ ਪਿੰਡ ਦੇ ਪੰਚ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਜਿਹੜੇ ਚੁਣੇ ਹੋਏ ਤੁਹਾਡੇ ਇਲੈਕਟਡ ਅਫੀਸ਼ਲ ਹੋਣਗੇ, ਉਹਨਾਂ ਦੀ ਗੱਲ ਦੁਨੀਆ ਨੂੰ ਸੁਣੀ ਜਾਂਦੀ ਆ। ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਬੋਲਦੇ ਨੇ, ਉਹ ਸਪੀਚਸ ਅਮਰੀਕਾ ਦੀ ਸਟੇਟ ਡਿਪਾਰਟਮੈਂਟ, ਕੈਨੇਡਾ, ਇੰਗਲੈਂਡ ਦੇ ਪਾਰਲੀਮੈਂਟ ਦੇ ਵਿੱਚ ਦਰਜ ਹੁੰਦੀਆਂ ਨੇ। ਸੋ ਇਸ ਕਰਕੇ ਆਪਾਂ ਉਹ ਵੀ ਅਪਰਚੁਨਿਟੀ ਨਹੀਂ ਛੱਡਣੀ। ਜਿੱਥੇ ਜਿੱਥੇ ਵੀ ਅਸੀਂ ਕੋਈ ਕੰਮ ਕਰ ਸਕਦੇ ਹਾਂ, ਉਸ ਕੰਮ ਨੂੰ ਅਸਾਂ ਉਸੇ ਤਰ੍ਹਾਂ ਜਾਰੀ ਰੱਖਣਾ, ਤਾਂ ਅਸੀਂ ਆਜ਼ਾਦੀ ਵੱਲ ਵਧ ਸਕਦੇ ਹਾਂ। ਕਿਹੜੇ ਕੰਮ ਕਰਨੇ ਆਪਾਂ ਇਸ ਦੇਸ਼ ਦੇ ਵਿੱਚ? ਸਾਨੂੰ 2-3 ਤਰ੍ਹਾਂ ਦੇ ਕੰਮ ਇਸ ਮੁਲਕ 'ਚ ਕਰਨੇ ਪੈਣਗੇ। ਇੱਕ ਤਾਂ ਉਹ ਟੀਮ ਖੜੀ ਕਰਨੀ ਪਊਗੀ ਜਿਹੜੀ ਇੱਥੇ ਦੇ ਟਾਊਨਸ਼ਿਪਾਂ ਦੇ ਵਿੱਚ ਬੱਚੇ ਸਾਡੇ ਫਿੱਟ ਹੋਣ। ਇੱਕ ਉਹ ਟੀਮ ਸਾਨੂੰ ਖੜੀ ਕਰਨੀ ਪਊਗੀ ਜਿਹੜੀ ਸਟੇਟ ਦੇ ਵਿੱਚ ਪ੍ਰੋ ਸਿੱਖੀ ਦਾ ਕੰਮ ਕਰੇ। ਇੱਕ ਟੀਮ ਸਾਨੂੰ ਉਹ ਖੜੀ ਕਰਨੀ ਪਊਗੀ ਜਿਹੜੀ ਕੈਪੀਟਲ ਲੈਵਲ ਦੇ ਉੱਤੇ ਫੈਡਰਲ 'ਚ ਕੰਮ ਕਰੇ। ਅਸੀਂ ਇਹ ਥੋੜੇ ਜਿਹੇ ਕੰਮ ਦੇ ਵਿੱਚ ਆਪਣੇ ਨਿਮਾਣੇ ਸਾਧਨਾਂ ਦੇ ਨਾਲ ਅਸੀਂ ਕਾਮਯਾਬ ਵੀ ਹੋਏ ਆ। ਸੋ ਇਹ ਦੇਸ਼ ਐਸਾ ਦੇਸ਼ ਹੈ ਜਿਹੜਾ ਕਾਮਨਵੈਲਥ ਮੈਂਬਰਾਂ ਦਾ ਮੈਂਬਰ ਨਹੀਂ ਹੈ। ਇੱਥੋਂ ਕੀਤੀ ਹੋਈ ਗੱਲ ਦੁਨੀਆ ਭਰ ਜਾਂਦੀ ਆ। ਆਪਾਂ ਇਸ ਦੇਸ਼ ਵਿੱਚ ਤਕੜੇ ਹੋਈਏ ਤੇ ਆਪਣੀ ਆਜ਼ਾਦੀ ਵੱਲ ਵਧੀਏ। ਮੈਨੂੰ ਪਤਾ ਬੁਲਾਰੇ ਬਹੁਤ ਨੇ। ਮੈਂ ਤੁਹਾਡਾ ਸਾਰਿਆਂ ਦਾ ਸਿੱਖ ਕਲਚਰ ਕਮੇਟੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਭੁਪਿੰਦਰ ਸਿੰਘ, ਇਹਨਾਂ ਦੀ ਪੂਰੀ ਟੀਮ ਤੇ ਪਹਿਲੀ ਕਮੇਟੀ ਕੰਗ ਸਾਹਿਬ ਹੋਣੀ, ਸਾਰਿਆਂ ਦਾ, ਜਿੰਨੀਆਂ ਵੀ ਕਮੇਟੀਆਂ ਇੱਥੇ ਆਈਆਂ, ਸਾਰਿਆਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਆ। ਕਿਉਂਕਿ ਜਿਹੜੀ ਇਹ ਪਰੇਡ ਨਗਰ ਕੀਰਤਨ ਆ, ਇਹਦੀ ਆਪਣੀ ਇੱਕ ਵੱਖਰੀ ਵਿਲੱਖਣ ਹੋਂਦ ਆ ਦੁਨੀਆ ਦੇ ਵਿੱਚ। ਸਾਰੀਆਂ ਕਮੇਟੀਆਂ ਨੇ ਚੰਗੇ ਕੰਮ ਕੀਤੇ ਨੇ। ਭਾਈ ਮੇਰੀ ਬੇਨਤੀ ਆ, ਜਿੱਥੇ ਵੀ ਕੋਈ ਆਜ਼ਾਦੀ ਦੀ ਗੱਲ ਹੋ ਰਹੀ ਆ, ਆਪਾਂ ਕਦੇ ਵੀ ਰੋੜਾ ਨਹੀਂ ਅਟਕਾਉਣਾ। ਕਿਉਂਕਿ ਜਦੋਂ ਸਾਡਾ ਜੈਨੋਸਾਈਡ ਹੋਇਆ, ਨਾ ਉਹਨਾਂ ਨੇ ਕੂਕਾ ਸਿੱਖ ਵੇਖਿਆ, ਨਾ ਉਹਨਾਂ ਨੇ ਰਾਧਾ ਸਵਾਮੀ ਵੇਖਿਆ, ਨਾ ਉਹਨਾਂ ਨੇ ਬਾਦਲ ਦਲੀਆ ਸਿੱਖ ਵੇਖਿਆ, ਨਾ ਉਹਨਾਂ ਨੇ ਕਾਂਗਰਸੀ ਸਿੱਖ ਵੇਖਿਆ, ਨਾ ਉਹਨਾਂ ਨੇ ਮਾਨ ਦਲੀਆ ਸਿੱਖ ਵੇਖਿਆ। ਸਾਡੀ ਸਾਰਿਆਂ ਦੀ ਨਸਲਕੁਸ਼ੀ ਹੋਈ ਆ। ਆਪਾਂ ਸਟੇਟ ਵੱਲ ਵਧੀਏ। ਜਦੋਂ ਸਾਡੀਆਂ ਕਰਤੂਤਾਂ ਮਾੜੀਆਂ ਹੋਣਗੀਆਂ, ਇਹ ਕੰਪਾਈਲ ਹੋਣੀਆਂ, ਕੰਪਾਈਲ ਹੋ ਕੇ ਇੱਥੇ ਦੀਆਂ ਲਾਇਬ੍ਰੇਰੀਆਂ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਪੜ੍ਹਨਗੀਆਂ। ਸੋ ਆਪਾਂ ਕੋਈ ਐਸਾ ਕੰਮ ਨਹੀਂ ਕਰਨਾ। ਉੱਥੇ ਖਾਲਿਸਤਾਨੀ ਵੀ ਜਿਹੜੇ ਮੇਰੇ ਵੀਰ ਨੇ, ਉਹ ਵੀ ਸਾਰਿਆਂ ਨੂੰ ਕੜਾਵੇ ਦੇ ਵਿੱਚ ਲਾਓ। ਖਾਲਿਸਤਾਨ ਕੋਈ ਡਰਾਉਣਾ ਹਵਾ ਨਹੀਂ, ਉਹ ਤੁਹਾਡਾ ਨੇਸ਼ਨ ਹੈ। ਜੇ ਆਪਾਂ ਕੋਈ ਮਦਦ ਨਹੀਂ ਕਰ ਸਕਦੇ ਤਾਂ ਆਪਾਂ ਉਹਦੀ ਮੁਖਾਲਫਤ ਨਹੀਂ ਕਰਨੀ। ਆਪਾਂ ਆਜ਼ਾਦ ਹੋਵਾਂਗੇ, ਆਪਾਂ ਵੀ ਲੜਾਂਗੇ, ਸਾਡੀਆਂ ਨਸਲਾਂ ਵੀ ਲੜਨਗੀਆਂ, ਉਹਨਾਂ ਦੀਆਂ ਗਾਹਾਂ ਵੀ ਨਸਲਾਂ ਲੜਨਗੀਆਂ। ਪੰਜਾਬ ਆਜ਼ਾਦ ਹੋਊਗਾ ਤੇ ਸਾਡਾ ਆਜ਼ਾਦ ਖਾਲਿਸਤਾਨ ਬਣੂਗਾ। ਮੈਂ ਤੁਹਾਡਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ, ਪ੍ਰਬੰਧਕ ਕਮੇਟੀ ਦਾ, ਸੰਗਤ ਦਾ, ਮੌਸਮ ਬੜਾ ਖਰਾਬ ਹੋਣ ਦੇ ਬਾਵਜੂਦ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬੂਟਾ ਸਿੰਘ ਜੀ ਖੜਾਕ। ਮੈਂ ਹੁਣ ਬੇਨਤੀ ਕਰੂੰਗਾ ਭਾਈ ਹਰਦਿਆਲ ਸਿੰਘ ਜੀ, ਯੂਨਾਈਟਿਡ ਸਿੱਖ। ਕੌਣ ਨਹੀਂ ਜਾਣਦਾ ਇਹਨਾਂ ਨੂੰ? ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਮੁਸੀਬਤ ਪਈ ਆ ਮਨੁੱਖਤਾ ਤੇ, ਇਹ ਉੱਥੇ ਪਹੁੰਚੇ ਹਨ। ਯੂਕਰੇਨ ਦੇ ਵਿੱਚ ਵੀ ਪਹੁੰਚੇ ਹਨ। ਇਹਨਾਂ ਦੇ ਨਾਲ ਉੱਥੋਂ ਬੀਬੀ ਪਹੁੰਚੀ ਆ। ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਆ ਤੇ ਉਹਨਾਂ ਨੂੰ ਇਹ ਕਰਵਾਉਣਗੇ, ਉਹਨਾਂ ਬਾਰੇ ਦੱਸਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ ਦੇਣਾ ਚਾਹਾਂਗਾ ਤੇ ਇਹ ਗੱਲ ਜ਼ਰੂਰੀ ਦੱਸਣਾ ਚਾਹਾਂਗਾ ਕਿ ਜਿਹੜਾ 30 ਮਿਲੀਅਨ ਸਿੱਖ ਜਿਹੜਾ ਹੈਗਾ, ਉਹਦੇ ਜਿਹੜਾ ਡਾਇਸਪੋਰਾ ਹੈਗਾ, ਉਹਦੀ ਸਟਰੈਂਥ ਨੂੰ ਅੰਡਰ ਐਸਟੀਮੇਟ ਬਿਲਕੁਲ ਨਾ ਕਰੋ। ਉਹ ਜਿਹੜੀ ਸਟਰੈਂਥ ਹੈ ਉਹ ਇੰਡੀਪੈਂਡੈਂਟ ਡਿਸੀਜਨਸ ਬਣਾਉਂਦੀ ਹੈ। ਜਿੱਥੇ ਕੋਈ ਮੁਸ਼ਕਲਾਂ ਆਉਂਦੀਆਂ ਨੇ ਉੱਥੇ ਉਹਨਾਂ ਚੋਂ ਜਿਹੜੇ ਐਕਟਿਵਿਸਟ ਨੇ ਸਾਰੇ ਜਾ ਕੇ ਸੇਵਾ ਕਰਦੇ ਨੇ। ਮੈਨੂੰ ਪਿੱਛੇ ਯੂਨਾਈਟਿਡ ਸਟੇਟਸ ਨਾਲ ਮੌਕਾ ਮਿਲਿਆ ਯੂਕਰੇਨ ਜਾਣ ਲਈ। ਯੂਕਰੇਨ ਵਿੱਚ ਅਸੀਂ ਖਾਰਕਿਵ, ਕੀਵ, ਜਿੱਥੇ ਇਸ ਵੇਲੇ ਵੀ ਬੰਬ ਚੱਲ ਰਹੇ ਨੇ, ਔਰ ਉੱਥੇ ਉਹਨਾਂ ਨੇ ਕਿਸ ਤਰੀਕੇ ਨਾਲ ਸਾਰਿਆਂ ਨੂੰ ਆਰਗੇਨਾਈਜ਼ ਕੀਤਾ। ਅਮਰੀਕਾ ਵਿੱਚ ਜਿਹੜੀ ਆਰਗੇਨਾਈਜੇਸ਼ਨ, ਯੂਕਰੇਨੀਅਨ ਆਰਗੇਨਾਈਜੇਸ਼ਨ, ਮੈਂ ਹੁਣ ਥੋੜੀ ਜਿਹੀ ਇੰਗਲਿਸ਼ ਵਿੱਚ ਗੱਲ ਕਰਾਂਗਾ ਕਿਉਂਕਿ ਮੇਰੇ ਨਾਲ ਇੱਥੇ ਯੂਕਰੇਨੀਅਨ ਸਾਡੇ ਫੈਲੋਜ਼ ਨਾਲ ਆਏ ਹੋਏ ਨੇ।
ਔਰ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਰਜ਼ੋਨ ਦਾ ਮਤਲਬ ਹੈ ਟੂ ਗੈਟ ਟੂਗੇਦਰ। ਉਹਨਾਂ ਨੇ ਕੋਲੀਸ਼ਨ ਬਣਾਈ, ਜਿੰਨੀ ਜਥੇਬੰਦੀਆਂ ਨੇ ਯੂਕਰੇਨੀਅਨ ਵਰਲਡ ਵਾਈਡ ਉਹ ਇਕੱਠੀਆਂ ਹੋਈਆਂ। ਉਹਨਾਂ ਨੇ ਇਕੱਠੇ ਹੋ ਕੇ ਇੱਕ ਉਹ ਸਿੱਖ ਸਮਿਟ ਕਰਦੇ ਨੇ, ਜਿੱਥੇ ਮੇਰੇ ਤੋਂ ਪਹਿਲੇ ਸਿੰਘ ਸਾਹਿਬ ਬੋਲ ਕੇ ਗਏ ਨੇ। ਉਹਨਾਂ ਨੇ ਜਿੱਦਾਂ ਕਿਹਾ ਕਿ ਜਿਸ ਤਰ੍ਹਾਂ ਵਾਸ਼ਿੰਗਟਨ DC ਵਿੱਚ ਜਾ ਕੇ ਕਾਂਗਰਸਮੈਨਾਂ ਨੂੰ, ਸੈਨੇਟਰਸ ਨੂੰ ਜਾ ਕੇ ਤੁਸੀਂ ਆਪਣੀਆਂ ਗੱਲਾਂ ਦੱਸਣੀਆਂ ਨੇ। ਪਿਛਲੇ ਹਫਤੇ ਮੈਂ ਇਹਨਾਂ ਦੀ ਟੀਮ ਨਾਲ ਗਿਆ, ਬਹੁਤ ਕੁਝ ਸਿੱਖਣ ਨੂੰ ਸਾਨੂੰ ਮਿਲਿਆ ਉੱਥੇ ਉਹਨਾਂ ਨਾਲ ਕਿ ਕਿਸ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਹੋ ਕੇ ਆਪਣੇ ਸਿਵਲ ਔਰ ਹਿਊਮਨ ਰਾਈਟਸ ਦੀ ਗੱਲ ਕਰ ਸਕਦੇ ਹੋ, ਆਪਣੇ ਮੁਲਕ ਦੀ ਗੱਲ ਤੁਸੀਂ ਕਰ ਸਕਦੇ ਹੋ। ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲਵਾਂਗਾ। ਮੇਰੇ ਨਾਲ ਈਵਾ ਕੁਰੇਲਿਟਸ, ਇਹ ਐਗਜ਼ੀਕਿਊਟਿਵ ਡਾਇਰੈਕਟਰ ਯੂਕਰੇਨ ਰਜ਼ੋਨ ਦੇ ਯੂਨਿਟ ਦੇ ਮੈਂਬਰ ਹੈ। ਇਹਨਾਂ ਨੂੰ ਮੈਂ ਸ਼ਹੀਨ ਟਾਊਨ ਵਿੱਚ ਮਿਲਿਆ, ਜਿੱਥੇ ਕਿ ਨਿਊ ਜਰਸੀ ਦੇ ਗਵਰਨਰ ਮਿਸਟਰ ਮਰਫੀ ਤੇ ਉਹਨਾਂ ਦੀ ਵਾਈਫ ਸਾਡੇ ਨਾਲ ਗਏ ਹੋਏ ਸਨ। ਉੱਥੇ ਉਹਨਾਂ ਨੇ ਇਹ ਸਾਨੂੰ ਉੱਥੇ ਮਿਲੇ ਤੇ ਇਹ ਅੱਜ ਸਾਡੇ ਵਿੱਚ ਆਏ ਨੇ ਸਿੱਖ ਡਾਇਸਪੋਰਾ ਵਿੱਚ ਦੱਸਣ ਲਈ, ਟੂ ਟੈਲ ਐਵਰੀਬਾਡੀ what the current situation of Ukraine is, what lessons they have learned, and what we can learn from the community in Ukraine today as of now and what they need. So I ask Eva to come on the stage and speak for a few minutes. Thank you. Thank you so much. Vaheguru Dika Khalsa. I hope that was right, because I want to say thank you that I'm here now. I want to say thank you that I saw lots of you in Ukraine just a few weeks ago, a few months ago, and you continue supporting Ukraine. That means a lot for all of us. My name is Eva and I work in Ukraine. I'm the head of Razom team in Ukraine. And I'm glad to see lots of you, and I'm glad to meet you again, because my first meeting with United Sikhs was in Shagini. There a huge team was with Governor of New Jersey and his wife, and that's a pleasure to see lots of faces which I know again. We congratulate Sikh communities celebrating a festival of Vaisakhi, the birthday of Khalsa. Today they gathered to honor the mighty force that fills our hearts, the power of spirit and strength of compassion. We are proud to have friends like Sikhs. That means a lot, and Sikhs always stood together with justice, and we welcome their support to human rights and justice to the common man and for themselves. We are grateful that we have your support through your international NGO organization. As of now, there are more than 5 million Ukrainian refugees. We know that war is not ended yet, and lots of them are here and need support. I have been thinking a lot about what should I say today, and the main thing I want to say is people need people. Me as a mom, I have a daughter, she's 5 years old. Me as a daughter, I have parents, I have grandparents which need medical help, they need support. I'm Ukrainian. My country, there's aggressor which want to kill my people, to take my land. And what do I really need? And I understood that I really need people. Tomorrow I will return home to Kyiv, and I have a very powerful feeling that I'm really not alone. Lots of people there. Just a few days ago, it was a huge attack on Kyiv city again, and 23 people were killed in their home, that civilian's house with lots of families, and 23 people just died. 4 of them was kids. That's horrible. I'm asking you not to forget about who we are fighting with. That's aggressor, which kills kids, which destroy churches and hospitals, which rape women, which kill men, which just take care about their land and their families.
Thank you that you don't forget. Thank you for your support. Thank you that you does take care about refugees. I saw lots of you on the border, and that was great. I know that you still have a program of medical trainings in Ukraine, and I hope that we will have partnership in some cases in Ukraine. So I just want to say that we just want to live normal life. I want to take my 5-year-old daughter to school. I want to. Yeah, sure. Oh, sorry. Sure. And that means a lot. Hope to see lots of you in Ukraine. Thank you for your support. That really means a lot for all of us, for many Ukrainian people which see you on the border, which see you in university, in refugee centers. They understand that you don't care and they are not alone. Thank you so much. ਥੈਂਕ ਯੂ ਵੈਰੀ ਮਚ ਈਵਾ। ਇਹ ਬੀਬੀ ਨੇ ਆਪਾਂ ਨੂੰ ਦੱਸਿਆ ਜਿਵੇਂ ਕਿ ਦਰਦ ਹੈ ਆਪਦੇ ਦੇਸ਼ ਦਾ, ਆਪਣੇ ਭੈਣਾਂ ਦਾ, ਆਪਣੇ ਭਰਾਵਾਂ ਦਾ, ਆਪਣੇ ਦਾਦਿਆਂ ਦਾ, ਨਾਨੀਆਂ ਦਾ। ਸੋ ਇਹ ਵੀ ਸਾਡੇ ਵਾਂਗੂ ਵਿਚਾਰੇ ਇਹਨਾਂ ਦੇ ਦੇਸ਼ ਦੇ ਵਿੱਚ ਵੀ ਜੋ ਧੱਕਾ ਹੋ ਰਿਹਾ। ਮੈਂ ਅਗਲੇ ਬੁਲਾਰੇ ਨੇ ਸਾਡੇ ਸਿੱਖ ਯੂਥ ਅਮਰੀਕਾ ਦੇ ਪ੍ਰਭਦੀਪ ਸਿੰਘ ਜੀ, ਉਸ ਤੋਂ ਅਗਲੇ ਬੁਲਾਰੇ ਭਾਈ ਬਲਜਿੰਦਰ ਸਿੰਘ ਜੀ, ਉਸ ਤੋਂ ਅਗਲੇ ਬੁਲਾਰੇ ਭਾਈ ਤਰਲੋਚਨ ਸਿੰਘ ਜੀ ਭੱਟੀ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਆਪਾਂ ਥੋੜਾ ਸਮਾਂ ਸਿੱਖ ਨੌਜਵਾਨ, ਜਿਵੇਂ ਕਿ ਸਾਡੀਆਂ 2 ਬੱਚੀਆਂ ਪਹਿਲਾਂ ਬੋਲ ਕੇ ਗਈਆਂ ਨੇ, ਇਹ ਪ੍ਰਭਦੀਪ ਸਿੰਘ ਜੀ, ਸਿੱਖ ਯੂਥ ਅਮਰੀਕਾ। ਡੰਡੋਤ ਬੰਦਨ ਅਣਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today we'll be giving a brief speech about our organization, the Sikh Youth of America, also known as SYA. SYA was established in 1989 with the goal of promoting geopolitical and socioeconomic power for Sikhs across the world. Some of the things we do is research, bring light to Sikh issues, whether small or large. We conduct our work with the intent of following Gurbani's teachings, coming up with Gurmat-oriented approaches to solve Sikh issues while promoting the Sikh sovereignty or Khalsa Raj. And there is no better occasion to spread this message than on the remembrance of when Guru Gobind Singh Ji established a new Sikh order and gave identity to a nation which would shake the roots of evil to come for centuries. On this glorious day, Guru Sahib asked for a head. Only the bravest came forward, ready and willing to give their life for the sake of Sikhi, and who are willing to surrender their egos. So Vaisakhi is more than a mere holiday for us. It is when Guru Sahib gave birth to the Khalsa, Jadoo Maharaj ne Khalsa Pragat Kita, with the intention of spreading Deg and Teg and righteousness and justice so that all could rule. But sadly today we as a Sikh nation, while promoting everyone else's rights, are having our own stripped from us. We have numerous issues that need to be dealt with. As we know, Punjab, the land of our gurus, our forefathers and our families, is being polluted by drugs, alcohol, mob violence and much more. Bandi Singhs are rotting away in jail with long overdue sentences and lack of justice awarded. Even our Jathedar, Bhai Jagdar Singh Ji Hawara, is locked up. Numerous reports detail the fact that he's been severely tortured, malnourished and denied medical aid. Bhai Amarpal Ji, who's been a shining light for Punjab, has also been taken into custody and will now face the indiscriminate violence of an unjust Hindu theocracy. Not to mention, numerous Sikhs are dying every day from drug overdoses, farmer suicides, and police brutality. Punjab is a dying state, one that needs revitalization and quick at that. But this is no fault of our own. It is the Hindu-Vata-leaning majority in India that is hell-bent on killing all religions, especially Sikhs. We have lost so much to the conception of India. Bella, Punjab was divided into 3 parts and made Sikhs alienated and made discontent. In the 80s, we demanded greater autonomy for Punjab, and we had nothing where we were attacked on our holiest shrine. Then in November of 1984, we were targeted in a pogrom which killed thousands in a matter of days. The Indian state is hell-bent on oppressing minorities and killing Sikhs, and this goes on to this day.
The UN clearly lays out the definition of genocide. Genocide is an act committed with the intent to destroy in whole or in part the ethnical, racial, or religious group, which include the killing of members of that group, the causing of serious bodily harm or mental harm to members of that group, and much more. India, to this day, has been killing Sikhs, raping our women, killing our forefathers, and making shaheed innocent people. And we can't let it go on. The attack on Sikhs is well and alive, but so are we. I make this plea to the Sangat. Please remember your shaheeds. Please remember Guru Sahib and walk the path of Sikhi. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪ੍ਰਭਦੀਪ ਸਿੰਘ ਜੀ ਆਪਣੇ 20 ਮਈ ਨੂੰ ਕਾਟਰੇਟ ਵਿਖੇ ਪਰੇਡ ਨਿਕਲੇਗੀ। ਆ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ 20 ਮਈ ਨੂੰ ਉੱਥੇ ਪਹੁੰਚਣਾ ਭਾਈ। ਹੁਣ ਮੈਂ ਬੇਨਤੀ ਕਰੂੰਗਾ ਭਾਈ ਬਲਜਿੰਦਰ ਸਿੰਘ ਜੀ, ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ। ਪਿਛਲੇ 30 ਸਾਲਾਂ ਤੋਂ ਪੰਜਾਬ ਦੀ ਧਰਤੀ ਤੇ ਵੀ ਤਸ਼ੱਦਦ ਚੱਲਿਆ, ਇਸ ਅਮਰੀਕਾ ਦੀ ਧਰਤੀ ਦੇ ਵੀ ਜੇਲ੍ਹਾਂ ਕੱਟੀਆਂ ਭਾਈ ਬਲਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਬਿਨਾ ਨਾ ਧਰਮ ਚਲੇ हैं, धर्म बिना सब डले मले हैं। ਸਮੁੱਚੀ ਸਿੱਖ ਕੌਮ ਅਪ੍ਰੈਲ ਦੇ ਮਹੀਨੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਿਊਯਾਰਕ ਵਿੱਚ ਇਹ 35ਵੀਂ ਸਿੱਖ ਡੇ ਪਰੇਡ ਸਿੱਖ ਹੋਂਦ ਦੀ ਗੱਲਬਾਤ ਕਰਨ ਵਾਲੀ, ਸਿੱਖ ਪੰਥ ਦੀ ਚੜ੍ਹਦੀ ਕਲਾ, ਸਿੱਖ ਕੌਮ ਦੇ ਕੌਮੀ ਘਰ ਖਾਲਿਸਤਾਨ ਦੀ ਗੱਲਬਾਤ ਕਰਨ ਵਾਲੀ ਪਰੇਡ ਹੈ। ਜਦੋਂ 1984 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਕੀਤੇ ਸੀ ਵੀ ਜੇ ਭਾਰਤੀ ਹਕੂਮਤ ਦੇ ਕਦਮ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪਏ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਖਾਲਿਸਤਾਨ ਦੀ ਨੀਂਹ ਰੱਖੀ ਗਈ। ਸਰਬੱਤ ਖਾਲਸੇ ਵੱਲੋਂ ਥਾਪੀ ਗਈ ਪੰਥਕ ਕਮੇਟੀ ਨੇ ਅੱਜ ਦੇ ਦਿਨ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਹੈ। ਉਸ ਖਾਲਿਸਤਾਨ ਦੇ ਐਲਾਨ ਤੋਂ ਬਾਅਦ ਕੌਮ ਦੇ ਮਰਜੀਵੜਿਆਂ ਨੇ ਕੌਮੀ ਘਰ ਦੀ ਪ੍ਰਾਪਤੀ ਲਈ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸ਼ਹੀਦਾਂ ਦੀ ਯਾਦ ਵਿੱਚ ਫਲੋਟ ਲੱਗੇ ਨੇ, ਬੰਦੀ ਸਿੰਘਾਂ ਦੀ ਯਾਦ ਵਿੱਚ ਫਲੋਟ ਲੱਗੇ ਨੇ। ਜੋ ਜੂਨ 1984 ਵਿੱਚ ਹਿੰਦੁਸਤਾਨ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਗੁਰਧਾਮਾਂ ਤੇ ਹਮਲਾ ਕੀਤਾ ਹੈ, ਉਹ ਕੱਲਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਹਮਲਾ ਨਹੀਂ ਸੀ। ਉਹ ਸਮੁੱਚੀ ਕੌਮ ਨੂੰ ਇੱਕ ਸਬਕ ਸਿਖਾਉਣ ਦਾ ਨਿਸ਼ਾਨਾ ਸੀ ਬ੍ਰਾਹਮਣਵਾਦ ਦਾ। ਉਸੇ ਢੰਗ ਦੇ ਨਾਲ ਪਿਛਲੇ ਮਹੀਨੇ 18 ਮਾਰਚ ਨੂੰ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਉੱਤੇ ਅਟੈਕ ਕਰਕੇ ਖਾਲਸਾ ਵਹੀਰ ਜਾਂ ਜੋ ਉਹਨਾਂ ਦਾ ਅੰਮ੍ਰਿਤ ਪ੍ਰਚਾਰ ਦਾ ਜਾਂ ਨਸ਼ੇ ਛਡਾਉਣ ਦਾ ਨਿਸ਼ਾਨਾ ਸੀ, ਜੇ ਉਹ ਵੀ ਹਮਲਾ ਕੋਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਨਹੀਂ ਹੈ, ਸਮੁੱਚੇ ਪੰਜਾਬ ਨੂੰ ਇੰਟਰਨੈਟ ਬੰਦ ਕਰਕੇ ਇੱਕ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਗਿਆ ਹੈ। ਉਸ ਮਾਹੌਲ ਵਿੱਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਧੱਕੇ ਦੇ ਨਾਲ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਭੇਜ ਕੇ NSA ਲਾਈ ਗਈ। ਤੇ ਇਹ ਵੀ ਇੱਕ ਸਾਨੂੰ ਸਬਕ ਸਿਖਾਉਣ ਦੀ ਗੱਲਬਾਤ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੀ ਭਾਈ ਇਹ ਸਿੱਖਾਂ ਦੇ ਮੱਥੇ ਜ਼ਖਮੀ ਮੱਥੇ ਝੁਕਣ ਵਾਲੇ ਨਹੀਂ ਹੈ। ਸਾਡੇ ਨਾਲ ਜਿੰਨਾ ਤਸ਼ੱਦਦ ਹੋਊਗਾ ਉਨਾ ਅਸੀਂ ਆਪਣੇ ਕੌਮੀ ਘਰ ਵੱਲ ਵੱਧਦੇ ਜਾਵਾਂਗੇ। ਸੋ ਬੇਨਤੀ ਹੈ ਭਾਈ, ਖਾਲਿਸਤਾਨ ਦੀ ਪ੍ਰਾਪਤੀ ਲਈ ਹਮਲਾ ਮਾਰੀਏ। ਸਮੁੱਚੀਆਂ ਜਥੇਬੰਦੀਆਂ ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਥੋੜੇ ਸਮੇਂ ਵਿੱਚ ਹੀ ਬਹੁਤ ਕੁਝ ਕਹਿ ਦਿੱਤਾ ਭਾਈ ਸਾਹਿਬ ਦਾ। ਮੈਂ ਹੁਣ ਬੇਨਤੀ ਕਰੂੰਗਾ ਸਿੱਖ ਸੈਂਟਰ ਫਲਸ਼ਿੰਗ ਦੇ ਮੁੱਖ ਸੇਵਾਦਾਰ ਭਾਈ ਤਰਲੋਚਨ ਸਿੰਘ ਜੀ ਭੱਟੀ ਸੰਗਤਾਂ ਨੂੰ ਸੰਬੋਧਨ ਹੋਣਗੇ ਜੀ। ਉਸ ਤੋਂ ਬਾਅਦ ਸਤਨਾਮ ਸਿੰਘ ਬਿਰਕ ਨਿਊਯਾਰਕ ਤੋਂ ਉਹ ਅਗਲੇ ਬੁਲਾਰੇ ਨੇ ਇਹਨਾਂ ਤੋਂ ਬਾਅਦ ਜੀ।
ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਬਖਸ਼ਿਓ ਫਤਿਹ ਨਿਸ਼ਾਨ ਪਾਈਏ, ਗੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਜਿਹੜੀ ਸੰਗਤ ਹੈ ਧੰਨਤਾ ਦੇ ਯੋਗ ਆ, ਜਿਨ੍ਹਾਂ ਨੇ ਅੱਜ ਇਸ ਸਿੱਖ ਦੇ ਪਰੇਡ ਦੇ ਵਿੱਚ ਸ਼ਮੂਲੀਅਤ ਕਰਕੇ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਵੀ ਕੋਈ ਇਹੋ ਜਿਹੀ ਪਰਵਾਹ ਨਹੀਂ ਕੀਤੀ, ਪਿਆਰ ਦਿਖਾਇਆ। ਗੁਰੂ ਪਿਆਰਿਓ, कोई किसी को राज ना दे है, जो ले है ने जो बल से ले है। एक गल नोट कर लियो, कोई भी चीज़ लैनी हो मिन्नतां करके नहीं मिलती होंगी, बल ना मिलती होंगी है। मैं सारिया सिख जथेबंदियां नूं उन्होंने चरणों में एक नमाना सेवक समझ के बेनती करदा कि सारिया एक निशान साहब के थले इकट्ठियां होके इकट्ठता का जिहड़ा असीं वो मार्ग दर्शाइए, जो दिनों दिन उत्थे गुरु महाराज दी बयादियां हो रही उन्होंने ठल पाई जा सके। सब तो वड्डी चीज़ वो आ, क्योंकि जो साडा इश्क गलियां विच रोलिया जा रहा, नालियां विच रोलिया जा रहा, तो असीं जिउंदे नहीं, असीं मरे हुए हैं। इस करके सारिया जथेबंदियां इहदे पर पहरा देण। जदों गुरु का सत्कार बरकरार हो गया, फिर किसी चीज़ की किसी पासे भी घाट नहीं रहनी। तो असीं रल मिल के हमला मारीए, हर पक्षों जो सिखां पर मुसीबत आ रही उन्हां पर भी गौर करना। हुण तुहाडे सामने जो असाम दे विच भेजे गए आ सिंह फड़ के, वो भी एक जिद्दां पुराने जमाने दे विच काले पानी भेजा जाता था, वो एक सेम दृश्य जिहड़ा दोहराया गया। इस करके असीं इकट्ठे नहीं, जदों तक असीं इकट्ठ नहीं खांदे उन्ना चिर साडे बजदी रहनी आ। सानू चाहिए असीं सारे ही अपनी अपनी जथेबंदियां इकट्ठियां लैके निशान साहब के थले इकट्ठे होइए, ताकि जिहड़ी मोहरे हुकूमत साडे ते जुल्म कर रही आ उन्होंने ये पता लगे तो सानू हुण मिट्टी च लाउणगे। इन्नियां बेनतियां प्रवान कर रही। वाहिगुरू जी का खालसा, वाहिगुरू जी की फतेह। वाहिगुरू सिख कौम की 20वीं सदी के महान सिख संत बाबा जरनैल सिंह ने जिहड़ा संघर्ष चलाया सी, उहदे पांधी ने संघर्ष ठंडे तत्ते हुंदे रहंदे ने, पर इन्हां ने घर घर जाके आपदी रफ्तार उही रखी है। सरकारां ने बड़ा जोर लाया, पर इन्हां ने अपने बलबूतरे नाल TV 84 भी चलाया, जिहड़ा दुनिया भर दे विच जदों कोई भी तुसीं देख लो सवेर दे किन्ने TV सी, पर इत्थे हुण एक दो ही रहने जां साडा जस पंजाबी जिन्हां दी साडे गुरुद्वारा सिख खालसा सोसाइटी लई बड़ी सेवा वही निभाउंदे ने। ते TV 84 मैं डॉक्टर गुरजीत सिंह नूं बेनती करांगा, जो कि अपना सारा जीवन ने खालिस्तान दी लई, उन्हां सिंघां लई जां जिहड़ां ने शहीदियां पाईयां जां जेलां विच बंद बैठे ने, उन्हां नाल दी हारा नारा मारदे ने। घर घर देश विदेश स्टेटां में जाके खालिस्तान की गल नूं चलदा रखिया होया डॉक्टर अमरजीत सिंह। फरीदा गलिए चिक्कड़ दूर कर, नाल प्यारे नेहो, चला ता भिजै कंबली, रहा ता टुटै नेहो, भिजो सिजो कंबली, अल्लाह वरसै मेहो, जाए मिला तेना सजना, टुटै किवैं नेहो। वाहिगुरू जी का खालसा, वाहिगुरू जी की फतेह। अज इस वरदे मीह दे विच हज़ारां सिंघां सिंघणियां दा ये इकट्ठ, जिथे अपने प्रीतम प्यारे गुरु कलगीधर पातशाह आनंदपुर की धरती, जिथे 324 वरे पहला शिवालक पहाड़ियां की ओट विच 80,000 के इकट्ठ चों 5 गुरु के प्यारे नितरे सन। उस गुरु दे नाल वफा का जामन है। उत्थे नाल दी नाल जिवें दस्सिया गया कि न्यूयॉर्क सिख डे पैरेड का एक इतिहासक महत्व है। लगभग 35 वरे पहला इंडियन सिस्टम नू डिफाई करके सिखां ने फैसला किया सी कि साडा भारत मुल्क नाल हुण कोई संबंध नहीं है, असी आज़ाद इंडिपेंडेंट सॉवरन नेशन खालिस्तान नू ही अपनी मंजिले मकसूद मानते हैं। तो उन्होंने पैरेड का राउट भी उही चुनिया जिथे इंडिया डे की पैरेड जाती है, पाकिस्तान डे की जाती है,
ਔਰ ਸੇਂਟ ਪੈਟਰਿਕ ਜਿੰਨੀਆਂ ਨੈਸ਼ਨਲ ਪੈਰੇਡਸ ਨੇ, ਨਿਊਯਾਰਕ ਦੀ ਪੈਰੇਡ ਦੀ ਬਹੁਤ ਵੱਡੀ ਅਹਿਮੀਅਤ ਹੈ। ਬਹੁਤ ਸਾਰੀਆਂ ਥਾਵਾਂ ਤੇ ਨਗਰ ਕੀਰਤਨ ਹੁੰਦੇ ਨੇ। ਪਿਛਲੇ ਹਫਤੇ ਮੈਂ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਸੀ, 7 ਲੱਖ ਦਾ ਇਕੱਠ ਉੱਥੋਂ ਦੇ ਲੋਕਲ ਵੈਨਕੂਵਰ ਸਨ, CBC ਆਫੀਸ਼ੀਅਲ ਰਿਕਾਰਡਸ 'ਚ ਹੈ। ਲੇਕਿਨ ਇਹਦੇ ਬਾਵਜੂਦ ਨਿਊਯਾਰਕ ਦੀ ਪੈਰੇਡ ਇੱਕ ਅਹਿਮੀਅਤ ਰੱਖਦੀ ਹੈ ਔਰ ਸਮੁੱਚੀਆਂ ਕਮੇਟੀਆਂ, ਮੈਂ ਸਮਝਦਾ ਟਰਾਈ ਸਟੇਟ ਦੀਆਂ ਵਧਾਈ ਦੀਆਂ ਹੱਕਦਾਰ ਨੇ ਕਿ ਉਹਨਾਂ ਨੇ ਉਸ ਸਪਿਰਿਟ ਨੂੰ ਅੱਜ 35 ਸਾਲ ਬਾਅਦ ਵੀ ਅਸੀਂ ਨਿਊਯਾਰਕ ਦੇ ਵਿੱਚ ਉਹੀ ਖਾਲਿਸਤਾਨ ਦੇ ਝੰਡੇ, ਉਹੀ ਉਤਸ਼ਾਹ ਜਿਹੜਾ ਕਦੇ 35 ਵਰੇ ਪਹਿਲਾਂ ਜਦੋਂ ਨੌਜਵਾਨਾਂ ਨੇ 15 ਅਗਸਤ 1947 ਦੀ ਯਾਦ 'ਚ ਜਿਹੜਾ ਇੱਥੇ ਪੈਰੇਡ ਕੱਢਦੇ ਸੀ ਔਰ ਜੂਨ ਦੇ ਪਹਿਲੇ ਹਫਤੇ ਘੱਲੂਘਾਰਾ ਵਾਪਰਦਾ 84 'ਚ ਔਰ 15 ਅਗਸਤ ਵਾਲੇ ਦਿਨ ਫਿਰ ਉਹਨਾਂ ਦੇ ਫਲੋਟ ਉਲਟਾ ਦਿੱਤੇ ਜਾਂਦੇ ਨੇ, ਆਪਣਾ ਫੈਸਲਾ ਲਿਆ ਜਾਂਦਾ ਹੈ। ਸੋ ਇਹ ਇੱਕ ਬਹੁਤ ਵੱਡੀ, ਅੱਜ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਸਵੇਰ ਤੱਕ ਮੌਸਮ ਵਰਸਟ ਤੋਂ ਵਰਸਟ ਹੁੰਦਾ ਚਲਾ ਗਿਆ, ਪਰ ਜਿਵੇਂ ਰਾਹ 'ਚ ਆਉਂਦਿਆਂ ਵੀ ਮੈਂ ਇਹ ਕਹਿ ਰਿਹਾ ਸੀ ਕਿ ਸਿੱਖੀ ਦਾ ਬੈਸਟ ਨਿਕਲਦਾ ਹੀ ਮੁਸ਼ਕਲ 'ਚੋਂ ਹੈ। ਜਿਹੜੀ ਸਾਡੀ ਪ੍ਰੋਗਰਾਮਿੰਗ 230 ਵਰੇ 1469 ਤੋਂ 1699 ਤੱਕ 10 ਗੁਰੂ ਸਾਹਿਬਾਨ ਨੇ ਕੀਤੀ ਹੈ, ਘੱਲੂਘਾਰਿਆਂ ਦੇ ਨਾਲ ਅਸੀਂ ਕਮਜ਼ੋਰ ਨਹੀਂ ਹੁੰਦੇ। ਇੰਡੀਵਿਜੂਅਲ ਲਾਈਫ 'ਚ ਵੀ ਤੁਸੀਂ ਬਹੁਤ ਵਾਰ ਦੇਖੋਗੇ ਕਿ ਸਿੱਖ ਦੇ ਅੰਦਰ ਇੱਕ ਰੈਜ਼ਿਲੀਅੰਸ ਹੈ, ਉਹ ਡਿੱਗਦਾ, ਉਹ ਫੇਰ ਖੜਾ ਹੁੰਦਾ ਹੈ। ਗੁਰੂ ਦੇ ਉੱਤੇ ਉਹਦਾ ਈਮਾਨ ਹੈ, ਗੁਰੂ ਦੇ ਉੱਤੇ ਉਹਦਾ ਵਿਸ਼ਵਾਸ ਹੈ, ਉਹ ਡੋਲਦਾ ਨਹੀਂ ਹੈ ਔਰ ਉਹਨੂੰ ਹਮੇਸ਼ਾ ਵਿਸ਼ਵਾਸ ਹੈ ਕਿ ਸਤਿਗੁਰੂ ਹਾਜ਼ਰ ਨਾਜ਼ਰ ਨੇ। ਇਹੀ ਸਾਡੀ ਸਟਰੈਂਥ ਇੰਡੀਵਿਜੂਅਲ ਲਾਈਫ 'ਚ ਹੈ, ਇਹੀ ਸਾਡੀ ਸਟਰੈਂਥ ਕੌਮੀ ਲਾਈਫ 'ਚ ਹੈ। ਅਸੀਂ ਘੱਲੂਘਾਰਿਆਂ ਦੇ ਇਤਿਹਾਸ ਦੇ ਵੀ ਵਾਰਿਸ ਹੈ, ਪਰ ਅਸੀਂ ਰਾਜ ਭਾਗ ਵੀ 18ਵੀਂ ਸਦੀ 'ਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ 4-5 ਦਿਨ ਰਿਹਾ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਰਾਜ, 12 ਮਿਸਲਾਂ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਔਰ ਅੱਜ ਅਸੀਂ ਜਿਸ ਸਿਸਟਮ ਦੇ ਨਾਲ ਸਾਡੀ ਟੱਕਰ ਹੈ, ਉਹ ਮੁਗਲਾਂ ਤੋਂ ਵੱਧ ਕੇ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਕੇ ਚਲਾਕ ਨੇ। ਤੇ ਜਿਸ ਕਿਸਮ ਦਾ ਸਿਸਟਮ ਇਹ RSS ਦੀ ਹਿੰਦੂਤਵਾ ਆਈਡੀਓਲੋਜੀ ਨੇ, ਜੋ ਕਿ ਹਿੰਦੁਸਤਾਨ ਦੇ ਰੰਗ 'ਚ ਹਰ ਇੱਕ ਨੂੰ ਰੰਗਣਾ ਚਾਹੁੰਦੀ ਹੈ। 20 ਕਰੋੜ ਭਾਰਤ ਦਾ ਮੁਸਲਮਾਨ ਸਹਿਮਿਆ ਹੋਇਆ ਹੈ, 30 ਕਰੋੜ ਦੇ ਕਰੀਬ ਈਸਾਈ ਸਹਿਮੇ ਹੋਏ ਨੇ, ਲੇਕਿਨ ਖਾਲਸਾ ਪੰਥ ਜਿਸ ਮਜ਼ਬੂਤੀ ਦੇ ਨਾਲ ਉਹਨਾਂ ਨੇ ਹਿੰਦੂਤਵਾ ਨੂੰ ਟੱਕਰ ਦਿੱਤੀ ਹੈ, ਉਹਨਾਂ ਦੇ ਹਿੰਦੂਤਵਾ ਦੇ ਰੱਥ ਨੂੰ ਪੰਜਾਬ 'ਚ ਰੋਕਿਆ। ਔਰ ਜੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀ ਸਿੰਘਾਂ ਨੇ ਜਿਸ ਬਹਾਦਰੀ ਦੇ ਨਾਲ, ਮੈਂ ਸਮਝਦਾ ਕਿ ਖਾਲਸਾ ਵਹੀਰ ਆਪਣੇ ਆਪ ਦੇ ਵਿੱਚ ਇੱਕ ਵੱਡਾ ਫਿਕਰ ਬਣ ਗਿਆ ਦਿੱਲੀ ਦੇ ਹਾਕਮਾਂ ਲਈ, ਕਿਉਂਕਿ ਜਦੋਂ ਸਿੱਖ ਰੂਹਾਨੀ ਤੌਰ ਦੇ ਉੱਤੇ ਜਾਗਰੂਕ ਹੁੰਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਜਦੋਂ ਉਸ ਸਤਿਗੁਰੂ ਦਾ ਅੰਮ੍ਰਿਤ ਲੈਂਦਾ ਹੈ, ਫਿਰ ਖਾਲਸਾ ਬਾਦਸ਼ਾਹ ਜਬ ਆ ਗਈ, ਇਹ ਸੰਕਲਪ ਦ੍ਰਿੜ ਹੋ ਜਾਂਦਾ ਹੈ। ਲੇਕਿਨ ਨਾ ਬੀਤੇ ਦੇ ਵਿੱਚ ਯਾਦ ਰਹੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਕੌਮ ਨੂੰ ਵੰਗਾਰ ਪਾਈ ਸੀ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਔਰ ਇਹੀ ਡਿਫਾਈਂਸ ਦੀ ਸੈਂਸ ਜਦੋਂ ਅੱਜ ਅਸੀਂ 37ਵੀਂ ਵਰ੍ਹੇਗੰਢ ਦੇ ਉੱਤੇ ਗੱਲ ਕਰ ਰਹੇ ਹਾਂ, ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 29 ਅਪ੍ਰੈਲ ਦਾ ਦਿਨ ਹੀ ਸੀ 1986 ਜਦੋਂ ਸੰਤ ਪਿੰਡਾਂ ਵਾਲਿਆਂ ਵੱਲੋਂ ਦਿੱਤੀ ਅਗਵਾਈ ਤੇ ਚੱਲਦਿਆਂ ਹੀ 5 ਮੈਂਬਰੀ ਪੰਥਕ ਕਮੇਟੀ ਜਿਹੜੀ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਬਣਾਈ ਸੀ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ ਉਹਨਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕਿਹਾ ਸੀ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਅੱਜ ਜਿੱਥੇ ਅਸੀਂ ਇਹਨਾਂ ਸਮੁੱਚੇ ਜੂਨ 84 ਤੋਂ ਹੁਣ ਤੱਕ ਦੇ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਆਪਣੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਲਿਆਈਏ, ਉੱਥੇ ਸੰਤ ਪਿੰਡਾਂ ਵਾਲਿਆਂ ਦੇ ਇਹਨਾਂ ਲਫ਼ਜ਼ਾਂ ਦੇ ਉੱਤੇ ਵੀ ਅਮਲ ਦਰਾਮਦ ਕਰੀਏ। ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਬਹੁਤ ਧੰਨਵਾਦ ਸਾਰਿਆਂ ਨੇ ਸਹਿਯੋਗ ਦੇ ਨਾਲ ਇਸ ਖਰਾਬ ਮੌਸਮ ਦੇ ਬਾਵਜੂਦ ਇਸ ਪੈਰੇਡ ਨੂੰ ਕਾਮਯਾਬ ਕੀਤਾ ਹੈ। 5 ਬੁਲੰਦ ਨਾਅਰੇ
ਜਿਹੜਾ ਸਿਰਫ ਸਿੰਬੋਲਿਜ਼ਮ ਨਹੀਂ ਹੁੰਦਾ, ਇਹ ਤੁਹਾਡੀ ਡਿਫਾਈਂਸ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਦੋ ਸਿੰਘਾਂ ਨੇ ਦੱਸ ਦਿੱਤਾ ਸੀ ਕਿ ਮੁਗਲਿਆ ਰਾਜ ਦਾ ਦਾਅਵਾ ਕਿ ਅਸੀਂ ਗੱਲ ਮੁਕਾ ਦਿੱਤੀ ਹੈ, ਸਿੱਖਾਂ ਦੀ ਅਲਖ ਮੁਕਾ ਦਿੱਤੀ ਹੈ, ਸੱਚ ਨਹੀਂ ਹੈ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਜਿਉਂਦਾ ਤੇ ਉਹ ਬਾਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ। ਸਾਡੀ ਪੋਲੀਟੀਕਲ ਸਟਰਗਲ ਜਾਰੀ ਹੈ। ਆਓ 5 ਬੁਲੰਦ ਨਾਅਰੇ, ਕੋਈ ਵੀ ਇਸ ਟੈਂਟ ਦੇ ਵਿੱਚ ਜਾਂ ਸਾਈਡ ਵਾਕਸ ਤੇ ਖੜਾ ਖਾਲੀ ਨਾ ਰਹੇ, ਜਿਸ ਦੇ ਮੁਖਾਲਫਨ ਚੋਂ ਆਵਾਜ਼ ਨਾ ਨਿਕਲੇ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ। ਹੁਣ ਮੈਂ ਬੇਨਤੀ ਕਰੂੰਗਾ ਸਤਨਾਮ ਸਿੰਘ ਜੀ ਬਿਰਕ ਅਤੇ ਨਾਲ ਉਸਦੇ ਨਾਲ ਹੀ ਅਨਾਉਂਸਮੈਂਟ ਆ ਵੀ 20 ਮਈ ਨੂੰ ਕਾਰਟਰੇਟ ਵਿਖੇ ਨਿਊ ਜਰਸੀ ਦੇ ਵੀ ਪਰੇਡ ਹੋਵੇਗੀ। ਸਤਨਾਮ ਸਿੰਘ ਜੀ ਬਿਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੱਖੜ ਝਾਂਗੀ ਮੀਂਹ ਬਰਸੇ, ਪੀ ਗੁਰ ਦੇਖਣ ਜਾਈ ਦੇ ਮਹਾਵਾਕਾਂ ਅਨੁਸਾਰ ਅੱਜ ਖਾਲਸਾ ਨੇ ਸਾਬਤ ਕਰ ਦਿੱਤਾ ਹੈ ਕਿ ਭਾਵੇਂ ਮੀਂਹ ਬਰਫਾਂ ਜੋ ਵੀ ਹੋਵੇ, ਭਾਵੇਂ ਅਟਕ ਦਰਿਆ ਕਿਉਂ ਨਾ ਆ ਜਾਵੇ, ਖਾਲਸਾ ਕਦੇ ਨਹੀਂ ਰੁਕਦਾ। ਔਰ ਇੰਨੀ ਬਾਰਿਸ਼, ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਨੇ ਹਮ ਹਮਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਆ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਖਾਲਸਾ ਸੰਘਰਸ਼ ਵਾਸਤੇ, ਖਾਲਸਾ ਬੰਦੀ ਸਿੰਘਾਂ ਵਾਸਤੇ ਜੋ ਪਰੇਡ ਉਹਨਾਂ ਨੂੰ ਸਮਰਪਿਤ ਜਿਹੜੀ ਉਹ ਕੱਢੀ ਗਈ ਹੈਗੀ ਨਿਊਯਾਰਕ ਦੇ ਵਿੱਚ, ਸਿੱਖ ਕਲਚਰ ਸੁਸਾਇਟੀ ਨਿਊਯਾਰਕ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਇਹ ਹਮੇਸ਼ਾ ਹੀ ਕੌਮ ਦੇ ਨਾਲ ਖੜੇ ਨੇ, ਕੌਮ ਦੀ ਗੱਲ ਕਰਦੇ ਨੇ। ਇਹ ਸਟੇਜ ਜਿਹੜੀ ਹੈਗੀ ਹਮੇਸ਼ਾ ਹੀ ਕੌਮੀ ਸਟੇਜ ਹੈ। ਸੋ ਨਾਲ ਹੀ ਮੈਂ ਦੂਸਰੀ ਵਧਾਈ ਦੇਣਾ ਚਾਹੁੰਦਾ ਹੈ ਕਿ ਨਿਊਯਾਰਕ ਦੀ ਸਿੱਖ ਕਲਚਰ ਸੁਸਾਇਟੀ ਦੀ ਜਿਹੜੀ ਚੋਣ, ਜਿਹੜੀ ਦੋਵਾਂ ਭਾਈ ਭੁਪਿੰਦਰ ਸਿੰਘ ਜੀ ਬੋਪਾ ਰਾਏ, ਉਹਨਾਂ ਦੀ ਇੰਟਾਇਰ ਸਲੇਟ, ਔਰ ਭਾਈ ਗੁਰਦੇਵ ਸਿੰਘ ਜੀ ਕੰਗ, ਉਹਨਾਂ ਦੇ ਇੰਟਾਇਰ ਕਮੇਟੀ ਜਿਹੜੀ ਆ, ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮਿਲ ਕੇ ਇੱਕ ਜਿਹੜੀ ਕਮੇਟੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜਾ ਮਨਾਇਆ। ਮੈਂ ਕਹਿੰਦਾ ਇੱਕ ਮੀਲ ਪੱਥਰ ਹੈ ਦੂਸਰੇ ਗੁਰਦੁਆਰਿਆਂ ਵਾਸਤੇ ਵੀ। ਸਾਨੂੰ ਵੀ ਦੂਸਰੇ ਗੁਰਦੁਆਰਿਆਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ, ਕਿਉਂਕਿ ਕੌਮ ਦਾ ਜਿਹੜਾ ਪੈਸਾ ਹੈ, ਕੌਮ ਦਾ ਸੰਗਤ ਦਾ ਹੈ, ਇਹ ਜਿਹੜਾ ਕੋਟਾਂ ਕਚਹਿਰੀਆਂ ਵਿੱਚ ਖਰਚ ਹੁੰਦਾ ਹੈ, ਸਾਨੂੰ ਇਦਾਂ ਬਿਲਕੁਲ ਇਸ ਚੀਜ਼ ਨੂੰ ਗਰੇਜ ਕਰਨਾ ਚਾਹੀਦਾ ਆ। ਔਰ ਇਹ ਪੈਸਾ ਜਿਹੜਾ ਹੈ ਕੌਮੀ ਸੰਘਰਸ਼ ਵਾਸਤੇ, ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਕਿਉਂ ਨਾ ਵਰਤਿਆ ਜਾਵੇ, ਕਿਉਂਕਿ ਲੱਖਾਂ ਡਾਲਰ ਜਿਹੜੇ ਨੇ ਕੋਟਾਂ ਦੇ ਵਿੱਚ। ਇਹ ਸਿਰਫ ਮੈਂ ਨਿਊਯਾਰਕ ਦੀ ਨਹੀਂ ਗੱਲ ਕਰ ਰਿਹਾ, ਮੈਂ ਹੋਰਨਾਂ ਗੁਰਦੁਆਰਿਆਂ ਦੀ ਵੀ ਗੱਲ ਕਰ ਰਿਹਾ ਹਾਂ ਕਿ ਆਓ ਕਿਉਂ ਨਹੀਂ ਸਾਰੇ ਮਿਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਖਾਲਿਸਤਾਨ ਦੇ ਗੁਰੂ ਆਪਣੇ ਘਰ ਦੀ, ਖਾਲਿਸਤਾਨ ਘਰ ਦੀ ਗੱਲ ਕਰੀਏ। ਕਿਉਂਕਿ ਜਦ ਤੱਕ ਖਾਲਿਸਤਾਨ ਨਹੀਂ ਬਣਦਾ, ਇਹ ਜਿਹੜਾ ਸੰਘਰਸ਼ ਹਮੇਸ਼ਾ ਚੱਲਦਾ ਰਹਿਣਾ, ਜਾਰੀ ਰਹਿਣਾ ਹੈ। ਤੇ ਉਹ ਦਿਨ ਦੂਰ ਨਹੀਂ ਜਦੋਂ ਪ੍ਰਮਾਤਮਾ ਕਿਰਪਾ ਕਰਨਗੇ, ਆਪਣਾ ਕੌਮੀ ਘਰ ਜਿਹੜਾ ਹੈ ਅਸੀਂ ਖਾਲਿਸਤਾਨ ਪ੍ਰਾਪਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਸਤਨਾਮ ਸਿੰਘ ਜੀ ਬਿਰਕ। ਹੁਣ ਸਾਡੇ ਕੋਲ ਮੀਰਾ ਜੋਸ਼ੀ ਡਿਪਟੀ ਮੇਅਰ ਸਿਟੀ ਤੋਂ ਆਏ ਹੋਏ ਨੇ, ਉਹਨਾਂ ਨੂੰ ਗੁਰਦੇਵ ਸਿੰਘ ਜੀ ਕੰਗ, ਹਿਊਮਨ ਰਾਈਟ ਕਮਿਸ਼ਨਰ ਨਿਊਯਾਰਕ ਸਿਟੀ, ਉਹਨਾਂ ਨੂੰ ਵੈਲਕਮ ਕਰਨਗੇ। ਗੁਰਦੇਵ ਸਿੰਘ ਜੀ ਕੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਜਿੰਨੇ ਮੇਰੇ ਵੀਰ ਭੈਣ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤੀ ਰੂਪ ਦੇ ਵਿੱਚ ਅੱਜ ਦੀ ਪਰੇਡ ਦੇ ਵਿੱਚ ਸ਼ਾਮਲ ਹੋਏ ਆ, ਭਾਵੇਂ ਜਿੰਨਾ ਮਰਜ਼ੀ ਮੀਂਹ ਪਿਆ, ਪਰ ਹਰ ਇੱਕ ਨੇ ਆਪਣੀ ਜਿਹੜੀ ਆ ਉਹ ਹਾਜ਼ਰੀ ਲਵਾਈ ਆ। ਐਂਡ ਆਈ ਐਮ ਲਾਈਕ ਟੂ ਬੀ ਪ੍ਰਾਊਡ ਟੂ ਬੀ ਅਨਾਊਂਸ ਦ ਮੀਰਾ ਜੋਸ਼ੀ, she is a deputy mayor of operation our New York City, but she used to be of the commissioner for the TLC, and she doing the great job for the New York City, especially for the taxi drivers, because we need someone who cares about the other people. New York City is a diversity city, regardless which community you belong, but we are all ultimately under the one umbrella, because all the organization doing the great job,
And now I like to be special thanks, even too much raining, even our honorable mayor coming too at the time, all the other elected officials, but she come too. And I have special thanks, Meera Joshi, so please come to the podium. We special thanks on behalf of the Sikh community for all tri-state area. Thank you. Thank you very much, and greetings from our Mayor, Mayor Adams. I want to give a special thanks to the Sikh community, which is such a vital part of New York City and has been a vital part of my path in government in New York City. You are the literal drivers of our city. I first began as head of the TLC, where the Sikh community was the driver behind the medallion industry, the taxi industry, the FHV industry, and then went on to regulate national trucking, where again the Sikh community is the leader in long-haul trucking. But more than that, the Sikh community in New York City and in the tri-state area has been the leader in giving back, and especially in those times when we needed you most. Thousands and thousands of meals delivered through COVID. Thousands and thousands of meals dropped off, given to those that still were at the front lines doing service. And that happened during COVID. That was a moment, but that actually represents every day the integrity and the first priority of giving, which is an unbelievable blessing that we have in New York City, to have so many people from the Sikh community to be part of our fabric, and it makes us the wonderful city that we are. So I thank you so much. I know last year you had beautiful weather and this year you don't, which means next year it'll be absolutely wonderful, and I look forward to coming back to celebrate again. Thank you very much, and on behalf of the mayor, thank you. Thank you so much, our deputy mayor, because we have your honor, but right now we don't expect you because of the weather, but please come to our Gurdwara one day. We're going to honor you on the stage of the Gurdwara. Especially warmly welcome when you come to the Gurdwara too. So thank you for your time to coming over here today. ਸਾਧ ਸੰਗਤ ਜੀ, ਜਿਸ ਤਰ੍ਹਾਂ ਮੇਰੇ ਵੀਰ ਸਤਨਾਮ ਸਿੰਘ ਵਿਰਕ ਨੇ ਦੱਸਿਆ ਵੀ ਸਾਨੂੰ ਗੁਰਦੁਆਰਿਆਂ ਦੇ ਜਿਹੜੇ ਕੇਸ ਆ ਉਹ ਕੋਰਟਾਂ 'ਚ ਜਾ ਕੇ ਨਹੀਂ ਕਦੀ ਵੀ ਨਿਬੜਦੇ। ਕੋਰਟਾਂ ਦੇ ਵਿੱਚ ਅਸੀਂ ਗੱਲ ਇਹ ਆ ਕਿ ਤੁਹਾਡੇ ਵਿਸ਼ਵਾਸ ਦੀ, ਜਦੋਂ ਅਸੀਂ ਫੈਸਲਾ ਕੀਤਾ, ਅਸੀਂ ਆਪਣੇ ਬੁੱਲ ਬੁਲਾ ਕੇ ਮਹਾਰਾਜ ਦੇ ਹਜ਼ੂਰੀ 'ਚ ਜਾ ਕੇ ਖੜੋ ਕੇ ਅਰਦਾਸ ਕੀਤੀ ਆ। ਸਾਡਾ ਕੋਈ ਲਿਖਤੀਨਾਮਾ ਨਹੀਂ ਸੀ ਹੈਗਾ, ਕੋਈ ਚੀਜ਼ ਨਹੀਂ ਸੀ ਹੈਗੀ, ਤੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਆ, ਤੇ ਉਹਦੇ ਆਧਾਰ ਤੇ ਅਸੀਂ ਆਪਣਾ ਫੈਸਲਾ ਕੀਤਾ, ਜਿਹੜਾ ਕਿ ਬਿਲਕੁਲ ਅਸੀਂ ਇਹ ਸੋਚਦੇ ਹਾਂ ਕਿ ਬਾਕੀ ਵੀ ਜਿੰਨੇ ਗੁਰੂ ਘਰ ਆਪਾਂ ਬਹਿ ਕੇ ਇੱਕ ਪੈਨਲ ਬਣਾਉਣਾ, ਅਗਰ ਕਿਸੇ ਗੁਰੂ ਘਰ ਦਾ ਵੀ ਕੋਈ ਵੀ ਡਿਸਪਿਊਟ ਹੁੰਦਾ ਨਾ, ਤੇ ਉਹ ਜਿਹੜੇ ਬੰਦੇ ਆ ਜਿਹੜੇ ਸਾਰੇ ਬਹਿ ਕੇ ਉਹ ਇਕੱਠੇ ਕੰਮ ਕਰੀਏ, ਤਾਂ ਕਿ ਆਪਾਂ ਟਰਾਈ ਸਟੇਟ ਲਈ, ਆਪਾਂ ਸਿੱਖ ਪੰਥ ਲਈ ਤੇ ਆਪਣੀ ਕੌਮ ਲਈ ਆਪਾਂ ਕੁਛ ਨਾ ਕੁਛ ਦੇਣ ਸਕੀਏ। ਇਸੇ ਕਰਕੇ ਹੀ ਆਪਾਂ ਨੂੰ ਜਿਹੜਾ ਪਰਮਾਤਮਾ ਨੇ, ਮੈਂ ਕਹਿੰਦਾ ਵੀ ਬੜੀ ਪਰਮਾਤਮਾ ਨੇ ਆਪ ਵਿੱਚ ਖਲੋ ਕੇ ਇਹ ਜਿਹੜਾ ਵਾ ਸਰਬਸੰਮਤੀ ਨਾਲ ਸਮਝੌਤਾ ਕਰਾਇਆ। ਅਸੀਂ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ। ਹਰ ਇੱਕ ਬੰਦਾ ਜਿਹੜਾ ਇਸ ਚੀਜ਼ ਨੂੰ ਲਾਈਕ ਕਰਦਾ। ਚੇਚੇ ਤੌਰ ਤੇ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਆਈਆਂ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਵੀ ਭਾਈ ਮੈਨੂੰ ਯਾਦ ਆ ਕਿ ਗੁਰਦੁਆਰਾ ਕਾਂਟ ਰੋਡ ਦਸ਼ਮੇਸ਼ਵਰ ਇਹਨਾਂ ਦਾ ਵੀ ਕੇਸ ਸੀ, ਪਰ ਇਹਨਾਂ ਨੇ ਆਪਸ ਵਿੱਚ ਹੀ ਬਹਿ ਕੇ ਫੈਸਲਾ ਜਿਹੜਾ ਕੀਤਾ ਇਹਨਾਂ ਦਾ, ਉਹਦੇ ਮੁਤਾਬਕ ਇਹ ਦੋਵੇਂ ਵੀਰ ਜਿਹੜਾ ਇਹਨਾਂ ਨੂੰ ਕਹਿਤਾ ਠੀਕ ਆ, ਸੇਵਾ ਦੂਜਿਆਂ ਨੂੰ ਦੇ ਦਿਓ, ਸਾਨੂੰ ਕੋਈ ਯਾਰ ਕੀ ਲੋੜ ਨਹੀਂ ਹੈਗੀ। ਪਰ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਇਹਨਾਂ ਮਰਜ ਕਰਕੇ ਇੱਕ ਦੂਜੇ ਨਾਲ, ਜਿੱਦਾਂ ਅਸੀਂ ਇੱਥੇ ਪਾ ਕੇ ਤੁਹਾਡਾ ਉਦੋਂ ਜ਼ਿਆਦਾ ਸਟਰੈਂਥ ਬਣਦੀ ਆ, ਆਪਾਂ ਬਾਕੀ ਗੁਰੂ ਘਰਾਂ ਵਿੱਚ ਵੀ ਨਾਲ ਅਸੀਂ ਪੈਨਲ ਬਣਾਉਣਾ, ਨਿਊ ਜਰਸੀ ਵਾਲਿਆਂ ਨੂੰ ਲਵਾਂਗੇ, ਨਿਊਯਾਰਕ ਵਾਲਿਆਂ ਨੂੰ ਲਵਾਂਗੇ, ਤੇ ਆਪਾਂ ਜਿਹੜੇ ਗੁਰਦੁਆਰਿਆਂ ਦੇ ਜਿਹੜੇ ਮਸਲੇ ਆ ਇਹ ਕੋਰਟਾਂ 'ਚ ਨਹੀਂ ਜਾਣੇ ਚਾਹੀਦੇ, ਆਪਾਂ ਬਹਿ ਕੇ ਆਪ ਹੀ ਆਪ ਸਮਾਪਤ ਗੱਲਾਂ ਕਰੀਏ। ਸੋ ਅੱਜ ਦੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਭਾਈ ਮੱਖਣ ਸਿੰਘ ਜੀ, ਗੁਰਦੁਆਰਾ ਸੱਚਖੰਡ ਨਾਨਕ ਪ੍ਰਕਾਸ਼ ਤੋਂ ਵਧਾਈ ਦੇਣੀ ਅੱਜ ਦੇ ਦਿਨ ਤੇ। ਭਾਈ ਮੱਖਣ ਸਿੰਘ। ਵਾਹਿਗੁਰੂ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਪਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬਹੁਤ ਵੱਡਾ ਪਰਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ
ਜੋ ਢਾਡੀ ਜਥਾ ਹੈ, ਭਾਈ ਸਾਹਿਬ ਭਾਈ ਕਰਨਾਲ ਸਿੰਘ ਮਾਛੀਵਾੜੇ ਦਾ, ਆਪ ਜੀ ਸੰਗਤਾਂ ਨੂੰ ਜੋ ਇੱਕ ਕਵਿਤਾ ਦੇ ਨਾਲ, ਭਾਵੇਂ ਟਾਈਮ ਨਹੀਂ ਸੀ, ਮੈਂ ਸਿੱਖ ਕਲਚਰ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਢਾਡੀ ਜਥੇ ਦਾ ਸਤਿਕਾਰ ਕੀਤਾ, ਇਹਨਾਂ ਦਾ ਧੰਨਵਾਦ ਕੀਤਾ ਕਿ ਉਹ ਸਟੇਜ ਤੇ ਮੰਗਾ ਕੇ ਜੇ ਆਪਾਂ ਜਥੇ ਨੂੰ ਵਾਪਸ ਕਰ ਦਈਏ ਤੇ ਫਿਰ ਚੰਗਾ ਨਹੀਂ ਸਮਝਦੇ ਆਪਾਂ ਕਿ ਇਹਨਾਂ ਦਾ ਸਾਡੇ ਬੁਲਾਰੇ ਨੇ ਜਿਹੜੇ ਸਿੱਖ ਕੌਮ ਦੇ ਹੀਰੇ ਨੇ, ਢਾਡੀ ਜਥਾ ਨੇ ਇਹਨਾਂ ਨੂੰ ਵਾਰਾਂ ਗਾ ਗਾ ਕੇ ਤੇ ਆਪਾਂ ਨੂੰ ਸਾਰੀ ਸਾਰੀ ਕਮਿਊਨਿਟੀ ਨੂੰ, ਸਾਰੀ ਸਿੱਖ ਕਲਚਰ ਨੂੰ, ਸਿੱਖ ਕਲਚਰ ਸੁਸਾਇਟੀ ਵੱਲੋਂ ਜੋ ਅੱਜ ਸਿੱਖ ਡੇ ਪਰੇਡ ਰੱਖੀ ਗਈ ਹੈ, ਮੈਂ ਸਾਰੀਆਂ ਸੰਗਤਾਂ ਦਾ, ਨਿਊਯਾਰਕ ਦੀਆਂ ਦਾ, ਪੂਰੀ ਆਲ ਵਰਲਡ ਦੀ ਜੋ ਸੰਗਤ ਸਿੱਖ ਡੇ ਪਰੇਡ ਨੂੰ ਜੋ ਟੀਵੀ ਚੈਨਲ ਤੇ ਲਾਈਵ ਦਿਖਾਇਆ ਜਾ ਰਿਹਾ ਹੈ, ਆਪ ਜੀ ਸਾਰੀਆਂ ਸੰਗਤਾਂ ਦਾ ਦੁਬਾਰੇ ਫੇਰ ਸਿੱਖ ਡੇ ਪਰੇਡ ਜੋ ਅੱਜ 35ਵੀਂ ਸਿੱਖ ਕਲਚਰ ਸੁਸਾਇਟੀ ਵੱਲੋਂ ਕੱਢੀ ਗਈ ਹੈ, ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਕਿ ਅੱਜ ਵੈਦਰ ਬਹੁਤ ਖਰਾਬ ਸੀ, ਫਿਰ ਵੀ ਸੰਗਤਾਂ ਦਾ ਠਾਠਾ ਮਾਰਦਾ ਜੋ ਅੱਜ ਦਾ ਪ੍ਰੋਗਰਾਮ ਹੈ ਵਿਸ਼ੇਸ਼, ਬਹੁਤ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਨੇ ਦਿਖਾਇਆ। ਮੈਂ ਸੱਚਖੰਡ ਗੁਰੂ ਨਾਨਕ ਦਰਬਾਰ ਨੂੰ, ਆਪ ਜੀ ਸਾਰੀਆਂ ਸੰਗਤਾਂ ਦਾ, ਸਿੱਖ ਕਲਚਰ ਸੁਸਾਇਟੀ ਦਾ, ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਮੱਕੜ ਸਿੰਘ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਫਿਰ ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਹੁਣ ਤੱਕ ਅਖੀਰ ਤੱਕ ਤੁਸੀਂ ਬੈਠੇ ਹੋ। ਇਹ ਬਖਸ਼ਿਸ਼ ਆ, ਇਹ ਉਹ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਆਪਾਂ ਇਹ ਪਰੇਡ ਕੱਢੀ ਆ, 35ਵੀਂ ਸਿੱਖ ਡੇ ਪਰੇਡ। ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਪਿੰਦਰ ਸਿੰਘ ਜੀ ਗੋਪਾ ਰਾਏ, ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੈ, 3 ਵਾਰੀ ਇਹਨਾਂ ਨੂੰ ਸੇਵਾ ਮਿਲੀ ਹੈ। ਮੇਰੇ ਖਿਆਲ 2 ਵਾਰੀ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਮੁੱਖ ਸੇਵਾਦਾਰ ਚੁਣਿਆ ਗਿਆ, ਐਤਕੀ ਵੀ ਇਹਨਾਂ ਨੂੰ ਮੁੱਖ ਸੇਵਾਦਾਰ ਚੁਣਿਆ ਗਿਆ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਦੂਰੋਂ ਨੇੜਿਆਂ ਸਾਰਿਆਂ ਦਾ। ਆਪ ਜਕਾਰਾ ਬੁਲਾਵਾਂਗੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਤੁਸੀਂ ਅੱਜ ਸਿੱਖ ਦੇ ਪਰੇਡ ਕੱਢੀ ਆ, ਇਹ ਐਕਚੁਅਲੀ ਖਾਲਿਸਤਾਨ ਨੂੰ ਸਮਰਪਿਤ ਆ, ਕਿਉਂਕਿ ਜਦੋਂ ਹਿੰਦੁਸਤਾਨ ਦੀ ਗੌਰਮੈਂਟ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਕੇ ਸਾਨੂੰ, ਸਾਡੇ ਬੱਚਿਆਂ ਨੂੰ, ਸਾਡੇ ਸਿੰਘਾਂ ਨੂੰ ਗੋਲੀਆਂ ਨਾਲ ਮਾਰਿਆ ਸੀ, ਇਹ ਭੁੰਨਿਆ ਸੀ, ਅਸੀਂ ਸ਼ਹੀਦ ਕੀਤੇ, ਅਸੀਂ ਉਦੋਂ ਇਹ ਹਿੰਦੁਸਤਾਨ ਨਾਲੋਂ ਆਪਣੀ ਪਰੇਡ ਵੱਖ ਕੀਤੀ ਸੀ। ਇਹ ਕਰਕੇ ਅੱਜ ਦੀ ਪਰੇਡ ਜਿਹੜੀ ਆ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਟੇਜ ਹਮੇਸ਼ਾ ਹੀ ਖਾਲਿਸਤਾਨ ਨੂੰ ਸਮਰਪਿਤ ਰਹੇਗੀ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦੇ ਆਜਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।